ਉਡੀਕੀ ਜਾ ਰਹੀ ਸੀ ਬੜੀ ਮੀਟਿੰਗ ਦੋ ਮੁੱਖ ਮੰਤਰੀਆਂ ਦੀ। ਇੱਕ ਭਖਵਾ ਮੁੱਦਾ ਪੰਜਾਬ ਦਾ ਔਰ ਬੜਾ ਸੈਂਸਿਟਿਵ ਮੁੱਦਾ SYL ਦਾ। ਹੋਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਲੀਗਲ ਇਸ ਚੀਜ਼ ਨੂੰ ਸਮਝਦੇ ਆ, ਉਹਨਾਂ ਨਾਲ ਮਸ਼ਵਰਾ ਨਹੀਂ ਕੀਤਾ ਹੋਏਗਾ। ਮੈਂ ਪੂਰੀ ਤਿਆਰੀ ਦੇ ਨਾਲ ਪੂਰੇ ਹੋਮਵਰਕ ਦੇ ਨਾਲ ਗਿਆ ਸੀ। ਉਹਨਾਂ ਨੇ ਨਾਂ ਤੇ ਨਹੀਂ ਲਏ, ਪਰ ਮੈਂ ਸਾਰੇ ਐਕਸਪਰਟਸ ਦੇ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਇਹਦੇ ਬਾਰੇ ਸਾਰੀ ਜਾਣਕਾਰੀ ਹਾਸਿਲ ਕੀਤੀ, ਤਕਨੀਕੀ ਪਹਿਲੂਆਂ 'ਤੇ ਵਿਚਾਰ ਕੀਤੀ, ਇਸ ਸੰਬੰਧ 'ਚ ਲਿਟਰੇਚਰ ਜਿਹੜਾ ਉਹਨੂੰ ਵੀ ਵਾਚਿਆ ਤੇ ਲੀਗਲ ਜਿਹੜੇ ਇਹਦੇ ਹੱਲ ਆ ਜਾਂ ਲੀਗਲ ਜਿਹੜੇ ਤਰੀਕੇਕਾਰ ਆ ਉਹ ਸਾਰਾ ਕੁਝ ਲੈ ਕੇ ਪੂਰੀ ਭਰਪੂਰ ਤਿਆਰੀ ਨਾਲ ਗਏ। ਤੇ ਅਸੀਂ ਜਿਹੜੇ ਸਾਡੇ ਹਮਰਤਬਾ ਖੱਟੜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਮਿਲ ਕੇ ਚੱਲੀਏ ਸੈਂਟਰ ਗੌਰਮੈਂਟ ਕੋਲ। ਉਹਨਾਂ ਨੂੰ ਕਹਿੰਦੇ ਆ ਕਿ ਹਰਿਆਣੇ ਨੂੰ ਪਾਣੀ ਚਾਹੀਦਾ ਤੇ ਦਿਓ, ਕਿਸੇ ਹੋਰ ਸੋਰਸ ਦੇ ਦਿਓ। ਤਮਗਜੇ ਮਾਰਨ ਵਾਲੀ ਰਾਜਨੀਤੀ ਵੀ ਹੁੰਦੀ ਕਿ ਮੈਂ ਜਿਹੜਾ ਕਦੀ ਕਿਸੇ ਨਹੀਂ ਕੀਤਾ ਉਹ ਕਰਤਾ। ਇਹ ਗੱਲ ਲੱਗਦੀ ਆ ਜਾਂ ਬੈਲੈਂਸਡ ਅਪਰੋਚ ਲੱਗਦੀ ਆ ਜਾਂ ਕਿਤੇ ਕੋਈ ਵੀਕਨੈਸ ਲੱਗਦੀ ਆ? ਕਿਸ ਤਰ੍ਹਾਂ ਤੁਸੀਂ ਇਹਨੂੰ ਪਹਿਲਾਂ ਤੁਹਾਡਾ ਜਿਹੜਾ ਪ੍ਰਤੀਕਰਨ ਉਹ ਮੈਂ ਜਾਣਨਾ ਚਾਹੁੰਦਾ। ਵਰਤਮਾਨ ਠੀਕ ਹੈ, ਗਏ ਸੀ ਮੀਟਿੰਗ ਦੇ ਵਿੱਚ ਐਕਸਪਰਟ ਜਾਂ ਜਿਹੜੇ ਕਾਬਲ ਲੋਕ ਸੀ ਉਹਨਾਂ ਦੀ ਸਲਾਹ ਨਾਲ ਹੀ ਗਏ ਹੋਣਗੇ, ਜਿੱਦਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਜਾਂ ਜਿੱਦਾਂ ਉਹਨਾਂ ਨੇ ਕਿਹਾ। ਪਰ ਨਾਲ ਆਪਣੇ ਉੱਥੇ ਅਧਿਕਾਰੀਆਂ ਦੀ ਵੀ ਇੱਕ ਪੂਰੀ ਟੀਮ ਲੈ ਕੇ ਉੱਥੇ ਗਏ ਸੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਜਦੋਂ ਪੂਰੀ ਟੱਕ ਲਾਇਆ ਤੇ ਕੈਪਟਨ ਅਮਰਿੰਦਰ ਉਦੋਂ ਮੌਜੂਦਾ MP ਹੁੰਦੇ ਸੀਗੇ ਤੇ ਪ੍ਰਧਾਨ ਮੰਤਰੀ ਸੀਗੀ ਸ਼੍ਰੀਮਤੀ ਇੰਦਰਾ ਗਾਂਧੀ। ਤੇ ਇਹ ਗੱਲ ਜਿਹੜੀ ਹੈ ਇਹਨੂੰ ਭੁਲਾਇਆ ਨਹੀਂ ਜਾ ਸਕਦਾ, ਇਹਨੂੰ ਇਤਿਹਾਸ ਚੋਂ ਖਾਰਜ ਨਹੀਂ ਕੀਤਾ ਜਾ ਸਕਦਾ। ਬਾਅਦ ਵਿੱਚ ਪਾਣੀਆਂ ਦੇ ਰਾਖੇ ਦੇ ਤੌਰ ਦੇ ਉੱਤੇ ਜਿੱਦਾਂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਕੈਪਟਨ ਅਮਰਿੰਦਰ ਨੂੰ ਵਿਚਾਰਿਆ ਗਿਆ ਜਾਂ ਇੱਦਾਂ ਪੇਸ਼ ਕੀਤਾ ਗਿਆ ਜਿੱਦਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਰੇ ਰੱਦ ਕੀਤੇ, ਭਾਵੇਂ ਉਹਦੇ ਵਿੱਚ ਵੀ ਕਾਨ ਰੱਖੀ ਗਈ। ਜਿੱਦਾਂ ਕੱਲ੍ਹ ਵੀ ਅਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਪਾਣੀ ਜਾ ਰਿਹਾ ਹਰਿਆਣੇ ਨੂੰ ਉਹ ਰੋਕਣ ਦੀ ਗੱਲ ਉਹਦੇ 'ਚ ਨਹੀਂ ਕੀਤੀ ਗਈ ਵੀ ਜਿਹੜਾ ਜਾ ਰਿਹਾ ਉਹ ਜਾਂਦਾ ਰਹੇ। ਬਾਅਦ ਵਿੱਚ ਪਾਣੀਆਂ ਦੇ ਰਾਖੇ ਦੇ ਤੌਰ ਦੇ ਉੱਤੇ ਜਿੱਦਾਂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਕੈਪਟਨ ਅਮਰਿੰਦਰ ਨੂੰ ਵਿਚਾਰਿਆ ਗਿਆ ਜਾਂ ਇੱਦਾਂ ਪੇਸ਼ ਕੀਤਾ ਗਿਆ ਜਿੱਦਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਰੇ ਰੱਦ ਕੀਤੇ, ਭਾਵੇਂ ਉਹਦੇ ਵਿੱਚ ਵੀ ਕਾਨ ਰੱਖੀ ਗਈ। ਜਿੱਦਾਂ ਕੱਲ੍ਹ ਵੀ ਅਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਪਾਣੀ ਜਾ ਰਿਹਾ ਹਰਿਆਣੇ ਨੂੰ ਉਹ ਰੋਕਣ ਦੀ ਗੱਲ ਉਹਦੇ 'ਚ ਨਹੀਂ ਕੀਤੀ ਗਈ, ਜਿਹੜਾ ਜਾ ਰਿਹਾ ਉਹ ਜਾਂਦਾ ਰਹੇ। ਦੇਖੋ, ਗੱਲ ਏਦਾਂ ਨਹੀਂ ਹੁੰਦੀ। ਮਤਲਬ ਕਦੇ ਵੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਲਕੀਰਾਂ ਖਿੱਚ ਕੇ ਜਿਹੜਾ ਚੱਲਣਾ ਕੋਈ ਬਹੁਤਾ ਵਾਜਬ ਰਸਤਾ ਨਹੀਂ ਹੁੰਦਾ। ਤੁਸੀਂ ਲਕੀਰ ਖਿੱਚ ਕੇ ਲੜ ਸਕਦੇ ਹੋ, ਉਹ ਜਿਹੜਾ ਤੁਹਾਡੇ ਰਾਜਸੀ ਮੁੱਦਿਆਂ ਦੇ ਉੱਤੇ ਵੱਖਰੀ ਰਾਏ ਵੀ ਹੋ ਸਕਦੀ ਹੈ। ਚੋਣਾਂ 'ਚ ਵੀ ਤੁਸੀਂ ਲਕੀਰ ਖਿੱਚ ਕੇ ਲੜ ਸਕਦੇ ਹੋ। ਜਦੋਂ ਤੁਹਾਡੇ ਸੂਬੇ ਦੇ ਹਿੱਤਾਂ ਦਾ ਮਾਮਲਾ ਹੋਵੇ ਤਾਂ 100 ਤਰ੍ਹਾਂ ਦੇ ਵਿਰੋਧ ਹੋਣ ਦੇ ਬਾਵਜੂਦ ਵੀ ਇੱਕ ਪੁਰਸਤਾ ਸਾਰੇ ਪੰਜਾਬ ਦੀ ਰਾਜਸੀ ਦੇ ਵਿਰੁੱਧ ਹੋਣੀ ਚਾਹੀਦੀ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ। ਪ੍ਰਾਈਮ ਟਾਈਮ ਸ਼ੋਅ ਦਾ ਹੋ ਗਿਆ ਜੀ ਸਮਾਂ। ਚੰਡੀਗੜ੍ਹ ਤੋਂ ਜੁੜ ਗਏ ਮੇਰੇ ਨਾਲ ਸੁਸ਼ੀਲ ਦਸਾਂਝ। ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਦਸਾਂਝ ਸਾਹਿਬ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ। ਤੇ TV ਪੰਜਾਬੀ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਉਡੀਕੀ ਜਾ ਰਹੀ ਸੀ ਬੜੀ ਮੀਟਿੰਗ ਦੋ ਮੁੱਖ ਮੰਤਰੀਆਂ ਦੀ। ਇੱਕ ਭਖਵਾ ਮੁੱਦਾ ਪੰਜਾਬ ਦਾ ਔਰ ਬੜਾ ਸੈਂਸਿਟਿਵ ਮੁੱਦਾ SYL ਦਾ, ਔਰ ਉਹਨੂੰ ਲੈ ਕੇ ਅੱਜ ਭਗਵੰਤ ਮਾਨ ਨਾਲ ਬਰੀਫਿੰਗ ਕੀਤੀ। ਕੱਲ੍ਹ ਅਸੀਂ ਥੋੜ੍ਹੇ ਜਿਹੇ ਖਦਸ਼ੇ ਪ੍ਰਗਟ ਕਰ ਰਹੇ ਸੀ ਕਿ ਭਗਵੰਤ ਮਾਨ ਨੇ ਸ਼ਾਇਦ ਕੁਝ ਇੱਕ ਐਕਸਪਰਟ ਦੇ ਨਾਲ ਜਾਂ ਜਿਹੜੇ ਹੋਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਲੀਗਲ ਇਸ ਚੀਜ਼ ਨੂੰ ਸਮਝਦੇ ਆ, ਉਹਨਾਂ ਨਾਲ ਮਸ਼ਵਰਾ ਨਹੀਂ ਕੀਤਾ ਹੋਏਗਾ। ਪਰ ਜਿਵੇਂ ਭਗਵੰਤ ਮਾਨ ਜੀ ਅੱਜ ਬੜੇ ਕੌਨਫੀਡੈਂਸ ਨਾਲ ਬਰੀਫਿੰਗ ਕਰਨ ਆਏ ਪ੍ਰੈਸ ਨੂੰ, ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਿਆਰੀ ਦੇ ਨਾਲ ਪੂਰੇ ਹੋਮਵਰਕ ਦੇ ਨਾਲ ਗਿਆ ਸੀ। ਉਹਨਾਂ ਨੇ ਨਾਂ ਤੇ ਨਹੀਂ ਲਏ, ਪਰ ਮੈਂ ਸਾਰੇ ਐਕਸਪਰਟਸ ਦੇ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਇਹਦੇ ਬਾਰੇ ਸਾਰੀ ਜਾਣਕਾਰੀ ਹਾਸਿਲ ਕੀਤੀ, ਤਕਨੀਕੀ ਪਹਿਲੂਆਂ 'ਤੇ ਵਿਚਾਰ ਕੀਤੀ, ਇਸ ਸੰਬੰਧ 'ਚ ਲਿਟਰੇਚਰ ਜਿਹੜਾ ਉਹਨੂੰ ਵੀ ਵਾਚਿਆ ਤੇ ਲੀਗਲ ਜਿਹੜੇ ਇਹਦੇ ਹੱਲ ਆ ਜਾਂ ਲੀਗਲ ਜਿਹੜੇ ਤਰੀਕੇਕਾਰ ਆ ਉਹ ਸਾਰਾ ਕੁਝ ਲੈ ਕੇ ਪੂਰੀ ਭਰਪੂਰ ਤਿਆਰੀ ਨਾਲ ਗਏ। ਤੇ ਅਸੀਂ ਜਿਹੜੇ ਸਾਡੇ ਹਮਰਤਬਾ ਖੱਟੜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ
ਆਪਾਂ ਮਿਲ ਕੇ ਚੱਲੀਏ ਸੈਂਟਰ ਗਵਰਨਮੈਂਟ ਕੋਲ, ਉਹਨਾਂ ਨੂੰ ਕਹਿੰਦੇ ਆ ਕਿ ਹਰਿਆਣੇ ਨੂੰ ਪਾਣੀ ਚਾਹੀਦਾ ਤੇ ਦਿਓ, ਕਿਸੇ ਹੋਰ ਸੋਰਸ ਦੇ ਦਿਓ, ਸਾਡੇ ਕੋਲ ਪਾਣੀ ਹੈ ਹੀ ਨਹੀਂ। ਸੋ ਜੋ ਕੁਝ ਉਹਨਾਂ ਕਿਹਾ ਉਹਦੇ ਨਾਲ ਕਿੰਨੀ ਕੁ ਤੁਹਾਨੂੰ ਲੱਗ ਰਿਹਾ ਕਿ ਸਹਿਮਤੀ ਆ? ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਜਾਂ ਕੁਝ ਕਿਤੇ ਕੋਈ ਕਮੀ ਨਜ਼ਰ ਆ ਰਹੀ ਹੈ, ਜਾਂ ਕਿਤੇ ਕੋਈ ਮਤਲਬ ਦਮਗਜੇ ਮਾਰਨ ਵਾਲੀ ਰਾਜਨੀਤੀ ਵੀ ਹੁੰਦੀ ਕਿ ਮੈਂ ਜਿਹੜਾ ਕਦੀ ਕਿਸੇ ਨਹੀਂ ਕੀਤਾ ਉਹ ਕਰਤਾ, ਇਹ ਗੱਲ ਲੱਗਦੀ ਆ? ਜਾਂ ਬੈਲੈਂਸਡ ਅਪਰੋਚ ਲੱਗਦੀ ਆ, ਜਾਂ ਕਿਤੇ ਕੋਈ ਵੀਕਨੈਸ ਲੱਗਦੀ ਆ? ਕਿਸ ਤਰ੍ਹਾਂ ਤੁਸੀਂ ਇਹਨੂੰ, ਪਹਿਲਾਂ ਤੁਹਾਡਾ ਜਿਹੜਾ ਪ੍ਰਤੀਕਰਨ ਉਹ ਮੈਂ ਜਾਣਨਾ ਚਾਹੁੰਦਾ। ਦੇਖੋ, ਰਾਜਸੀ ਤੌਰ ਤੇ ਜੇ ਦੇਖਣਾ ਹੋਵੇ ਤਾਂ ਲਾਜ਼ਮੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਸਟੈਂਡ ਹੈ ਉਹ ਕਾਫੀ ਹੱਦ ਤੱਕ ਐਪਰੀਸ਼ੀਏਬਲ ਮੰਨਿਆ ਜਾਏਗਾ, ਕਿਉਂਕਿ ਰਾਜਸੀ ਤੌਰ ਦੇ ਉੱਤੇ ਜੇ ਇਹਦੇ ਤੋਂ 1 ਇੰਚ ਵੀ ਇੱਧਰ ਉੱਧਰ ਹੁੰਦੇ, ਭਗਵੰਤ ਮਾਨ ਤਾਂ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ, ਵਿਰੋਧੀ ਸਿਆਸੀ ਪਾਰਟੀਆਂ, ਉਹਨਾਂ ਨੇ ਪੂਰੇ ਹੱਲੇ ਦੇ ਨਾਲ ਇਹਨਾਂ ਦੇ ਖਿਲਾਫ ਜਿਹੜਾ ਆ ਉਹ ਕਹਿ ਲਓ ਬੋਲਣਾ ਸੀਗਾ। ਭਾਵੇਂ ਹਾਲੇ ਵੀ ਉਹ ਬੋਲ ਰਹੇ ਨੇ, ਪਰ ਓਵਰਆਲ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ, ਜਿਹੜੀ ਗੱਲ ਉਹ ਪਹਿਲਾਂ ਕਹਿੰਦੇ ਸੀ ਉਹ ਗੱਲ ਵੀ ਉੱਥੇ ਦੁਹਰਾਈ ਗਈ। ਤੇ ਨਾਲ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਕੋਲ, ਨਰਿੰਦਰ ਮੋਦੀ ਕੋਲ ਜਾਣ ਦੀ ਜ਼ਰੂਰਤ ਹੈ ਤਾਂ ਜੋ ਜੇ ਹਰਿਆਣੇ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਕੀਤੀ ਜਾ ਸਕੇ। ਉਸ ਦੇ ਨਾਲ ਆਪਣੇ ਪੰਜਾਬ ਦੇ ਹਾਲਾਤ ਜਿਹੜੇ ਨੇ, ਪੰਜਾਬ ਦੀ ਪਾਣੀਆਂ ਬਾਰੇ ਜਿਹੜੀ ਸਥਿਤੀ ਹੈ ਉਹਨੂੰ ਬੜੀ ਸਪਸ਼ਟਤਾ ਦੇ ਨਾਲ ਭਗਵੰਤ ਮਾਨ ਹੋਰਾਂ ਨੇ ਉੱਥੇ ਰੱਖ ਦਿੱਤਾ। ਤੇ ਮੈਂ ਸਮਝਦਾ ਕਿ ਭਗਵੰਤ ਮਾਨ ਠੀਕ ਹੈ, ਗਏ ਸੀ ਮੀਟਿੰਗ ਦੇ ਵਿੱਚ, ਐਕਸਪਰਟ ਜਾਂ ਜਿਹੜੇ ਕਾਬਲ ਲੋਕ ਸੀ ਉਹਨਾਂ ਦੀ ਸਲਾਹ ਨਾਲ ਹੀ ਗਏ ਹੋਣਗੇ, ਜਿੱਦਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਜਾਂ ਜਿੱਦਾਂ ਉਹਨਾਂ ਨੇ ਕਿਹਾ, ਪਰ ਨਾਲ ਆਪਣੇ ਉੱਚ ਅਧਿਕਾਰੀਆਂ ਦੀ ਵੀ ਇੱਕ ਪੂਰੀ ਉਹ ਟੀਮ ਲੈ ਕੇ ਉੱਥੇ ਗਏ ਸੀ। ਸੋ ਪ੍ਰਭਾਵ ਪੰਜਾਬ ਦੇ ਵਿੱਚ ਤਾਂ ਇਸ ਗੱਲ ਦਾ ਚੰਗਾ ਗਿਆ ਕਿ ਜੋ ਉਹਨਾਂ ਨੇ ਕਿਹਾ ਉਹ ਉਹਨਾਂ ਨੇ ਉੱਥੇ ਜਿਹੜਾ ਆ ਉਸੇ ਢੰਗ ਦੇ ਨਾਲ ਰੱਖਿਆ। ਤੇ ਪਰ ਵਿਰੋਧੀ ਪਾਰਟੀਆਂ ਜਿਹੜੀਆਂ ਆ ਉਹ ਇਹਦੇ ਤੇ ਆਲ ਪਾਰਟੀ ਮੀਟਿੰਗ ਦੀ ਕਾਲ ਕਰ ਰਹੀਆਂ ਵੀ ਇਸ ਮਸਲੇ ਤੇ ਆਲ ਪਾਰਟੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ। ਤੇ ਭਗਵੰਤ ਮਾਨ ਹੋਰੀ ਇਹਦੇ ਤੇ ਇਹ ਕਹਿ ਰਹੇ ਆ ਕਿ ਇਹ ਜਿਹੜੀਆਂ ਪਾਰਟੀਆਂ ਆਲ ਪਾਰਟੀ ਮੀਟਿੰਗ ਦੀ ਮੰਗ ਕਰ ਰਹੀਆਂ, ਇਹਨਾਂ ਪਾਰਟੀਆਂ ਦੇ ਪੁਰਾਣੇ ਸਟੈਂਡ ਜਾਂ ਇਹਨਾਂ ਪਾਰਟੀਆਂ ਦੇ ਪਾਏ ਹੋਏ ਵਿਵਾਦ ਨੇ ਜਿਹਦੇ ਕਰਕੇ ਪਾਣੀਆਂ ਦਾ ਮੁੱਦਾ ਇਸ ਤੱਕ ਪਹੁੰਚਿਆ। ਆਲ ਪਾਰਟੀ ਮੀਟਿੰਗ ਦੀ ਜ਼ਰੂਰਤ ਕੀ ਹੈ? ਦਸਾਂਝ ਸਾਹਿਬ, ਉਹਨਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪੋਸਟਰ ਦਿਖਾਇਆ ਕਿ ਕਿਸ ਤਰੀਕੇ ਨਾਲ ਇਹ ਲੋਕ ਵੈਲਕਮ ਕਰਦੇ ਰਹੇ ਕਿ ਚਾਂਦੀ ਦੀ ਕਈ ਨਾਲ SYL ਦਾ ਟੱਪ ਲਾਇਆ ਜਾਏਗਾ, ਤੇ ਇਹੋ ਕੁਝ ਹੀ ਬਾਦਲ ਕਰਦੇ ਰਹੇ। ਉਹਨਾਂ ਨੇ ਕਿਹਾ ਕਿ ਦੋਨੇ ਧਿਰਾਂ ਜਿਹੜੀਆਂ ਅੱਜ ਆਮ ਸਾਨੂੰ ਕਹਿ ਰਹੀਆਂ ਨੇ ਕਿ ਆਮ ਰਾਏ ਬਣਾਓ ਤੇ ਸਰਬ ਪਾਰਟੀ ਮੀਟਿੰਗ ਸੱਦੋ। ਕਿਉਂ ਸੱਦੀ ਇਹਨਾਂ ਲੋਕਾਂ ਨੂੰ, ਜਿਹੜੇ ਲੋਕਾਂ ਨੂੰ ਪਹਿਲਾਂ ਹੀ ਲੋਕਾਂ ਨੇ, ਆਮ ਸਧਾਰਨ ਪਬਲਿਕ ਨੇ ਦਰਕਨਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਬੱਜਰ ਗਲਤੀਆਂ ਕੀਤੀਆਂ ਪੰਜਾਬ ਦੇ ਲਈ? ਦੇਖੋ, ਜਿੱਥੇ ਤੱਕ ਇਹ ਜਿਹੜਾ ਇਤਿਹਾਸ ਹੈ ਉਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਇਹ ਗੱਲ ਸੱਚੀ ਹੈ। ਸ਼੍ਰੀਮਤੀ ਇੰਦਰਾ ਗਾਂਧੀ ਨੇ ਜਦੋਂ ਕਪੂਰੀ 'ਚ ਟੱਕ ਲਾਇਆ ਤੇ ਕੈਪਟਨ ਅਮਰਿੰਦਰ ਉਦੋਂ ਮੌਜੂਦਾ MP ਹੁੰਦੇ ਸੀਗੇ ਤੇ ਪ੍ਰਧਾਨ ਮੰਤਰੀ ਸੀਗੀ ਸ਼੍ਰੀਮਤੀ ਇੰਦਰਾ ਗਾਂਧੀ, ਤੇ ਇਹ ਗੱਲ ਜਿਹੜੀ ਹੈ ਇਹਨੂੰ ਭੁਲਾਇਆ ਨਹੀਂ ਜਾ ਸਕਦਾ, ਇਹਨੂੰ ਇਤਿਹਾਸ ਤੋਂ ਖਾਰਜ ਨਹੀਂ ਕੀਤਾ ਜਾ ਸਕਦਾ। ਪਰ ਪਾਰਟੀਆਂ ਦੇ ਸਟੈਂਡ ਜਾਂ ਵਿਅਕਤੀਆਂ ਦੇ ਸਟੈਂਡ ਕਦੀ ਇੱਕੋ ਜਿਹੇ ਨਹੀਂ ਰਹਿੰਦੇ, ਬਦਲਦੇ ਵੀ ਰਹਿੰਦੇ ਆ। ਬਾਅਦ ਵਿੱਚ ਪਾਣੀਆਂ ਦੇ ਰਾਖੇ ਦੇ ਤੌਰ ਦੇ ਉੱਤੇ, ਜਿੱਦਾਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਕੈਪਟਨ ਅਮਰਿੰਦਰ ਨੂੰ ਵਿਚਾਰਿਆ ਗਿਆ ਜਾਂ ਏਦਾਂ ਪੇਸ਼ ਕੀਤਾ ਗਿਆ ਜਿੱਦਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜੇ ਸਮਝੌਤੇ ਸਾਰੇ ਰੱਦ ਕੀਤੇ, ਭਾਵੇਂ ਉਹਦੇ ਵਿੱਚ ਵੀ ਕਾਨ ਰੱਖੀ ਗਈ, ਜਿੱਦਾਂ ਕੱਲ ਵੀ ਅਸੀਂ ਜ਼ਿਕਰ ਕਰ ਰਹੇ ਸੀ ਵੀ ਜਿਹੜਾ ਪਾਣੀ ਜਾ ਰਿਹਾ ਹਰਿਆਣੇ ਨੂੰ ਉਹ ਰੋਕਣ ਦੀ ਗੱਲ ਉਹਦੇ 'ਚ ਨਹੀਂ ਕੀਤੀ ਗਈ, ਵੀ ਜਿਹੜਾ ਜਾ ਰਿਹਾ ਉਹ ਜਾਂਦਾ ਰਹੇ। ਪਰ ਹੁਣ ਵੀ ਭਗਵੰਤ ਮਾਨ ਦੇ ਮੀਟਿੰਗ ਤੋਂ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਭਾਵੇਂ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਆ, ਉਹਨਾਂ ਨੇ ਬੜੀ ਸਪਸ਼ਟ ਤੌਰ ਤੇ ਕਿਹਾ ਕਿ ਭਗਵੰਤ ਮਾਨ ਨੂੰ ਜਿਹੜਾ ਆ ਉਹ ਜ਼ਰੂਰ ਉੱਥੇ ਪੰਜਾਬ ਦਾ ਪੱਖ ਰੱਖਣਾ ਚਾਹੀਦਾ, ਪੰਜਾਬ ਦੇ ਪੱਖ ਤੋਂ ਟੱਸ-ਮੱਸ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਉਸੇ ਤਰ੍ਹਾਂ ਦਾ ਲਗਭਗ ਸਟੈਂਡ ਲਿਆ। ਸੋ ਮੈਂ ਇਹ ਸਮਝਿਆ ਕਿ ਕਾਂਗਰਸ ਪਾਰਟੀ ਜਾਂ ਕੋਈ ਵੀ ਵਿਅਕਤੀ ਜਾਂ ਕੋਈ ਵੀ ਹੋਰ ਪਾਰਟੀ ਜਾਂ ਕੋਈ ਵੀ ਦਾ ਲੀਡਰ ਜਿਹੜਾ ਆ ਉਹਦਾ 40 ਸਾਲ 45 ਸਾਲ ਪਹਿਲਾਂ ਲਿਆ ਸਟੈਂਡ ਉਹ ਸਮੇਂ ਦੇ ਮੁਤਾਬਕ ਬਦਲ ਵੀ ਸਕਦਾ ਹੈ, ਭਾਵੇਂ ਉਹਦੇ ਵਿੱਚ ਵੀ ਉਹਦੇ ਰਾਜਸੀ ਕਾਰਨ ਹੋ ਸਕਦੇ ਆ। ਏਦਾਂ ਸ਼੍ਰੋਮਣੀ ਅਕਾਲੀ ਦਲ ਇਹ ਦਾਅਵਾ ਹੁਣ ਕਰ ਰਿਹਾ ਹੈ ਕਿ ਜਿਹੜੀ ਜ਼ਮੀਨ ਸੀਗੀ ਨਹਿਰ ਵਾਸਤੇ ਕਿਸਾਨਾਂ ਦੀ ਲਈ ਗਈ, ਉਹਨੂੰ ਡੀਨੋਟੀਫਾਈ ਤਾਂ ਅਸੀਂ ਕੀਤਾ, ਕਿਸਾਨਾਂ ਦੀ ਜ਼ਮੀਨ ਤਾਂ ਜਿਹੜੀ ਅਸੀਂ ਵਾਪਸ ਕੀਤੀ ਆ ਸਾਰੀ, ਇਹ ਉਹਨਾਂ ਦਾ ਦਾਅਵਾ ਹੈ। ਤੇ ਦੂਜੀ ਗੱਲ ਇਹ ਹੈ ਕਿ ਪਾਕ ਸਾਫ਼ ਦਾਮਨ ਰੱਖਣ ਦਾ ਦਾਅਵਾ ਕਰਨ ਵਾਲੇ
ਕੋਈ ਵੀ ਵਿਅਕਤੀ ਨੂੰ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦਾ ਤੇ ਦੇਖ ਲੈਣਾ ਚਾਹੀਦਾ ਕਿ ਉਹਦੀ ਪਾਰਟੀ ਦੀ ਬਾਕੀ ਲੀਡਰਸ਼ਿਪ ਕੀ ਕਰ ਰਹੀ ਹੈ। ਮਤਲਬ ਹਰਿਆਣੇ ਦਾ ਇੰਚਾਰਜ ਚੋਣਾਂ ਵਿੱਚ ਬਣਾਇਆ ਗਿਆ ਸੁਸ਼ੀਲ ਕੁਮਾਰ ਗੁਪਤਾ ਨੂੰ, ਜਿਹੜਾ ਰਾਜ ਸਭਾ ਦਾ ਮੈਂਬਰ ਆ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ, ਤੇ ਉਹਨੇ ਠੋਕ ਵਜਾ ਕੇ ਦਾਅਵਾ ਕੀਤਾ ਕਿ ਹਰਿਆਣੇ ਦਾ ਹਿੱਸਾ ਜਿਹੜਾ ਪਾਣੀ ਦਾ ਉਹ ਪੰਜਾਬ ਦੇਵੇਗਾ, ਅਸੀਂ ਉਹ ਮਤਲਬ ਉਹ ਲਵਾਂਗੇ, ਹਰਿਆਣੇ ਲਈ ਲਵਾਂਗੇ, ਪੰਜਾਬ ਉਹ ਦੇਵੇਗਾ। ਤੇ ਅਰਵਿੰਦ ਕੇਜਰੀਵਾਲ ਨੇ ਵੀ ਇਸ ਮੁੱਦੇ ਦੇ ਉੱਤੇ ਕੋਈ ਸਪਸ਼ਟ ਸਟੈਂਡ ਨਹੀਂ ਲਿਆ ਹਾਲੇ ਤੱਕ। ਉਹਨੇ ਵੀ ਗੋਲ-ਮੋਲੀ ਗੱਲਾਂ ਕੀਤੀਆਂ, ਜਾਂ ਕਹਿ ਲਓ ਵੀ ਉਹ ਤਾਂ ਸੁਪਰੀਮ ਕੋਰਟ 'ਚ ਵੀ ਕੋਈ ਮਾਮਲਿਆਂ 'ਚ ਪੰਜਾਬ ਦੇ ਖਿਲਾਫ ਗਏ ਨੇ। ਸੋ ਕਿਸੇ ਹੋਰ ਨੂੰ ਕਟਹਿਰੀ 'ਚ ਖੜਾ ਕਰਨਾ ਸੌਖਾ ਬੜਾ ਹੁੰਦਾ, ਪਰ ਆਪਣੇ ਆਪ ਅੰਦਰ ਵੀ ਝਾਕਣਾ ਚਾਹੀਦਾ। ਦੂਜੀ ਗੱਲ ਇਹ ਹੈ ਵੀ ਇਹਦੇ 'ਚ ਨੁਕਸਾਨ ਕੀ ਹੈ। ਜੇ ਆਲ ਪਾਰਟੀ ਮੀਟਿੰਗ ਕਾਲ ਹੁੰਦੀ ਹੈ, ਆਲ ਪਾਰਟੀ ਮੀਟਿੰਗ ਦੇ ਵਿੱਚ ਸਾਰੀਆਂ ਪਾਰਟੀਆਂ ਆਪਣਾ ਆਪਣਾ ਪੱਖ ਰੱਖਣਗੀਆਂ, ਉਦੋਂ ਹੀ ਉਹ ਸਾਰੇ ਨੰਗੇ ਹੋ ਜਾਣਗੇ ਵੀ ਕੌਣ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਹੈ ਜਾਂ SYL ਦੇ ਖਿਲਾਫ ਹੈ ਜਾਂ ਹੱਕ ਦੇ ਵਿੱਚ ਹੈ। ਸਗੋਂ ਜ਼ਿਆਦਾ ਬਿਹਤਰ ਰਹੇਗਾ ਜੇ ਆਲ ਪਾਰਟੀ ਮੀਟਿੰਗ ਦੇ ਨਾਲ ਉਸ ਤੋਂ ਬਾਅਦ ਜਿਹੜਾ ਤਬਕਾ, ਕੋਈ ਇਸ ਕਿਸਮ ਦਾ ਤਬਕਾ ਹੈਗਾ, ਬੁੱਧੀਜੀਵੀ ਤਬਕਾ, ਜਿਹੜਾ ਇਸ ਮੁੱਦੇ ਦੇ ਉੱਤੇ ਬੜੀ ਸਪਸ਼ਟ ਰਾਏ ਰੱਖਦਾ, ਜਾਂ ਜਿਹੜੇ ਹੋਰ ਵੀ ਕੋਈ ਮਾਹਰ ਲੋਕ ਨੇ, ਉਹਨਾਂ ਨੂੰ ਮਿਲਣਾ ਚਾਹੀਦਾ। ਤੇ ਫਿਰ ਬਕਾਇਦਾ ਇੱਕ ਡੈਪੂਟੇਸ਼ਨ ਲੈ ਕੇ, ਜਿਹੜਾ ਪ੍ਰਧਾਨ ਮੰਤਰੀ ਨੂੰ ਮਿਲਣ ਦੀਆਂ ਗੱਲਾਂ ਹੋ ਰਹੀਆਂ ਵੀ ਪ੍ਰਧਾਨ ਮੰਤਰੀ ਕੋ ਮਨੋਹਰ ਲਾਲ ਖੱਟੜ ਤੇ ਭਗਵੰਤ ਮਾਨ ਇਕੱਲੇ ਜਾਣ, ਉਹ ਜਾਣ, ਆਪਣੇ ਤੌਰ ਤੇ ਇਕੱਲੇ ਵੀ ਜਾਣ, ਪਰ ਪੰਜਾਬ ਦਾ ਸਾਰੀ ਰਾਜਸੀ ਧਿਰ ਜਿਹੜੀ ਹੈ ਉਹ ਇੱਕ ਡੈਪੂਟੇਸ਼ਨ ਦੇ ਤੌਰ ਤੇ ਮਿਲੇ ਤਾਂ ਇੱਕ ਜ਼ਿਆਦਾ ਵੱਜਵਾਂ ਪ੍ਰਭਾਵ ਤਾਂ ਲਾਜ਼ਮੀ ਤੌਰ ਤੇ ਪੈਂਦਾ ਕਿ ਨਹੀਂ ਪੈਂਦਾ। ਸੋ ਇਸ ਕਰਕੇ ਮਤਲਬ ਆਪਣੀ ਆਪਣੀ ਰਾਜਨੀਤੀ ਜਿਹੜੀ ਰੱਖਣੀ, ਮੌਜੂਦਾ ਰਾਜਨੀਤੀ ਰੱਖਣੀ ਹੋਰ ਗੱਲ ਹੈ, ਪਰ ਪੰਜਾਬ ਦੇ ਪੱਖ ਦੇ ਵਿੱਚ ਜਾਂ SYL ਦੇ ਵਿਰੋਧ ਦੇ ਵਿੱਚ ਜੇ ਕੋਈ ਪੁਖਤਾ ਇੱਕ ਜਥੇਬੰਦਕ ਜਿਹੜਾ ਹੈ ਰਾਜਸੀ ਮੰਚ ਬਣਦਾ ਹੈ ਤਾਂ ਉਹਦਾ ਲਾਭ ਤਾਂ ਲਾਜ਼ਮੀ ਤੌਰ ਤੇ ਮਿਲੇਗਾ, ਉਹਦਾ ਨੁਕਸਾਨ ਕੋਈ ਨਹੀਂ। ਜੀ ਜੀ ਬਿਲਕੁਲ, ਆਪਾਂ ਸਮਝ ਸਕਦੇ ਹਾਂ ਕਿ ਜਿਹੜੀ ਕੇਂਦਰ ਦੀ ਸਰਕਾਰ ਉਹਦੇ ਨਾਲ ਸੰਬੰਧ ਸੁਖਾਵੇਂ ਨਾ ਹੋਣ ਦੇ ਕਾਰਨ, ਕੇਜਰੀਵਾਲ ਦੇ ਖਾਸ ਕਰਕੇ, ਤੇ ਪੰਜਾਬ ਨੂੰ ਇਸ ਮੁੱਦੇ ਦੇ ਉੱਤੇ ਵੀ ਕੋਈ ਨੁਕਸਾਨ ਹੋ ਸਕਦਾ। ਇਸ ਪੱਖ ਤੋਂ ਤੁਹਾਡੀ ਰਾਏ ਠੀਕ ਲੱਗਦੀ ਹੈ ਕਿਸੇ ਹੱਦ ਤੱਕ ਕਿ ਜੇ ਸਾਰਿਆਂ ਦੀ ਰਾਏ ਸ਼ਾਮਲ ਕਰ ਲਈ ਜਾਵੇ ਤੇ ਇਹਦੇ ਵਿੱਚ ਕੋਈ ਨੁਕਸਾਨ ਨਹੀਂ। ਪਰ ਜਿਸ ਤਰੀਕੇ ਨਾਲ ਦਸਾਂਝ ਸਾਹਿਬ ਇਹ ਘਾਗ ਸਿਆਸਤਦਾਨ ਪਲਟਬਾਜ਼ੀਆਂ ਮਾਰਦੇ ਨੇ ਜਿਨ੍ਹਾਂ ਦਾ ਕੋਈ ਅਸੂਲ ਹੀ ਨਹੀਂ ਆ, ਤੇ ਜਿਹੜੇ ਲੋਕ ਆਪਣੇ ਵੱਡੇ ਲੀਡਰਾਂ ਦੀ ਹਾਂ 'ਚ ਹਾਂ ਮਿਲਾ ਕੇ ਕਦੀ ਕੁਝ ਬੋਲਦੇ ਰਹੇ, ਕਦੀ ਕੁਝ ਦਿੱਲੀ ਜਾ ਕੇ ਕੁਝ ਹੋਰ, ਪੰਜਾਬ ਆ ਕੇ ਕੁਝ ਹੋਰ, ਹਰਿਆਣੇ ਜਾ ਕੇ ਕੁਝ ਹੋਰ, ਜੋ ਕੁਝ ਹੁਣ ਇਹ ਵੀ ਕਰ ਰਹੇ ਆਮ ਆਦਮੀ ਵਾਲੇ ਵੀ ਜਿਵੇਂ ਤੁਸੀਂ ਕਿਹਾ, ਤੇ ਇਹਦੇ ਵਿੱਚ ਕਿਰਦਾਰ ਤੇ ਉਹਨਾਂ ਦੇ ਪਹਿਲਾਂ ਹੀ ਨੰਗੇ ਆ। ਮੇਰੇ ਖਿਆਲ 'ਚ ਮੈਨੂੰ ਵੀ ਐਂ ਲੱਗਦਾ ਹੈ ਕਿਤੇ ਨਾ ਕਿਤੇ ਕਿ ਉਹਨਾਂ ਨੂੰ ਬਹੁਤੀ ਅਹਿਮੀਅਤ ਦੇਣ ਦਾ ਕੋਈ ਮਤਲਬ ਨਹੀਂ ਆ। ਇਹ ਆਪਣੇ ਬਲਬੂਤੇ ਕਰਕੇ ਦਿਖਾਉਣ ਕਿ ਅਸੀਂ ਆਹ ਸਾਨੂੰ ਹੁਣ ਲੋਕਾਂ ਨੇ ਇੰਨਾ ਵੱਡਾ ਮੈਂਡੇਟ ਦਿੱਤਾ, ਉਹਨਾਂ ਨੂੰ ਤੇ ਅਸੀਂ ਰੱਦ ਕਰ ਚੁੱਕੇ ਹਾਂ ਪੰਜਾਬੀ, ਕਿ ਤੁਸੀਂ ਭਾਈ ਪੰਜਾਬ ਦੇ ਹਿੱਤ ਵਿੱਚ ਆ ਤੇ ਅਸੀਂ ਤੁਹਾਡੇ ਨਾਲ ਨਹੀਂ। ਤੇ ਫਿਰ ਉਹਨਾਂ ਦੀ ਜਿਹੜੇ 2.5 ਟੋਟਰੂ ਰਹਿ ਗਏ ਆ ਦੋ, ਉਹਨਾਂ ਦੀ ਰਾਏ ਬਹੁਤੀ ਅਹਿਮੀਅਤ ਵੀ ਨਹੀਂ ਰੱਖਦੀ ਮੇਰੇ ਹਿਸਾਬ ਨਾਲ। ਮੇਰੇ ਖਿਆਲ 'ਚ ਕਿ ਇਹ ਕੋਈ ਨਵੀਂ ਪੈੜ ਪਾਉਂਦੇ ਆ ਤੇ ਆਪਣੇ ਸਿਰ ਕਰਦੇ ਆ, ਤੇ ਉਹਦਾ ਕ੍ਰੈਡਿਟ ਵੀ ਉਹਨਾਂ ਨੂੰ ਮਿਲਣਾ ਚਾਹੀਦਾ। ਇਹ ਕ੍ਰੈਡਿਟ ਲੈਣ ਨੂੰ ਅੱਜ ਵੀ ਸੁਖਬੀਰ ਬਾਦਲ ਵੀ ਅੱਗੇ ਆ ਸਕਦੇ ਆ, ਦੂਜੇ ਲੋਕ ਅੱਗੇ ਆ ਸਕਦੇ। ਠੀਕ ਹੈ, ਡੀ ਨੋਟੀਫਾਈ ਕੀਤੀ ਹੈ ਜ਼ਮੀਨ ਜਾਣ ਲੱਗਿਆ, ਪਰ ਉਹ ਵੀ ਜਿਸ ਤਰੀਕੇ ਨਾਲ ਇਹਨਾਂ ਕਾਲੀ ਕੀਤਾ ਸੀ, ਪਟਵਾਰੀਆਂ ਨੂੰ ਸੱਦਿਆ ਗਿਆ, ਕੀਤਾ ਗਿਆ, ਮੈਂ ਸਮਝਦਾ ਇੱਕ ਚੰਗਾ ਕਦਮ ਸੀ ਲੋਕਾਂ। ਉਹ ਵੀ ਕਿਉਂਕਿ ਇਲੈਕਸ਼ਨ ਦੇ ਐਨ ਬਹਾਨੇ ਤੇ ਖੜੇ ਸੀ ਉਦੋਂ, ਤੁਹਾਨੂੰ ਯਾਦ ਹੋਣਾ ਕਿ ਇਲੈਕਸ਼ਨ ਡਿਕਲੇਅਰ ਹੋਣ ਵਾਲੀ ਸੀ, ਤੇ ਆਪਣਾ ਪੋਲੀਟੀਕਲ ਮਾਈਲੇਜ ਵਾਸਤੇ ਹੀ ਸਾਰਾ ਕੁਝ ਕੀਤਾ ਸੀਗਾ। ਉਹ ਠੀਕ ਹੈ, ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਸੀ ਕੀਤਾ ਉਸ ਦੇ ਬਾਵਜੂਦ ਵੀ। ਇਸੇ ਤਰ੍ਹਾਂ ਹੀ ਕਾਂਗਰਸੀਆਂ ਨੇ ਕਿੰਨੀਆਂ ਪਲਟਬਾਜ਼ੀਆਂ ਮਾਰੀਆਂ, ਹੁਣ ਤੱਕ ਕੋਈ ਦਾਅਵੇ ਨਾਲ ਕਹਿ ਸਕਦਾ ਕਾਂਗਰਸੀ ਕਿ ਇਹਨਾਂ ਹਾਂ ਦਾ ਨਾਰਾ ਮਾਰਿਆ ਸੀ। ਦਰਬਾਰਾ ਸਿੰਘ ਕੋ ਜਿਹੜੇ ਸਮੇਂ ਸੁਪਰੀਮ ਕੋਰਟ ਕੋ ਕੇਸ ਵਾਪਸ ਕਰਵਾਇਆ ਇੰਦਰਾ ਗਾਂਧੀ ਨੇ, ਉਦੋਂ ਸਿਆਸਤ ਵਿੱਚ ਅੱਜ ਜਿਹੜੇ ਮੌਜੂਦਾ ਲੀਡਰ ਨੇ, ਪ੍ਰਤਾਪ ਬਾਜਵਾ ਉਹ ਵੀ ਸੀ, ਹੋਰ ਵੀ ਸਾਰੇ ਲੀਡਰ ਉਦੋਂ ਬੈਠੇ ਸੀ, ਉਹਨਾਂ ਦਾ ਰੱਦੇ ਅਮਲ ਕੀ ਸੀ। ਇਹ ਜ਼ਰੂਰੀ ਤਾਂ ਨਹੀਂ ਵੀ 10 ਸਾਲ ਪਹਿਲਾਂ ਉਹ ਪੰਜਾਬ ਨਾਲ ਗਦਾਰੀ ਕਰਦੇ ਰਹੇ ਹੋਣ ਤੇ ਹੁਣ ਪੰਜਾਬ ਦੇ ਹਿਤੈਸ਼ੀ ਬਣ ਕੇ ਸਾਹਮਣੇ ਆਉਣ। ਮੇਰੇ ਖਿਆਲ 'ਚ ਤੇ ਭਗਵੰਤ ਮਾਨ ਦਾ ਠੀਕ ਕੀਤਾ, ਉਹਨਾਂ ਨੂੰ ਲੋਕਾਂ ਨੇ ਪਹਿਲਾਂ ਹੀ ਕਿਨਾਰਾ ਕਰ ਛੱਡਿਆ ਉਹਨਾਂ ਤੋਂ, ਤੇ ਹੁਣ ਇਹਨਾਂ ਨੂੰ ਆਪਣੇ ਬਲਬੂਤੇ ਕੁਝ ਕਰ ਸਕਦੇ ਕਰਕੇ ਦਿਖਾਉਣ, ਨਹੀਂ ਤਾਂ ਫਿਰ ਇਹਨਾਂ ਦਾ ਅਸਰ ਵੀ ਉਹੀ ਹੋਏਗਾ ਜੋ ਅਕਾਲੀਆਂ ਦਾ ਹੋਇਆ। ਦੇਖੋ ਗੱਲ ਇਦਾਂ ਨਹੀਂ ਹੁੰਦੀ, ਮਤਲਬ ਕਦੇ ਵੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਲਕੀਰਾਂ ਖਿੱਚ ਕੇ ਜਿਹੜਾ ਚੱਲਣਾ ਕੋਈ ਬਹੁਤਾ ਵਾਜਬ ਰਸਤਾ ਨਹੀਂ ਹੁੰਦਾ। ਤੁਸੀਂ ਲਕੀਰ ਖਿੱਚ ਕੇ ਲੜ ਸਕਦੇ ਹੋ, ਉਹ ਜਿਹੜਾ ਤੁਹਾਡੇ ਰਾਜਸੀ ਮੁੱਦਿਆਂ ਦੇ ਉੱਤੇ ਵੱਖਰੀ ਰਾਏ ਵੀ ਹੋ ਸਕਦੀ ਹੈ, ਚੋਣਾਂ 'ਚ ਵੀ ਤੁਸੀਂ ਲਕੀਰ ਖਿੱਚ ਕੇ ਲੜ ਸਕਦੇ ਹੋ। ਜਦੋਂ ਤੁਹਾਡੇ ਸੂਬੇ ਦੇ ਹਿੱਤਾਂ ਦਾ ਮਾਮਲਾ ਹੋਵੇ ਤਾਂ 100 ਤਰ੍ਹਾਂ ਦੇ ਵਿਰੋਧ ਹੋਣ ਦੇ ਬਾਵਜੂਦ ਵੀ ਇੱਕ ਮੁਰਤਾ ਸਾਰੇ ਪੰਜਾਬ ਦੀ ਰਾਜਸੀ ਧਿਰ ਨੂੰ ਦਿਖਾਉਣੀ ਚਾਹੀਦੀ ਹੈ। ਇਹਦਾ ਇੱਕ ਪੋਜ਼ਿਟਿਵ ਜਿਹੜਾ ਹੈ ਲਾਜ਼ਮੀ ਤੌਰ ਤੇ ਤੁਹਾਨੂੰ ਲੱਗਦਾ ਹੈ ਕਿ ਪਠਾਨਕੋਟ ਤੋਂ ਚੁਣ ਕੇ ਆਏ ਬੀਜੇਪੀ ਦੇ MLA ਸਾਹਿਬ ਜਿਹੜੇ ਸਾਬਕਾ ਪ੍ਰਧਾਨ ਵੀ ਨੇ, ਮੇਰੇ ਖਿਆਲ ਅੱਜ ਵੀ ਉਹੀ ਨੇ, ਉਹ ਪੰਜਾਬ ਪ੍ਰਤੀ ਇਹੋ ਜਿਹੀ ਇੱਕ ਮੁਰਤਾ ਦਿਖਾਉਣਗੇ? ਜਦੋਂ ਪੰਜਾਬ ਬਾਰੇ ਗੱਲ ਚੱਲਦੀ ਹੈ ਉਹ ਵਾਕਆਊਟ ਕਰਕੇ ਬਾਹਰ ਚਲ ਜਾਂਦੇ ਆ।
ਇਸ ਮੁੱਦੇ ਤੇ ਅਸ਼ਵਨੀ ਸ਼ਰਮਾ ਦਾ ਬਿਆਨ ਆਇਆ। ਉਹਨਾਂ ਨੇ ਪੰਜਾਬ ਦੇ ਪੱਖ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈ, ਪੰਜਾਬ ਪਾਣੀ ਨਹੀਂ ਦੇ ਸਕਦਾ। ਅਸ਼ਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੈ। ਇਨ ਪ੍ਰੈਕਟਿਸ ਜਾਂ ਪ੍ਰੈਕਟੀਕਲੀ ਦਾ ਆਪਾਂ ਨੂੰ ਪਤਾ ਭਾਰਤੀ ਜਨਤਾ ਪਾਰਟੀ ਦੀ ਕੀ ਕਿਸ ਦੇ ਮਤਲਬ ਨੀਤੀ ਰਹੀ ਹੈ ਜਾਂ ਹੁਣ ਵੀ ਕੀ ਨੀਤੀ ਹੈ। ਪਰ ਪੰਜਾਬ ਆਪਣੇ ਕੈਪਟਨ ਅਮਰਿੰਦਰ ਪਹਿਲਾਂ, ਫਿਰ ਹੁਣ ਅਸ਼ਵਨੀ ਸ਼ਰਮਾ ਦਾ ਭਾਰਤੀ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਇਹ ਕਹਿਣਾ ਕਿ SYL ਜਿਹੜੀ ਆ ਉਹ ਨਹੀਂ ਬਣਨੀ ਚਾਹੀਦੀ, ਉਹ ਪੰਜਾਬ ਦੇ ਪੱਖ ਦੀ ਗੱਲ ਕਰਦੇ ਦਿਖਾਈ ਦੇ ਰਹੇ। ਇਨ ਪ੍ਰੈਕਟਿਸ ਕੀ ਆ ਵੱਖਰੀ ਗੱਲ ਹੈ, ਪਰ ਇਹੀ ਲੋਕ BJP ਦੇ ਲੋਕ ਜੇ ਸਾਂਝੇ ਡੈਪੂਟੇਸ਼ਨ 'ਚ ਜਾਣਗੇ ਤੇ ਅਕਾਲੀ ਜਾਣਗੇ, ਕਾਂਗਰਸੀ ਜਾਣਗੇ, ਇੱਕ ਮੈਂ ਤਾਂ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਇੱਕ ਸਾਂਝਾ ਡਾਕੂਮੈਂਟ ਵੀ ਜਿਹੜਾ ਤਿਆਰ ਕਰ ਲੈਣਾ ਚਾਹੀਦਾ ਸਾਰਿਆਂ ਦੀ ਸਹਿਮਤੀ ਨਾਲ ਇਸ ਮੁੱਦੇ ਦੇ ਉੱਤੇ। ਜੋ ਲੈ ਕੇ ਜਾਣਗੇ ਤਾਂ ਉਹਦਾ ਅਸਰ ਪਏਗਾ ਕਿ ਨਹੀਂ ਪਏਗਾ। ਮਤਲਬ ਜੇ ਤੁਸੀਂ ਮਤਲਬ ਉੱਦਾਂ ਤੁਸੀਂ ਇੱਕ ਦੂਜੇ ਦੇ ਖਿਲਾਫ ਲੜੋ, ਚੋਣਾਂ ਲੜੋ, ਪੰਚਾਇਤ ਚੋਣਾਂ ਲੜੋ, ਵਿਧਾਨ ਸਭਾ ਚੋਣਾਂ ਲੜੋ, ਲੋਕ ਸਭਾ ਚੋਣਾਂ ਲੜੋ, ਜੋ ਕਰਨਾ ਕਰੋ, ਪਰ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ, ਪੰਜਾਬ ਨਾਲ ਜੁੜੇ ਮੁੱਦਿਆਂ ਦੇ ਉੱਤੇ ਜੇ ਸਾਂਝੀ ਸਹਿਮਤੀ ਦੇ ਨਾਲ ਕੋਈ ਰਾਏ ਬਣਦੀ ਹੈ ਤਾਂ ਉਹਦਾ ਇੱਕ ਅਸਰ ਕੇਵਲ ਦੇਸ਼ ਦੇ ਜਿਹੜੇ ਸਰਕਾਰ ਹੈ ਉਹਦੇ ਤੇ ਨਹੀਂ, ਦੇਸ਼ ਦੀ ਆਮ ਜਨਤਾ ਤੇ ਵੀ ਪਏਗਾ। ਵੀ ਘੱਟੋ ਘੱਟ ਇੱਕ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਸਾਰੀਆਂ ਰਾਜਸੀ ਧਿਰਾਂ ਬਾਕੀ ਸਾਰੇ ਵਿਰੋਧ ਛੱਡ ਕੇ ਤਾਂ ਇੱਕ ਹੈਗੀਆਂ ਕਿ ਨਹੀਂ ਹੈਗੀਆਂ, ਇਹਨੂੰ ਇਸ ਢੰਗ ਨਾਲ ਲੈਣ ਦੀ ਜ਼ਰੂਰਤ ਹੈ। ਬਾਕੀ ਤਾਂ ਰਾਜਸੀ ਕਿਰਦਾਰਾਂ ਬਾਰੇ ਆਪਾਂ ਨੂੰ ਪਤਾ ਹੈ ਵੀ ਰਾਜਸੀ ਕਿਰਦਾਰ ਤਾਂ ਹੁਣ ਆਪਾਂ ਹੁਣੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਕਰਕੇ ਹਟੇ ਹਾਂ। ਇਹਦੀ ਵੀ ਕੀ ਗਰੰਟੀ ਆ ਵੀ ਹਾਂ ਵੀ ਆ ਜਿਹੜਾ ਹੁਣ ਕਹਿ ਲਓ ਵੀ ਚੋਣਾਂ ਸਿਰ ਦੇ ਉੱਤੇ ਹੈਗੀਆਂ 2024 ਦੀਆਂ, ਵੀ ਸ਼ਾਇਦ ਇਸ ਕਰਕੇ ਸਟੈਂਡ ਜਿਹੜਾ ਗੋਲ ਲੈਣਾ ਪਿਆ ਅਰਵਿੰਦ ਕੇਜਰੀਵਾਲ ਨੂੰ ਜਾਂ ਹਰਿਆਣੇ ਦੀਆਂ ਚੋਣਾਂ ਕਰਕੇ। ਹਰਿਆਣੇ ਦੀਆਂ ਚੋਣਾਂ ਆ ਗਈਆਂ, ਦਿੱਲੀ ਚੋਣ ਤਾਂ ਆਦਮਪੁਰ ਸਿਰ ਤੇ ਖੜੀ ਹੈ। ਤੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹਰਿਆਣੇ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਅਕਾਲੀ, BJP ਵਾਲੇ ਤੇ ਕਾਂਗਰਸ ਵਾਲੇ ਆਪਣਾ ਸਟੈਂਡ ਸਪਸ਼ਟ ਕਰਨ, ਯਾਨੀ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਉਹਨੇ। ਇਸ ਕਰਕੇ ਕਿਸੇ ਤੇ ਵੀ ਕੋਈ ਤੁਸੀਂ ਏਦਾਂ ਵਿਸ਼ਵਾਸ ਕਰਕੇ ਵੀ ਹਾਂ ਵੀ ਇਹ ਬੜੇ ਖਰੇ ਆ ਜੀ, ਇਹ ਖਰੇ ਹੀ ਸਿੱਧ ਹੋਣਗੇ, ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਇਸ ਕਰਕੇ ਮੇਰਾ ਮੰਨਣਾ ਇਹ ਹੈ ਕਿ ਪਾਰਟੀਆਂ ਦੇ, ਦੂਜੀ ਗੱਲ ਭਗਵੰਤ ਮਾਨ ਦਾ ਜਿਹੜਾ ਉਸ ਮੀਟਿੰਗ ਦੇ ਵਿੱਚ ਵੀ ਜੋ ਉਹਨਾਂ ਨੇ ਤੱਥ ਰੱਖਿਆ ਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹ ਨੋਟ ਕਰਨ ਵਾਲਾ। ਉਹਨਾਂ ਨੇ ਕਿਹਾ ਕਿ 41 ਸਾਲ ਪਹਿਲਾਂ ਜਿਹੜਾ ਇਹ ਸਮਝੌਤਾ ਹੋਇਆ ਸੀ ਉਦੋਂ ਪੰਜਾਬ ਦੇ ਕੋਲ ਪਾਣੀ ਸੀ 16.4 ਜਿਹੜਾ ਹੁਣ 12 ਦੇ ਕਰੀਬ, ਹਾਂਜੀ, ਜਿਹੜਾ ਹੁਣ 12 ਦੇ ਕਰੀਬ। ਇਹਦਾ ਮਤਲਬ ਉਹ ਇਸ ਗੱਲ ਨੂੰ ਮੰਨ ਗਏ ਵੀ ਉਦੋਂ ਉਸ ਸਮਝੌਤੇ ਦੇ ਮੁਤਾਬਕ ਉਦੋਂ ਪਾਣੀ ਦਿੱਤਾ ਜਾ ਸਕਦਾ ਸੀ ਹਰਿਆਣੇ ਨੂੰ। ਇਹ ਤਾਂ ਕੈਪਟਨ ਅਮਰਿੰਦਰ ਨੇ ਕੋਈ ਗਲਤ ਨਹੀਂ ਕੀਤਾ। ਜੇ ਭਗਵੰਤ ਮਾਨ ਇਹ ਤੱਥ ਉਭਾਰਦੇ ਆ ਵੀ 41 ਸਾਲ ਪਹਿਲਾਂ ਪੰਜਾਬ ਕੋਲ ਇੰਨਾ ਪਾਣੀ ਸੀ, ਤੇ ਇਹਦਾ ਮਤਲਬ ਉਹ ਮੰਨਦੇ ਆ। ਨਹੀਂ 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 ਨਹੀਂ, ਇਹ ਤੁਸੀਂ ਗਲਤ ਪੜ੍ਹ ਰਹੇ ਹੋ, ਇਦਾਂ ਨਹੀਂ ਕਿਹਾ ਨਾ। ਉਹਨਾਂ ਇਹ ਕਿਹਾ ਕਿ ਜਿਹੜੇ ਵੀ ਕੋਈ ਵਾਟਰ ਦੇ ਸਮਝੌਤੇ ਵਰਲਡ ਵਾਈਡ ਹੁੰਦੇ ਆ ਉਹਨਾਂ ਨੂੰ 25 ਸਾਲਾਂ ਬਾਅਦ ਰਿਵਿਊ ਕੀਤਾ ਜਾਂਦਾ ਆ ਕਿ ਕੀ ਹੁਣ ਵੀ ਉਸ ਤਰ੍ਹਾਂ ਦਾ ਹੀ ਮਾਹੌਲ ਆ, ਉਨਾ ਹੀ ਪਾਣੀ ਆ ਰਿਹਾ, ਵਾਤਾਵਰਨ ਦਾ ਕੀ ਅਸਰ ਹੋਇਆ, ਪਾਣੀ ਵਧਿਆ ਘਟਿਆ, ਕੀ ਹੋਇਆ। ਉਹਨਾਂ ਨੇ ਇੱਕ ਅੰਕੜੇ ਜ਼ਰੂਰ ਪੇਸ਼ ਕੀਤੇ ਕਿ ਜਦੋਂ ਇਹ 41 ਸਾਲ ਪਹਿਲਾਂ ਸਮਝੌਤਾ ਹੋਇਆ ਉਦੋਂ ਪਾਣੀ ਇਹ ਸੀ। ਉਹਨਾਂ ਹਰਗਿਜ਼ ਇਹ ਨਹੀਂ ਕਿਹਾ ਵੀ ਪਾਣੀ ਦਿੱਤਾ ਜਾ ਸਕਦਾ ਸੀਗਾ। ਇਹ ਤੇ ਉਹ ਗੱਲ ਹੋ ਗਈ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਰੰਗਾਬਾਦ ਤੇ ਮੇਰੇ ਟੀਚਰ ਕਹਿੰਦੇ ਕਿ ਪੰਜਾਬ ਤੇ ਸੇਮ 'ਚ ਡੁੱਬਿਆ ਪਿਆ ਤੇ ਤੁਸੀਂ ਪਾਣੀ ਨਹੀਂ ਦੇ ਰਹੇ ਹਰਿਆਣੇ ਨੂੰ। ਇੱਕ ਗਲਤ ਧਾਰਨਾ ਫਿਕਸ ਹੋ ਰਹੀ ਆ, ਤੁਸੀਂ ਵੀ ਗਲਤ ਕਹਿ ਰਹੇ ਹੋ। ਏਦਾਂ ਉਹਨਾਂ ਬਿਲਕੁਲ ਨਹੀਂ ਕਿਹਾ। ਏਦਾਂ ਨਹੀਂ ਗੱਲ ਹੁੰਦੀ। ਜੇ ਕਹਿੰਦੇ 25 ਸਾਲਾਂ ਬਾਅਦ ਰਿਵਿਊ ਹੋਣਾ ਚਾਹੀਦਾ, ਇਹ ਗੱਲ ਦਰੁਸਤ ਹੈ ਬਿਲਕੁਲ ਵੀ 41 ਸਾਲ ਪਹਿਲਾਂ ਜਿਹੜੇ ਸਮਝੌਤੇ ਹੋਏ ਆ ਉਹ ਅੱਜ ਜੇ ਉਸ ਸਮਝੌਤੇ ਨੂੰ ਇਨਵੈਂਟ ਜਾਣਨਾ ਉਹ ਮੂਰਖਤਾਪੂਰਨ ਕਦਮ ਹੋਏਗਾ। ਰਿਵਿਊ ਕਰਨਾ ਚਾਹੀਦਾ, ਪਾਣੀ ਕਿੱਦਾਂ ਇਹਦਾ ਵੀ ਪਤਾ ਕਰਨਾ ਚਾਹੀਦਾ। ਪਰ ਇਹ ਕਹਿਣਾ ਵੀ ਉਦੋਂ ਇੰਨਾ ਸੀ ਪਾਣੀ, ਉਹ ਜ਼ਰੂਰੀ ਨਹੀਂ ਹੁੰਦਾ ਕਿ ਦੂਜੀ ਲਾਈਨ ਵੀ ਬੋਲੀ ਜਾਏ ਵੀ ਉਦੋਂ ਇੰਨਾ ਸੀ ਪਾਣੀ। ਨਹੀਂ, ਮੰਨ ਲਓ ਜਦੋਂ ਪੰਜਾਬ 'ਚ ਪਾਣੀ ਸਰਪਲਸ ਸੀ, ਮੰਨ ਲਿਆ ਜਾਵੇ ਕਿ ਆਪਣੀਆਂ ਲੋੜਾਂ ਤੋਂ ਵੱਧ ਸੀ, ਤੇ ਜੇ ਹਰਿਆਣੇ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਹਿੰਦੁਸਤਾਨ ਦੇ ਹਿੱਸੇ 'ਚ ਦਿੱਤਾ ਜਾਵੇ ਤੇ ਫਿਰ ਉਹ 'ਚ ਹਰਜ ਵੀ ਕੀ ਸੀ? ਮੈਨੂੰ ਇਹ ਦੱਸੋ। ਜੇ ਆਪਾਂ ਬਿਲਕੁਲ ਲਕੀਰ ਨਾ ਖਿੱਚੀਏ ਇਸ ਗੱਲ ਦੀ ਵੀ ਕਿ ਅਸੀਂ ਦੇਣਾ ਹੀ ਨਹੀਂ ਜੀ, ਪਾਣੀ ਦੇਣਾ ਹੀ ਨਹੀਂ ਹਰਿਆਣੇ ਨੂੰ, ਕਿਉਂ ਦੇਣਾ, ਕਿਉਂ ਨਹੀਂ ਦੇਣਾ? ਜੇ ਸਾਡੇ ਕੋਲ ਸਰਪਲਸ ਪਾਣੀ ਹੋਵੇ, ਸਾਡੇ ਇਲਾਕੇ 'ਚ ਸੇਮ ਪੈਰੀ ਹੋਵੇ, ਅਸੀਂ ਉਹ ਪਾਣੀ ਦੇ ਫਲੱਡ ਤੇ ਡੁੱਬਦੇ ਹੋਈਏ, ਤੇ ਜੇ ਉਹਦਾ ਯੋਗ ਪ੍ਰਬੰਧ ਹੋ ਜਾਏ ਤੇ ਕਿਉਂ ਨਹੀਂ ਕਰਨਾ ਚਾਹੀਦਾ? ਮੈਨੂੰ ਇਹ ਵੀ ਦੱਸੋ ਤੁਸੀਂ। ਕੱਲੀ ਇੱਕ ਸਿਆਸਤ ਨਹੀਂ, ਇਹ ਵੀ ਸਿਆਸਤ ਹੈ, ਇਹ ਵੀ ਸਿਆਸਤ ਹੈ। ਮੈਂ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ। ਮੈਂ ਤਾਂ ਇੱਕ ਮੰਨ ਕੇ ਚੱਲਦਾ ਵੀ ਜੇ ਸਾਡੇ ਕੋਲ ਸਰਪਲਸ ਹੈ ਤਾਂ ਅਗੇਂਸਟ ਕੀ ਹਟ ਗਿਆ। ਇਹੀ ਗੱਲ ਭਗਵੰਤ ਮਾਨ ਨੇ ਕਹੀ ਆ ਵੀ ਸਾਡੇ ਕੋਲ ਇੰਨਾ। ਜੇ ਭਗਵੰਤ ਮਾਨ ਕਹਿ ਦਿੱਤੀ ਤੇ ਉਹਨਾਂ ਦੀ ਰਾਜਨੀਤੀ ਦੇ ਉੱਤੇ ਕਿੰਤੂ ਨਹੀਂ ਕਰ ਸਕਦੇ ਆਪਾਂ ਇਸ ਗੱਲ ਤੇ। ਕੱਲਾ ਵਿਰੋਧ ਕਰਨ ਲਈ ਵਿਰੋਧ ਨਾ ਕਰੀਏ, ਜਿਹੜੀ ਗੱਲ ਸਹੀ ਉੱਤੇ ਸਹੀ ਕਰੀਏ ਨਾ। ਵਿਰੋਧ ਕੌਣ ਕਰ ਰਿਹਾ? ਮੈਂ ਵਿਰੋਧ ਨਹੀਂ ਕਰ ਰਿਹਾ। ਤੁਸੀਂ ਮੇਰੀ ਮੈਂ ਕਹਿੰਦਾ ਸਹੀ ਸਟੈਂਡ ਲਿਆਵਾਂਗੇ, ਪਰ ਨਾਲ ਦੀ ਨਾਲ ਇਹ ਕਹਿਣਾ ਵੀ ਉਹ ਸਮਝੌਤਾ ਜਿਹੜਾ 40 ਸਾਲ ਪਹਿਲਾਂ ਹੋਇਆ ਉਦੋਂ ਇੰਨਾ ਪਾਣੀ ਸੀ ਸਾਡੇ ਕੋਲ, ਉਹ ਇੱਕ ਕਿਸਮ ਦਾ ਪ੍ਰੋੜਤਾ ਕਰਨਾ ਹੀ ਹੈ।
ਉਹ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਵੀ ਇਸ ਕਰਕੇ ਅਗੇਨ ਤੁਸੀਂ ਉਹ ਗੱਲ ਕਰ ਰਹੇ ਹੋ 40 ਸਾਲ ਪਹਿਲਾਂ ਜਦੋਂ ਪਾਣੀ ਸਰਪਲਸ ਸੀ ਜੇ ਦੇਤਾ ਤੇ ਕੋਈ ਗੁਨਾਹ ਨਹੀਂ ਸੀਗਾ, ਪ੍ਰੋੜਤਾ ਸੀ, ਤੇ ਗੱਲ ਤੇ ਇਹ ਆ, ਉਹ ਇਹ ਕਹਿ ਰਹੇ ਆ ਜੇ ਮੰਨ ਲਓ ਵੀ ਉਹਨੂੰ ਦਿੱਤਾ ਵੀ ਕਿਸੇ ਪ੍ਰਾਈਮ ਮਿਨਿਸਟਰ ਨੇ ਫੈਸਲਾ ਕੀਤਾ ਹੋਊਗਾ ਨਾ, ਉਹ ਵੀ ਤੇ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੋਊਗਾ, ਮੋਦੀ ਕੇ ਵੱਖਰੇ ਢੰਗ ਨਾਲ ਤਾਂ ਨਹੀਂ ਚੁਣ ਕੇ ਆਇਆ, ਉਦੋਂ ਵੀ ਤੇ ਚੁਣੀ ਪ੍ਰਧਾਨ ਮੰਤਰੀ ਸੀ ਜਿਹਨੇ ਫੈਸਲੇ ਕੀਤੇ, ਉਹ ਵੱਖਰੀ ਗੱਲ, ਉਹਨਾਂ ਦੀ ਨੀਤ ਸਾਫ਼ ਨਹੀਂ ਸੀ। ਤੁਸੀਂ ਗੱਲ ਸਮਝ ਨਹੀਂ ਰਹੇ, ਮੈਂ ਵੀ ਇਹੀ ਕਹਿ ਰਿਹਾ, ਜੋ ਤੁਸੀਂ ਕਹਿ ਰਹੇ ਮੈਂ ਵੀ ਉਹੀ ਕਹਿ ਰਿਹਾ ਵੀ ਉਦੋਂ ਗਲਤ ਕੀ ਸੀ, ਜੇ ਇੰਨਾ ਪਾਣੀ ਸੀ ਤੇ ਉਹ ਸਮਝੌਤਾ ਹੋ ਗਿਆ, ਗਲਤ ਕੀ ਸੀ ਉਦੋਂ? ਤਾਂ ਇਹਦਾ ਮਤਲਬ ਕੈਪਟਨ ਅਮਰਿੰਦਰ ਸਹੀ ਸੀ ਉਦੋਂ, ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਦੇਣ ਛੱਡ ਕੀ ਸੀ ਪਾਣੀ, ਜੇ ਪਾਣੀ ਸਰਪਲਸ ਸੀ ਤਾਂ ਇਹੀ ਗੱਲ ਭਗਵੰਤ ਮਾਨ ਨੇ ਮੰਨੀ ਹੈ ਨਾ, ਪਾਣੀ ਸੀ ਸਾਡੇ ਕੋਲ, ਇਸ ਕਰਕੇ ਉਹ ਦੇਣਾ ਚਾਹੀਦਾ ਸੀ ਤੇ ਇਸ ਕਰਕੇ ਸਮਝੌਤਾ ਸਹੀ ਹੈ। ਹੁਣ ਸਮਝੌਤਾ ਗਲਤ ਹੈ ਕਿਉਂਕਿ 40 ਸਾਲਾਂ ਬਾਅਦ ਸਾਡਾ ਧਰਤੀ ਹੇਠਲਾ ਪਾਣੀ ਵੀ ਜਿਹੜਾ ਸਾਡਾ ਥੱਲੇ ਚਲ ਗਿਆ, ਸਾਡੇ ਕੋਲ ਪਾਣੀ ਦੀ ਬੂੰਦ ਹੈ ਨਹੀਂ। ਬਿਲਕੁਲ ਇਹੀ ਕਿਹਾ ਉਹਨਾਂ ਨੇ, ਬਿਲਕੁਲ ਦਰੁਸਤ ਕਿਹਾ ਉਹਨਾਂ, ਬਿਲਕੁਲ ਦਰੁਸਤ ਕਿਹਾ। ਮੈਂ ਅੱਜ ਵੀ ਇਸ ਗੱਲ ਤੇ ਸਟੈਂਡ ਕਰਦਾ, ਜੇ ਸਾਡੇ ਕੋਲ ਕੋਈ ਚੀਜ਼, ਸਾਡੇ ਕੋਲ ਕਣਕ ਅਨਾਜ ਲੋੜੋਂ ਵੱਧ ਆ, ਭਾਵੇਂ ਅਸੀਂ ਉਹਨੂੰ ਮੁੱਲ ਵੇਚਦੇ ਆ, ਅਸੀਂ ਲਕੀਰ ਖਿੱਚਦੀ ਹਰਿਆਣੇ 'ਚ ਨਹੀਂ ਦੇਣੀ, ਕਿਉਂ ਨਹੀਂ ਦੇਣੀ ਜੀ? ਪਰ ਦੇਸ਼ ਸਾਰਾ ਸਾਡਾ ਆ, ਜਿੱਥੇ ਕਿਸੇ ਲੋੜਵੰਦ ਨੂੰ ਲੋੜ ਹੈ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਗੱਲ ਕਰੀਏ, ਕਿਉਂ ਨਹੀਂ ਦੇਣੀ? ਸਾਨੂੰ ਵੀ ਜਿਹੜੀ ਚੀਜ਼ ਦੀ ਦੂਜੀ ਸਟੇਟ ਨੂੰ ਲੋੜ ਹੈ ਤੇ ਸਾਡਾ ਰਾਈਟ ਬਣਦਾ। ਇਹ ਦੁਨੀਆ ਚੱਲਦੀ ਹੋਏ ਏਦਾਂ ਆਦਾਨ ਪ੍ਰਦਾਨ ਦੇ ਨਾਲ ਹੀ ਦੁਨੀਆ ਚੱਲਦੀ ਹੈ। ਸਮਾਜ ਦੀ ਜਿੱਦਾਂ ਸਮਾਜ ਦੇ ਵਿੱਚ ਵਿਕਾਸ ਹੋਏ, ਸਾਰੀਆਂ ਚੀਜ਼ਾਂ ਨਾਲ ਨਾਲ ਚੱਲਣ। ਫਿਰ ਆਪਾਂ ਨੂੰ ਕਿਸਾਨ ਸਾਹਿਬ ਇਹ ਨਹੀਂ ਕਹਿਣਾ ਚਾਹੀਦਾ ਕਿ ਉਹਨਾਂ ਨੇ 41 ਸਾਲ ਪਹਿਲਾਂ ਹੋਏ ਸਮਝੌਤੇ ਨੂੰ ਐਡਮਿਟ ਕਰ ਲਿਆ, ਇਹਦਾ ਮਤਲਬ ਵੀ ਪਾਣੀ ਹੈਗਾ ਸੀ ਮੰਨ ਲਿਆ ਤੇ ਉਹਨਾਂ ਦੀ ਵੀ ਕੋਈ ਬਦਨੀਤੀ ਸੀ, ਉਹਨਾਂ ਨੇ ਉਹ ਇੱਕ ਤੱਥ ਦੇ ਤੌਰ ਤੇ ਪੇਸ਼ ਕੀਤਾ, ਜਿਹੜਾ ਮੈਨੂੰ ਤੇ ਚੰਗਾ ਲੱਗਿਆ, ਤੁਹਾਨੂੰ ਲੱਗਿਆ ਪਤਾ ਨਹੀਂ। ਮੈਂ ਵੀ ਇਹੀ ਕਿਹਾ, ਤੁਸੀਂ ਉਲਟੇ ਪਾਸੋਂ ਗੱਲ ਕਰਦੇ ਹੋ। ਮੈਂ ਵੀ ਇਹੀ ਕਹਿ ਰਿਹਾ ਵੀ ਉਸ ਵੇਲੇ ਜਿਹੜਾ ਸਮਝੌਤਾ ਸੀ, ਪਾਣੀ 16.4 ਮਿਲੀਅਨ ਏਕੜ ਫੁੱਟ ਸੀ, ਉਹ ਸਮਝੌਤਾ ਜਾਇਜ਼ ਸੀ ਤੇ ਇਸ ਕਰਕੇ ਫਿਰ ਤੁਸੀਂ ਉਸ ਧਿਰ ਨੂੰ ਵੀ ਜਾਇਜ਼ ਠਹਿਰਾ ਰਹੇ ਹੋ ਜਿਹੜੀ ਧਿਰ ਦੇ ਸਮਝੌਤੇ ਕੀਤੇ। ਅੱਜ ਉਹ ਧਿਰ ਵੱਖਰਾ ਸਟੈਂਡ ਲੈ ਕੇ ਪੰਜਾਬ ਦੇ ਹੱਕ ਦੀ ਗੱਲ ਕਰ ਰਹੀ ਹੈ, ਜਿਨ੍ਹਾਂ ਨੇ ਕਈਆਂ ਅਪਣਾਈਆਂ ਸੀਗੀਆਂ, ਉਹ ਸਮਝੌਤੇ ਰੱਦ ਕਰਨ ਤੱਕ ਆ ਗਏ। ਇਹਦਾ ਮਤਲਬ ਉਹਨਾਂ ਦੀ ਵੀ ਰਾਜਨੀਤੀ ਬਦਲੀ, ਭਾਵੇਂ ਉਹਨਾਂ ਦੀ ਚੋਣ ਰਾਜਨੀਤੀ ਹੋਵੇ ਜੀ। ਬਿਲਕੁਲ ਹੈ ਜੀ। ਇਸ ਕਰਕੇ ਸਾਂਝੇ ਤੌਰ ਤੇ ਜਾਣ 'ਚ ਕੀ ਹਰਜ ਹੈ? ਮੈਂ ਕਹਿੰਦਾ ਵੀ ਇੱਕ ਸਾਂਝੇ ਡੈਪੂਟੇਸ਼ਨ 'ਚ ਜਾਣ 'ਚ ਇੱਕ ਡਾਕੂਮੈਂਟ ਤਿਆਰ ਕਰਕੇ ਕੇਂਦਰ ਸਰਕਾਰ ਕੋਲ, ਭਾਰਤ ਦੇ ਗ੍ਰਹਿ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਜਾਣ 'ਚ ਹਰਜ ਕੀ ਹੈ? ਕੋਈ ਹਰਜ ਨਹੀਂ। ਠੀਕ ਹੈ, ਇੱਕ ਲੋਕ ਰਾਏ ਬਿਲਡ ਹੋਣੀ ਚਾਹੀਦੀ ਆ, ਤੁਸੀਂ ਸਹੀ ਕਹਿ ਰਹੇ ਹੋ। ਉਹ ਅਜੇ ਬਹੁਤ ਮੌਕੇ ਆਉਣਗੇ ਸਰ, ਜ਼ਰੂਰੀ ਨਹੀਂ ਕਿ ਪਹਿਲੀ ਮੀਟਿੰਗ 'ਚ ਹੀ ਏਦਾਂ ਹੋ ਜਾਂਦਾ, ਇਸ ਤੋਂ ਬਾਅਦ ਬਹੁਤ ਮੌਕੇ ਆਉਣਗੇ। ਹੁਣ ਜਦੋਂ ਜਾਣਾ ਆ ਉਦੋਂ ਇਹ ਰਾਏ ਜਿਹੜੀ ਆ, ਇਹਦੇ ਲਈ ਜਿਹੜੇ ਸੁਹਿਰਦ ਲੋਕ ਨੇ ਸਲਾਹ ਦੇ ਸਕਦੇ ਆ ਸਰਕਾਰ ਨੂੰ, ਤੇ ਉਹਨਾਂ ਨੂੰ ਵੀ ਚਾਹੀਦਾ ਕਿ ਤੇ ਅਮਲ ਕਰ ਲੈਣ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਪੰਜਾਬ ਦੇ ਸਾਰੀ ਲੀਡਰਸ਼ਿਪ, ਪੋਲੀਟੀਕਲ ਲੀਡਰਸ਼ਿਪ ਦੀ ਇੱਕ ਰਾਏ ਬਣ ਜਾਏ ਤੇ ਇੱਕ ਠੋਸ ਆਧਾਰ ਬਣਦਾ ਹੈ, ਤੁਸੀਂ ਠੀਕ ਕਹਿ ਰਹੇ ਹੋ। ਤੇ ਲੋਕ ਰਾਏ ਨੂੰ ਵੀ ਨਾਲ ਨਾਲ ਇਹਦੇ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਜਿਹੜੇ ਐਕਸਪਰਟ ਨੇ ਉਹਨਾਂ ਨੂੰ ਹੋਰ ਚੰਗੀ ਤਰ੍ਹਾਂ ਸਟੱਡੀ ਕਰਕੇ ਜਾਣਾ ਚਾਹੀਦਾ ਹੈ। ਮੈਂ ਇਹ ਗੱਲ ਕਰ ਰਿਹਾ। ਮੈਂ ਤਾਂ ਇੱਕ ਤੋਂ ਵੀ ਅੱਗੇ ਗੱਲ ਇਹ ਕਹਿੰਦਾ ਵੀ ਇੱਕੋ ਕੰਮ ਕਰ ਲੈਣ ਭਗਵੰਤ ਮਾਨ, ਆਪਣੇ ਨੈਸ਼ਨਲ ਜਿਹੜੇ ਕਨਵੀਨਰ ਹੈ ਆਪਣੇ ਅਰਵਿੰਦ ਕੇਜਰੀਵਾਲ, ਕਿਉਂਕਿ ਉਹ ਸਾਰਾ ਕੁਝ ਨੇ ਆਮ ਆਦਮੀ ਪਾਰਟੀ ਦੇ, ਤਾਂ ਇੱਕ ਡਾਕੂਮੈਂਟ ਤਿਆਰ ਕਰਨ। ਆਮ ਆਦਮੀ ਪਾਰਟੀ ਦਾ ਸਟੈਂਡ ਜਾਂ ਸਰਕਾਰ ਦਾ, ਪੰਜਾਬ ਸਰਕਾਰ ਦਾ ਸਟੈਂਡ ਸਪਸ਼ਟ ਕਰਦਾ ਜਿਹੜਾ 10 ਸਫ਼ੇ ਦਾ ਇੱਕ ਡਾਕੂਮੈਂਟ ਤਿਆਰ ਕਰਕੇ ਉੱਤੇ ਅਰਵਿੰਦ ਕੇਜਰੀਵਾਲ ਦੀ ਦਸਤਖਤ ਕਰਾ ਕੇ ਉਹੀ ਹਿੰਦੀ ਅੰਗਰੇਜ਼ੀ 'ਚ ਨਾਲ ਕਰਵਾ ਕੇ ਜਿਹੜਾ ਉਹ ਪ੍ਰਧਾਨ ਮੰਤਰੀ ਨੂੰ ਦੇ ਦੇਣ। ਇਹਦੇ ਨਾਲ ਹੀ ਮੰਨ ਲਿਆ ਜਾਊਗਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਤੇ ਨੀਅਤ ਕੀ ਹੈ। ਠੀਕ ਹੈ, ਫਿਰ ਤੁਸੀਂ ਰਾਜਨੀਤਿਕ ਗੱਲ ਕਰ ਰਹੇ ਹੋ, ਠੀਕ ਹੈ, ਕੋਈ ਨਹੀਂ, ਇਹ ਵੀ ਕਰ ਲੈਣਗੇ। ਇਹ ਜਦੋਂ ਸਮਾਂ ਆਏਗਾ ਇਹ ਵੀ ਕੇਜਰੀਵਾਲ ਨੂੰ ਕਰਨਾ ਪਏਗਾ। ਤੁਹਾਡੀ ਟੋਨ ਮੈਨੂੰ ਦੱਸ ਰਹੀ ਹੈ ਕਿ ਤੁਸੀਂ ਸੈਟੀਸਫਾਈ ਨਹੀਂ ਭਗਵੰਤ ਮਾਨ ਦੀ ਗੱਲ ਤੋਂ, ਤੁਸੀਂ ਅੱਜ ਵੀ ਉਹ ਮੋੜ ਘੋੜ ਕੇ ਕੇਜਰੀਵਾਲ ਦੇ ਖੇਤੇ ਸੁੱਟ ਰਹੇ ਹੋ ਗੱਲ ਨੂੰ। ਏਦਾਂ ਨਹੀਂ ਹੈ, ਬਿਲਕੁਲ ਏਦਾਂ ਨਹੀਂ। ਕੇਜਰੀਵਾਲ ਦਾ ਸਟੈਂਡ ਤੁਸੀਂ ਦੱਸ ਦਿਓ ਕੀ ਹੈ। ਕੇਜਰੀਵਾਲ ਸਾਡਾ ਸੀਐਮ ਨਹੀਂ ਆ, ਸੀਐਮ ਭਗਵੰਤ ਮਾਨ ਹੈ। 92 ਬੰਦੇ ਪੰਜਾਬੀਆਂ ਚੁਣ ਕੇ। ਕੇਜਰੀਵਾਲ ਉਸ ਪਾਰਟੀ ਦਾ ਹੈਡ ਹੈ ਜਿਸ ਪਾਰਟੀ ਦੀ ਸਰਕਾਰ ਪੰਜਾਬ, ਉਹ ਤੋਂ ਬਿਨਾਂ ਕੀ ਹੋ ਸਕਦਾ? ਦੱਸ ਦਿਓ। ਕਿਉਂ ਨਹੀਂ ਹੋ ਸਕਦਾ? 92 ਬੰਦੇ ਚੁਣੇ ਗਏ, ਕੱਲ ਨੂੰ ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਕੇਜਰੀਵਾਲ ਇੱਥੇ ਸਟੈਂਡ ਲੈ ਕੇ ਦਿਖਾਵੇ ਉਲਟ ਪੰਜਾਬ ਦੇ। ਤੁਸੀਂ ਮੈਨੂੰ ਦੱਸੋ, ਕੇਜਰੀਵਾਲ ਸਟੈਂਡ ਲੈ ਕੇ ਦਿਖਾਵੇ ਪੰਜਾਬ ਦੇ। ਗੁਪਤਾ ਦੇ ਖਿਲਾਫ ਹਰਿਆਣੇ 'ਚ ਜਾ ਕੇ ਬਹੁਤ ਬਕਵਾਸ ਕਰਦੇ ਹੋਣਗੇ ਲੋਕ, ਕਰੀ ਜਾਣ, ਆਪੋ ਆਪਣੇ ਪਲੇਟਫਾਰਮ ਤੇ ਕਰੀ ਜਾਣ। ਫਿਰ ਤੁਸੀਂ ਇਹਦਾ ਮਤਲਬ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਵੀ ਬਾਕੀ ਸਾਰੀਆਂ ਪਾਰਟੀਆਂ ਜੋ ਕਹਿੰਦੀਆਂ ਉਹਨੂੰ ਅਸੀਂ ਉਹਦੀ ਪ੍ਰੋੜਤਾ ਕਰਦੀ ਹੈ, ਉਹ ਠੀਕ ਕਹਿੰਦੀਆਂ। ਨਹੀਂ, ਮੈਂ ਪ੍ਰੋੜਤਾ ਕਰਨ ਨੂੰ ਬਿਲਕੁਲ ਨਹੀਂ ਕਹਿੰਦਾ, ਪਰ ਤੁਸੀਂ ਇਹਨੂੰ ਟੈਗ ਕਰੀ ਜਾ ਰਹੇ ਹੋ ਬਾਰ-ਬਾਰ ਕੇਜਰੀਵਾਲ ਨੂੰ। ਇਹ ਰਾਜਨੀਤੀ ਸਹੀ ਨਹੀਂ ਗੀ। ਮੈਂ ਅੱਜ ਕੇਜਰੀਵਾਲ ਨਹੀਂ ਗਿਆ, ਅੱਜ ਮੁੱਖ ਮੰਤਰੀ ਪੰਜਾਬ ਗਿਆ, ਪਰ ਉਹਦੀ ਖਬਰ ਸਾਂਝੀ ਕਰ ਰਹੇ ਹਾਂ।
ਮੈਂ ਇਹ ਕਹਿਣਾ ਮੁੱਖ ਮੰਤਰੀ ਪੰਜਾਬ ਗਿਆ, ਫਿਰ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਗੱਲ ਹੋ ਗਈ। ਮੈਂ ਕਹਿੰਦਾ ਮੇਰੀ ਪਾਰਟੀ, ਤੁਹਾਡੀ ਪਾਰਟੀ, ਕਾਂਗਰਸ ਪਾਰਟੀ, ਬੀਜੇਪੀ, ਉਹਨਾਂ ਦੇ ਕੋਲ ਕੀ ਆ ਕੀ ਨਹੀਂ ਆ, ਉਹ ਮੈਨੂੰ ਦੱਸ ਦਿਓ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਿ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਡੇ ਤੋਂ ਬਿਨਾਂ ਉਹਨਾਂ ਦਾ ਕੋਈ ਸਟੇਟ ਦਾ ਮਿਨਿਸਟਰ ਵੱਖਰਾ ਐਂਗਲ ਫੜ ਸਕਦਾ? ਉਹ ਰਹਿ ਸਕਦਾ ਇੱਕ ਦਿਨ ਵੀ ਮੁੱਖ ਮੰਤਰੀ? ਉਹ ਸਾਡੀ ਡੈਮੋਕ੍ਰੇਸੀ ਦੀ ਬਦਕਿਸਮਤੀ ਆ। ਪਰ ਅੱਜ ਅਸੀਂ ਜਿਹੜੇ ਸੰਦਰਭ ਚ ਗੱਲ ਕਰ ਰਹੇ, ਅਸੀਂ ਗਾਡਰ ਨਾਲ ਕੱਟਾ ਨਹੀਂ ਬਣ ਸਕਦੇ ਕਿ ਪਹਿਲਾਂ ਕੇਜਰੀਵਾਲ ਲਿਖ ਕੇ ਦੇਵੇ ਤੇ ਫੇਰ ਗੱਲ ਹੋ ਸਕਦੀ, ਨਹੀਂ ਤੇ ਗੱਲ ਨਹੀਂ ਹੋ ਸਕਦੀ। ਇਹ ਗਲਤ ਤੁਹਾਡੀ ਧਾਰਨਾ, ਮੈਂ ਸਹਿਮਤ ਨਹੀਂ। ਕੇਜਰੀਵਾਲ ਦੀ ਗੱਲ ਨਹੀਂ ਮੈਂ ਕਰਦਾ, ਮੈਂ ਕਹਿੰਦਾ ਪਾਰਟੀ ਆਪਣਾ ਸਟੈਂਡ ਸਪਸ਼ਟ ਕਰ ਲੈ ਨਾ। ਪਾਰਟੀ ਦਾ ਸਟੈਂਡ ਕੇਜਰੀਵਾਲ ਦੇ ਦਸਤਖਤਾਂ ਨਾਲ ਹੀ ਅੱਜ ਮੁੱਖ ਮੰਤਰੀ ਨੇ ਸਟੈਂਡ ਸਪਸ਼ਟ ਕਰਤਾ। ਉਹ ਪਾਰਟੀ ਦਾ ਸਟੈਂਡ ਵੀ ਆ, ਪੰਜਾਬ ਦੇ ਮੁੱਖ ਮੰਤਰੀ ਦਾ ਸਟੈਂਡ ਵੀ ਆ, ਪਾਰਟੀ ਦਾ ਸਟੈਂਡ ਵੀ ਆ, ਸਪਸ਼ਟ ਕਰਤਾ। ਉਹਨਾਂ ਨੂੰ ਪਤਾ ਹੈ, ਉਹ ਇਸ ਕਰਕੇ ਸਟੈਂਡ ਹੈ, ਪਤਾ ਵੀ ਮਸਲਾ 50 ਸਾਲ ਹੋਰ ਹੱਲ ਨਹੀਂ ਹੋਣਾ ਹੈ। ਇਸ ਕਰਕੇ ਤੁਸੀਂ ਲੈ ਸਕਦੇ ਹੋ ਲੋਕਾਂ ਨੂੰ ਮੂਰਖ ਬਣਾਉਣ ਲਈ ਸਟੈਂਡ। ਨਹੀਂ ਫਿਰ ਪਤਾ ਇੱਥੇ ਲਮਕਣਾ ਹੈ ਮਸਲਾ। ਨਹੀਂ ਫਿਰ ਮੋਦੀ ਹੱਲ ਕਰ ਦੇਗਾ ਮਸਲਾ, ਅਸ਼ਵਨੀ ਕੁਮਾਰ ਕਰ ਦੇਗਾ, ਕੋਈ ਨਹੀਂ ਹੱਲ ਕਰਦਾ, ਕੈਪਟਨ ਕਰ ਦੇਗਾ। ਕਿਸੇ ਤੇ ਤਾਂ ਵਿਸ਼ਵਾਸ ਕਰੋ ਨਾ, ਕਿਸੇ ਤੇ ਵਿਸ਼ਵਾਸ ਕਰੋ ਨਾ। ਪਹਿਲਾਂ ਨਾ ਪਏ ਇਹਨਾਂ ਨੂੰ ਕਹੀਏ ਕੇਜਰੀਵਾਲ ਲਿਖ ਕੇ ਦੇਵੇ ਤੇ ਫੇਰ ਗੱਲ ਠੀਕ ਹੈ, ਮੁੱਖ ਮੰਤਰੀ ਕਹੇ ਇਹ ਨਹੀਂ ਮੰਨਦੇ। ਸਾਡਾ ਮੁੱਖ ਮੰਤਰੀ ਜਿੱਦਾਂ ਦਾ ਵੀ ਹੈਗਾ ਭਗਵੰਤ ਮਾਨ ਆ, ਭਗਵੰਤ ਮਾਨ ਦਾ ਸਟੈਂਡ ਲਿਆ ਹੋਇਆ ਸਾਡੇ ਵਾਸਤੇ ਮੈਨੇ ਰੱਖਦਾ। ਕੇਜਰੀਵਾਲ ਕੱਲ ਨੂੰ ਕੋਈ ਦਖਲ ਦਊਗਾ ਪੰਜਾਬ ਦੀ ਰਾਜਨੀਤੀ 'ਚ ਇਸ ਤਰ੍ਹਾਂ ਦਾ, ਪਾਣੀਆਂ ਦੇ ਮੁੱਦੇ ਤੇ, ਸਾਡੀ ਭਾਸ਼ਾ ਦੇ ਮੁੱਦੇ ਤੇ ਉਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਪੰਜਾਬੀਆਂ ਨੂੰ। ਕੋਈ ਡਰਨ ਵਾਲੀ ਗੱਲ ਨਹੀਂ। ਕੇਜਰੀਵਾਲ ਕੋਲ ਲਿਖ ਕੇ ਲੈਣਾ ਕੋਈ ਗਰੰਟੀ ਨਹੀਂ ਆ। ਕੇਜਰੀਵਾਲ ਸਾਹਿਬ ਦਾ ਸਾਡਾ ਵਿਧਾਤਾ ਨਹੀਂ ਆ, ਪੰਜਾਬੀਆਂ ਦੀ ਕਿਸਮਤ ਲਿਖਣ ਵਾਲਾ ਵਿਧਾਤਾ ਨਹੀਂ ਹੈ ਕੇਜਰੀਵਾਲ। ਉਹਨੂੰ ਏਡਾ ਵੱਡਾ ਵੀ ਨਾ ਬਣਾਓ। ਤੁਸੀਂ ਕਹਿੰਦੇ ਆ ਨਾ, ਇਹ ਤੁਸੀਂ ਕਹਿੰਦੇ ਇਹ ਭਗਵੰਤ ਮਾਨ ਨੂੰ ਨਹੀਂ ਕਹਿਣਾ, ਫਿਰ ਪਤਾ ਲੱਗ ਜਵਾਬ ਦੇ ਦੇਣਗੇ ਪੰਜਾਬੀ। ਭਗਵੰਤ ਮਾਨ ਨੂੰ ਵੀ ਜਵਾਬ ਦੇ ਦੇਣਗੇ ਪੰਜਾਬੀ ਜਦੋਂ ਮੌਕਾ ਆਊਗਾ ਨਾ। ਇਹ ਪੰਜਾਬੀ ਦੇਣਗੇ ਨਾ ਜਵਾਬ, ਪੰਜਾਬੀ ਦੇਣਗੇ ਨਾ। ਨਹੀਂ ਪਰ ਅੱਜ ਦੀ ਡੇਟ 'ਚ ਆਪਣੇ ਦਸਾਂ ਸਾਹਿਬ ਇਹ ਗੱਲ ਕਰਨੀ ਗਾਡਰ ਨਾਲ ਕੱਟਾ ਬੰਨਣ ਵਾਲੀ ਆ ਵੀ ਪਹਿਲਾਂ ਕੇਜਰੀਵਾਲ ਲਿਖ ਕੇ ਦੇਵੇ ਤੇ ਭਗਵੰਤ ਮਾਨ ਫੇਰ ਜ਼ਬਾਨ ਮੂੰਹ ਚੋਂ ਕੱਢੇ, ਨਹੀਂ ਤੇ ਨਾ ਕੱਢੇ। ਜੇ ਭਗਵੰਤ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆਏ ਆ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਥੱਲੇ ਲੱਗ ਕੇ ਨਹੀਂ ਰਹਿਣਾ ਚਾਹੀਦਾ। ਜੇ ਉਹ ਇੰਡੀਪੈਂਡੈਂਟ ਕੋਈ ਸਟੈਂਡ ਲੈਂਦਾ ਤੇ ਫਿਰ ਅਸੀਂ ਕਹਿੰਦੇ ਨਹੀਂ ਕੇਜਰੀਵਾਲ ਨੂੰ ਨਾਲ ਜੋੜੋ ਜੀ, ਜ਼ਰੂਰ ਉਹ ਸਪਸ਼ਟ ਕਰੇ, ਫਿਰ ਅਸੀਂ ਮੰਨਦੇ ਹਾਂ। ਤੁਸੀਂ ਗੱਲ ਨੂੰ ਨਾ ਲਾਲਗੱਡ ਕਰ ਦਿਓ, ਤੁਸੀਂ ਗੱਲ ਨੂੰ ਮੈਂ ਲਾਲਗੱਡ ਨਹੀਂ ਕਰ ਰਿਹਾ, ਤੁਸੀਂ ਸਿਆਸੀ ਗੇਮ ਖੇਡ ਰਹੇ ਹੋ ਇਸ ਖਬਰ ਦੇ ਸਵਾਨੇ। ਇਹ ਗਲਤ ਹੈ। ਸਿਆਸਤ ਦੇ ਵਿੱਚ ਸਿਆਸੀ ਗੱਲ ਹੀ ਕੀਤੀ ਜਾਂਦੀ ਹੁੰਦੀ ਹੈ, ਹਰ ਚੀਜ਼ ਹੀ ਸਿਆਸਤ ਹੈ। ਮਤਲਬ ਇਹ ਥੋੜਾ ਗੈਰ ਸਿਆਸੀ ਗੱਲ ਕਿੱਦਾਂ ਕਰ ਸਕਦਾ ਮੈਂ? ਗੱਲ ਤੇ ਸਿਆਸੀ ਆ, ਪਰ ਸਿਆਸਤ ਕਿਸੇ ਹੋਰ ਦੀ ਕਰੋ ਨਾ ਕਰੋ, ਪੰਜਾਬ ਦੀ ਸਿਆਸਤ ਕਰੋ ਨਾ। ਪਾਰਟੀਆਂ ਦਾ ਸਟੈਂਡ ਸਪਸ਼ਟ ਕਰਨ ਨੂੰ ਕਹਿਣਾ ਕੋਈ ਮਾੜੀ ਗੱਲ ਹੈ? ਪੰਜਾਬ ਦੀ ਸਿਆਸਤ ਜਿਹੜੇ ਕਾਂਗਰਸੀ ਕਹਿੰਦੇ, ਮੇਰੀ ਗੱਲ ਸੁਣੋ, ਕਾਂਗਰਸੀ ਜਿਹੜੇ ਆ, ਮੈਂ ਤਾਂ ਉਹਨਾਂ ਲਈ ਵੀ ਕਹਿੰਦਾ ਕਾਂਗਰਸੀ ਵੀ ਡਾਕੂਮੈਂਟ ਜਾਰੀ ਕਰਨ, ਵੀ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਡਾਕੂਮੈਂਟ ਜਾਰੀ ਕਰੇ ਵੀ ਵੱਖ-ਵੱਖ ਸੂਬਿਆਂ ਪ੍ਰਤੀ ਉਹਦੀ ਕੀ ਨੀਤੀ ਹੈ। ਬੀਜੇਪੀ ਵੀ ਵੱਖ-ਵੱਖ ਸੂਬਿਆਂ ਪ੍ਰਤੀ ਆਪਣੀ ਨੀਤੀ ਇੰਜ ਕਹਿ ਸਕਦੇ ਹੋ ਕਿ ਸਾਰੀਆਂ ਪਾਰਟੀਆਂ ਕਰਨ ਆਪੋ ਆਪਣਾ। ਪਰ ਇਹ ਨਾ ਕਹੀਏ ਕਿ ਜੇ ਭਗਵੰਤ ਨੇ ਕੋਈ ਚੰਗਾ ਸਟੈਂਡ ਲਿਆ ਤੇ ਪਹਿਲਾਂ ਕੇਜਰੀਵਾਲ ਕੋਲ ਲਿਖਾ ਕੇ ਲਿਆਵੇ ਤੇ ਫੇਰ ਲਵੇ ਸਟੈਂਡ। ਇਹ ਨਹੀਂ ਗੱਲ। ਮੈਂ ਇਹ ਥੋੜ੍ਹਾ ਕਿ ਲਿਖਾ ਕੇ ਲਿਆਵੇ, ਮੈਂ ਕਿਹਾ ਵੀ ਉਹ ਨਾਲ ਦੀ ਨਾਲ ਆਮ ਆਦਮੀ ਪਾਰਟੀ ਦਾ ਡਾਕੂਮੈਂਟ ਲੈ ਕੇ ਜਾਣ, ਨੈਚੁਰਲ ਹੈ ਕਿ ਉਹਦੇ ਤੇ ਦਸਤਖਤ ਅਰਵਿੰਦ ਕੇਜਰੀਵਾਲ ਦੇ ਹੋਣਗੇ। ਮੈਂ ਨਹੀਂ ਕਿਹਾ ਕਰਵਾਉਣ ਤੋਂ ਦਸਤਖਤ। ਆਮ ਆਦਮੀ ਪਾਰਟੀ ਦੀ ਨੈਸ਼ਨਲ ਪਾਲਿਸੀ ਕੀ ਹੈ ਇਹ ਸਪਸ਼ਟ ਹੋਣੀ ਚਾਹੀਦੀ। ਅੱਜ ਤੱਕ ਉਹਨਾਂ ਦਾ ਕੋਈ ਏਜੰਡਾ ਸਾਡੇ ਕੋਲ ਨਹੀਂ, ਕੋਈ ਪ੍ਰੋਗਰਾਮ ਸਾਡੇ ਕੋਲ ਨਹੀਂ ਆਮ ਆਦਮੀ ਪਾਰਟੀ ਦਾ। ਕਾਂਗਰਸ ਸਰ ਲੰਮਾ ਸਮਾਂ ਕਾਂਗਰਸ ਰਹੀ ਸਾਡੇ ਤੇ ਕਾਬਜ਼, ਤੇ ਕਾਂਗਰਸ ਦੀ ਪਾਣੀਆਂ ਦੇ ਮਾਮਲੇ 'ਚ ਨੀਤੀ ਸਪਸ਼ਟ ਆ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਨੀਤੀ ਸਪਸ਼ਟ ਆ। ਸਾਰੇ ਪਾੜੇ ਦੀ ਜੜ ਕਾਂਗਰਸ ਤੇ ਉਹਨੂੰ ਨਾਲ ਲਿਖ ਕੇ ਚੱਲਿਆ ਜਾਵੇ, ਕਿੱਥੋਂ ਦੀ ਸਿਆਣਪ ਹੈ? ਮੈਂ ਦੇਖੋ ਅੱਜ ਕਾਂਗਰਸ ਦੀ ਸਰਕਾਰ ਥੋੜ੍ਹਾ ਪੰਜਾਬ ਦੇ ਵਿੱਚ। ਤੁਸੀਂ ਤਾਂ ਉਹੀ ਗੱਲ ਕਰਦੀ ਵੀ ਰਾਹੁਲ ਗਾਂਧੀ ਦੀ ਨਿੰਦਾ ਕਰੀ ਜਾਈਏ, ਜਿਹੜਾ ਨਰਿੰਦਰ ਮੋਦੀ ਉਹਨੂੰ ਪੁੱਛੇ ਕੱਖ। ਸਰਕਾਰ ਕਿਹਦੀ ਹੈ? ਜਿਹਦੀ ਸਰਕਾਰ ਉਹਨੂੰ ਸਵਾਲ ਹੋਣਗੇ ਨਾ। ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਹਨੂੰ ਸਵਾਲ ਹੁੰਦੇ ਸੀ, ਜਦੋਂ ਬਾਦਲਾਂ ਦੀ ਸਰਕਾਰ ਸੀ ਉਹਨਾਂ ਨੂੰ ਸਵਾਲ ਹੁੰਦੇ। ਉਹਨੂੰ ਤੇ ਮਹਾਰਾਜਾ ਜੀ ਕਹਿੰਦੇ ਸੀ, ਉਹਨੂੰ ਤੇ ਪੱਤਰਕਾਰ ਮਹਾਰਾਜਾ ਜੀ ਕਹਿੰਦੇ ਸੀ। ਇਦਾਂ ਸਵਾਲ ਕੋਈ ਨਹੀਂ ਸੀ ਕਰਦਾ ਜਿੱਦਾਂ ਆਪਾਂ ਹੁਣ ਕਰ ਰਹੇ ਹਾਂ, ਕੋਈ ਨਹੀਂ ਸੀ ਕਰਦਾ। ਮੈਂ ਜਾਂ ਤੁਸੀਂ ਤਾਂ ਮਹਾਰਾਜਾ ਨੇ ਕਿਹਾ ਕੈਪਟਨ ਅਮਰਿੰਦਰ ਨੂੰ ਕਦੀ, ਜਿਹੜੇ ਕਹਿੰਦੇ ਹੋਣਗੇ। ਮੈਂ ਤਾਂ ਆਪਣੀ ਤੁਹਾਡੀ ਗੱਲ ਕਰਦਾ। ਮੈਂ ਇਹ ਕਹਿੰਦਾ ਵੀ ਜਦੋਂ ਅਸੀਂ ਗੱਲ ਕਰਦੇ ਇੱਕ ਤੋਂ ਕਈ ਵਾਰ ਵੱਧ ਮੈਂ ਇਹ ਗੱਲ ਕਹਿ ਚੁੱਕਾ ਕਿ ਸਾਰੇ ਪੁਆੜੇ ਦੀ ਜਿਹੜਾ ਕਾਂਗਰਸ ਹੈ, ਪਰ ਹੁਣ ਕਾਂਗਰਸ ਨੂੰ ਸਵਾਲ ਥੋੜ੍ਹਾ ਕਰ ਸਕਦੇ। ਹੁਣ ਤਾਂ ਜਿਹੜੀ ਪਾਰਟੀ ਤੇ ਕਾਬਜ਼ ਹੈ ਉਹਨੂੰ ਸਵਾਲ ਕਰਾਂਗੇ। ਹੁਣ ਅਸੀਂ ਖਹਿਰਾ ਸਾਹਿਬ ਦੇ ਤੇ ਆਪਣੇ ਪ੍ਰਤਾਪ ਬਾਜਵਾ ਦੇ ਪੈਰਾਂ 'ਚ ਪੈਰ ਰੱਖ ਕੇ ਵੀ ਨਹੀਂ ਚੱਲ ਸਕਦੇ। ਆਪਾਂ ਉਹਨਾਂ ਨੂੰ ਵੀ ਪਰਖਿਆ ਹੋਇਆ,
ਉਹਨਾਂ ਦੀ ਰਾਤੋਂ ਰਾਤ ਸੋਚ ਬਦਲ ਗਈ, ਆਪਾਂ ਇਹ ਵੀ ਦਾਵਾ ਨਹੀਂ ਕਰ ਸਕਦੇ। ਅਸੀਂ ਕਦੋਂ ਦਾਵਾ ਕਰਦੇ ਆ? ਉਹਨਾਂ ਦੀ ਸਿਆਸਤ ਬਦਲ ਗਈ, ਉਹਨਾਂ ਦੀ ਸਿਆਸਤ ਬਦਲ ਗਈ, ਪਰ ਉਹਨਾਂ ਦੀ ਸੋਚ ਬਦਲ ਗਈ, ਆਪਾਂ ਦਾਵਾ ਨਹੀਂ ਕਰ ਸਕਦੇ। ਸਿਆਸਤ ਵੀ ਸਿਰਫ ਦਿਖਾਵੇ ਦੀ ਹੈ, ਸਿਆਸਤ ਵੀ ਨਹੀਂ ਬਦਲਦੀ, ਮੈਂ ਤਾਂ ਇਹ ਕਹਿੰਦਾ ਉਹ ਵੀ ਸਿਰਫ ਦਿਖਾਵੇ ਦੀ ਆ, ਉਹ ਰਾਜਸੀ ਮਜਬੂਰੀਆਂ ਹੁੰਦੀਆਂ, ਹੋਰ ਕੁਝ ਨਹੀਂ ਹੈ। ਚਲੋ ਬਹੁਤ ਲੰਬਾ ਹੋ ਗਿਆ, ਦੂਜੀ ਖਬਰ ਕਰੀਏ, ਕੋਈ ਨਹੀਂ, ਕਦੀ ਕਦੀ ਚੰਗਾ ਲੱਗਦਾ ਜਾਂਦਾ ਵੀ। ਦੂਜਾ ਸੈਂਸਿਟਿਵ ਮੁੱਦਾ ਬਾਈਬਲ ਕਰਾਰ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅੱਜ ਭਾਸ਼ਣ ਮੈਂ ਬੜੇ ਧਿਆਨ ਨਾਲ ਸੁਣਿਆ ਸਾਰਾ। ਉਹਨਾਂ ਆਪਣੀ ਸਰਕਾਰ ਤੇ ਬੜੇ ਸਵਾਲ ਚੁੱਕੇ, ਸਪੀਕਰ ਨੂੰ ਬਾਰ-ਬਾਰ ਕਿਹਾ ਮੈਨੂੰ ਮੌਕਾ ਦਿਓ, ਤੁਹਾਡਾ ਮੈਂ ਧੰਨਵਾਦੀ ਹਾਂ GOR 'ਚ ਮੈਨੂੰ ਗੱਲ ਕਰਨ ਦਿੱਤੀ, ਪਰ ਮੈਨੂੰ ਸਾਰੇ ਚਿੱਠੀ ਪੱਤਰ ਟੇਬਲ ਤੇ ਰੱਖਣ ਦਾ ਮੌਕਾ ਦਿਓ। ਤੇ ਨਾਲ ਉਹਨਾਂ ਇਹ ਵੀ ਕਹਿ ਦਿੱਤਾ ਕਿ ਤੁਸੀਂ ਸਾਰੇ ਲੜਾਈ ਲੜੋ ਨਾ ਲੜੋ, ਮੈਂ ਹੁਣ ਇਹਨੂੰ ਨਿੱਜੀ ਲੜਾਈ ਬਣਾ ਕੇ ਲੜੂੰਗਾ। ਉਹਨਾਂ ਨੇ ਬੜੇ ਦਾਅਵੇ ਉੱਥੇ ਕੀਤੇ, ਬੜੇ ਠੋਕ ਵਜਾ ਕੇ ਉਹਨਾਂ ਨੇ ਗੱਲਾਂ ਕੀਤੀਆਂ। ਹੋਰ ਵੀ ਲੋਕ ਬੋਲੇ ਹੋਣਗੇ, ਮੈਂ ਬਹੁਤਾ ਨਹੀਂ ਸੁਣਿਆ, ਪਰ ਮੈਨੂੰ ਕੁੰਵਰ ਵਿਜੇ ਪ੍ਰਤਾਪ ਦੀ ਗੱਲਬਾਤ ਤੋਂ ਕਾਫੀ ਦਸਤਾਵੇਜ਼ ਲੈ ਕੇ 3 ਵਕੀਲ ਲੈ ਕੇ ਪਹੁੰਚੇ ਸੀਗੇ। ਜੇ ਤੁਸੀਂ ਉਹਨਾਂ ਦੀ ਉਹ ਸੁਣੀ ਹੋਵੇ ਸਪੀਚ ਜਾਂ ਉਹਨਾਂ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋ ਤਾਂ। ਦੇਖੋ, ਤਕਲੀਫ ਤਾਂ ਦੁੱਖ ਤਾਂ ਉਹਨਾਂ ਨੂੰ ਹੈ ਲਾਜ਼ਮੀ ਤੌਰ ਦੇ ਉੱਤੇ ਵੀ ਉਹਨਾਂ ਨੇ ਇਹ ਵੀ ਗੱਲ ਕਹੀ, ਲੋਕਾਂ ਨੂੰ ਕਹੀ। ਮੈਂ ਸਾਰੀ ਸਪੀਚ ਤਾਂ ਉਹਨਾਂ ਦੀ ਨਹੀਂ ਸੁਣੀ, ਪਰ ਲੋਕਾਂ ਨੂੰ ਉਹਨਾਂ ਨੇ ਗੱਲ ਕਹੀ ਕਿ ਮੈਂ 1 ਸਾਲ ਪਹਿਲਾਂ ਜਦੋਂ ਇਹ ਗੱਲਾਂ ਕਰਦਾ ਸੀ ਤੇ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਵੀ ਜਦੋਂ ਅਗਲੀ ਵਾਰ ਆਊਂਗਾ ਤੇ ਇਨਸਾਫ ਜਿਹੜਾ ਆ ਮਿਲ ਚੁੱਕਾ ਹੋਊਗਾ, ਪਰ ਹੁਣ ਮੈਂ ਮਾਫੀ ਮੰਗਦਾ। ਮੈਂ ਮਾਫੀ ਮੰਗਦਾ ਕਿ ਮੈਂ ਜੋ ਕਿਹਾ ਮੈਂ ਉਹ ਕਰ ਨਹੀਂ ਸਕਿਆ। ਤੇ ਇਹ ਤਕਲੀਫ, ਉਹ ਪੀੜਾ ਜਿਹੜੀ ਹੈ, ਮੈਂ ਸਾਰੀ ਸਪੀਚ ਤਾਂ ਉਹਨਾਂ ਦੀ ਸੁਣੀ ਨਹੀਂ, ਉਹਨਾਂ ਦੇ ਲਫ਼ਜ਼ਾਂ 'ਚ ਜਿਹੜੀ ਹੈ ਉਹ ਦਿਖਾਈ ਦੇ ਰਹੀ। ਉਹਨਾਂ ਨੂੰ ਬੜੀ ਉਮੀਦ ਸੀ ਤੇ ਉਹਨਾਂ ਦਾ ਨਾਂ ਲੈ ਕੇ ਫਿਰ ਤੁਸੀਂ ਕਹੋਗੇ ਵੀ ਮੈਂ ਕੇਜਰੀਵਾਲ ਨੂੰ ਫੇਰ ਵਿੱਚ ਲੈ ਆਇਆ। ਕੇਜਰੀਵਾਲ ਨੇ ਵੀ ਸਾਰਿਆਂ ਨੇ ਰਾਜਨੀਤੀ ਵੀ ਕੀਤੀ। ਜਦੋਂ ਚੰਨੀ ਹੋਰੀ ਮੁੱਖ ਮੰਤਰੀ ਸੀ, ਅਸੀਂ ਕਈ ਵਾਰੀ ਇਹ ਗੱਲ ਸਾਂਝੀ ਕਰ ਚੁੱਕੇ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਵੀ ਰੌਲਾ ਕੀ ਹੈ। ਮੈਂ ਚੰਨੀ ਨੂੰ ਕਹਿੰਦਾ ਵੀ ਤੁਸੀਂ ਆ ਜਿਹੜਾ ਕੁੰਵਰ ਵਿਜੇ ਪ੍ਰਤਾਪ, ਉਹਨਾਂ ਦੀ ਰਿਪੋਰਟ ਪੜ੍ਹ ਲਓ, 24 ਘੰਟਿਆਂ ਦੇ ਵਿੱਚ ਦੋਸ਼ੀ ਅੰਦਰ ਹੋਣਗੇ ਤੇ ਸਰਕਾਰ ਬਣ ਤੇ ਅਸੀਂ ਏਦਾਂ ਕਰਾਂਗੇ। ਸਰਕਾਰ ਬਣ ਗਈ ਹੈ ਤੇ ਹੋਰ 4 ਮਹੀਨਿਆਂ ਨੂੰ, 4.5 ਮਹੀਨਿਆਂ ਨੂੰ ਸਰਕਾਰ ਦਾ ਸਾਲ ਪੂਰਾ ਹੋ ਗਿਆ। ਜੋ ਉਮੀਦ ਪਾਲੀ ਸੀ ਕੁੰਵਰ ਵਿਜੇ ਪ੍ਰਤਾਪ ਨੇ ਜਾਂ ਲੋਕਾਂ ਨਾਲ ਦਾਅਵੇ ਵਾਅਦੇ ਕੀਤੇ ਗਏ ਸੀ, ਉਹ ਕਿਤੇ ਵੀ ਪੂਰੇ ਨਹੀਂ ਹੋਏ। ਜਦਕਿ ਸਭ ਤੋਂ ਜ਼ਿਆਦਾ ਸੈਂਸਿਟਿਵ ਜਿਹੜਾ ਇਸ਼ੂ ਇਹੀ ਰਿਹਾ ਤੇ ਉਹਦੇ ਲਈ ਲੌਜਿਕ ਹੁਣ ਇਹ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਮਾਮਲੇ ਕਾਨੂੰਨੀ ਤੌਰ ਦੇ ਉੱਤੇ ਅਦਾਲਤਾਂ ਵਿੱਚ ਹੁੰਦੇ ਆ, ਉਹਨਾਂ ਤੇ ਇਮੀਡੀਏਟ ਅਸੀਂ ਕੋਈ ਐਕਸ਼ਨ ਨਹੀਂ ਲੈ ਸਕਦੇ। ਇਹ ਹੁਣ ਲੌਜਿਕ ਜਾਂ ਤਰਕ ਦਿੱਤਾ ਜਾ ਰਿਹਾ। ਪਰ ਜੇ ਸੱਚਮੁੱਚ ਉਹ ਦਾਅਵਾ ਸਹੀ ਸੀ ਅਰਵਿੰਦ ਕੇਜਰੀਵਾਲ ਦਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਪੜ੍ਹ ਲਓ, ਸਾਰਾ ਕੁਝ ਜਿਹੜਾ ਆ ਚਿੱਟੇ ਦਿਨ ਵਕਤ ਸਾਫ਼ ਹੈ, ਤਾਂ ਫਿਰ ਉਹ ਸਾਰਾ ਕੁਝ ਕਿਉਂ ਨਹੀਂ ਜਿਹੜਾ ਇੰਪਲੀਮੈਂਟ ਹੋ ਸਕਿਆ। ਇਸ ਗੱਲ ਦਾ ਦੁੱਖ, ਪੀੜ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਨੂੰ ਹੈ। ਹੁਣ ਉਹ ਨਿੱਜੀ ਤੌਰ ਦੇ ਉੱਤੇ ਉਹਨੂੰ ਲੈ ਰਹੇ ਨੇ ਤਾਂ ਕੀ ਕਰਨਗੇ, ਕੀ ਕਰ ਸਕਦੇ ਆ, ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਦੇ ਮਨ ਦੇ ਵਿੱਚ ਕੀ ਹੈ। ਵੀ ਉਹ ਸਰਕਾਰ ਦੇ ਉੱਤੇ, ਆਪਣੀ ਸਰਕਾਰ ਦੇ ਉੱਤੇ ਜ਼ਿਆਦਾ ਜ਼ੋਰ ਪਾਉਣਗੇ ਜਾਂ ਕੁਝ ਲੌਬਿੰਗ ਵਗੈਰਾ ਕਰਨ ਦੀ ਕੋਸ਼ਿਸ਼ ਕਰਨਗੇ ਆਮ ਆਦਮੀ ਪਾਰਟੀ ਦੀ ਚੁਣੇ ਗਏ ਵਿਧਾਇਕਾਂ 'ਚ। ਉਹਨਾਂ ਦੀ ਪੂਰੀ ਮੇਰੇ ਖਿਆਲ ਦਸਾਂਝ ਸਾਹਿਬ ਉਹਨਾਂ ਦੀ ਪੂਰੀ ਸਪੀਚ ਜਿਹੜੀ ਆ ਉਹਦੇ 'ਚ ਇਹ ਦਰਦ ਝਲਕਦਾ ਸੀਗਾ ਕਿ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਉਸ ਪਾਸੇ ਆਣ ਖੜੀ ਹੋਈ ਆ ਜਿੱਥੇ ਪਹਿਲਾਂ ਕੈਪਟਨ ਸਾਹਿਬ ਤੇ ਦੂਜੇ ਲੋਕ ਖੜੇ ਹੋਏ ਸੀ। ਬਾਰ-ਬਾਰ ਉਹਨਾਂ ਨੇ ਨਾਂ ਲੈ ਕੇ ਗੱਲ ਕਹੀ ਕਿ ਮੇਰੀ ਜਿਹੜੀ ਰਿਪੋਰਟ ਰੱਦ ਕਰਾਈ ਗਈ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਕਰਾਈ ਆ। ਉਹਨਾਂ ਨੇ ਸਪਸ਼ਟ ਤੌਰ ਤੇ ਨਾਂ ਲਏ ਆ ਔਰ ਉਹਨਾਂ ਨੇ ਕਿਹਾ ਕਿ ਮੈਂ ਸਾਬਤ ਕੀਤਾ ਆ ਕਿ ਬਾਦਲ ਪਰਿਵਾਰ ਜਿਹੜਾ ਇਹਦਾ ਦੋਸ਼ੀ ਆ। ਨਾਂ ਲੈ ਕੇ ਉਹਨਾਂ ਨੇ ਗੱਲਾਂ ਕਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਹੁਣ ਕੋਈ ਝਿਜਕ ਨਹੀਂ। ਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਸਿੱਟ ਬੜੀਆਂ ਨੇ, ਜਿਹੜੀ ਯਾਦਵ ਦੇ ਥੱਲੇ ਬੜੀ ਹੋਈ ਸਿੱਟ ਆ ਉਹਨੂੰ ਇੱਕ ਢਕੌਂਸਲਾ ਤੇ ਪਖੰਡ ਕਿਹਾ। ਤੇ ਨਾਲ ਦੀ ਇਹਦਾ ਮਤਲਬ ਇਹ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕ੍ਰਿਟਿਸਾਈਜ਼ ਕਰ ਰਹੇ ਆ ਉੱਥੇ ਖੜੇ ਹੋ ਕੇ, ਉਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਵੀ ਉਹਦੇ ਤੇ ਕਟਾਕਸ਼ ਕਰ ਰਹੇ ਆ ਵੀ ਇਹ ਗਲਤ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ। ਉਹ ਕਹਿੰਦੇ ਮੈਂ ਦੋਨਾਂ ਹੀ ਨਿਹਾਲ ਸਿੰਘ ਦੀ ਸਿੱਟ ਤੇ ਜਿਹੜੇ ਯਾਦਵ ਦੀ ਸਿੱਟ ਹੈ, ਦੋਨੇ ਇੱਕ ਦੂਜੇ ਦੇ ਖਿਲਾਫ ਖੜੀਆਂ ਸੀਗੀਆਂ ਕੋਰਟ 'ਚ। ਮੈਂ ਦੋਵਾਂ ਨੂੰ ਇਕੱਠਿਆ ਖੜਾ ਕਰੂੰਗਾ। ਮੈਂ 50 ਵਕੀਲਾਂ ਦੀ ਟੀਮ ਲੈ ਬਹੁਤ ਵਧੀਆ ਉਹਨਾਂ ਗੱਲਾਂ ਕਹੀਆਂ। ਮੈਨੂੰ ਨਹੀਂ ਪਤਾ ਵੀ ਉਹ ਕੀ ਕਰ ਪਾਉਂਦੇ ਆ ਕਿ ਨਹੀਂ ਕਰ ਪਾਉਂਦੇ, ਜਦੋਂ ਉਹ ਬਾਰ-ਬਾਰ ਜਜ਼ਬਾਤੀ ਤੌਰ ਤੇ ਕਹਿੰਦੇ ਆ ਕਿ ਅਦਾਲਤ ਤੇ ਕੁੱਤੇ ਵੀ ਆ, ਗੁਰੂ ਗੋਬਿੰਦ ਸਿੰਘ ਦੀ ਅਦਾਲਤ ਵੀ ਆ ਜਿੱਥੇ ਮੈਂ ਕੇਸ ਆਪਣਾ ਰੱਖਿਆ ਹੋਇਆ ਤੇ ਉਹਦੇ ਰਿਜ਼ਲਟ ਵੀ ਸਾਹਮਣੇ ਆ ਰਹੇ ਆ। ਜਿਹੜੇ ਲੋਕ ਸਾਡੀ ਗੱਲ ਨਹੀਂ ਸੁਣਦੇ, ਅੱਜ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਆ। ਬਹੁਤ ਕੁਝ ਉਹਨਾਂ ਕਿਹਾ, ਬਹੁਤ ਸਹੀ ਵੀ ਕਿਹਾ। ਲੋਕਾਂ ਨੇ ਜਿਹੜੇ ਥੱਲੇ ਬੈਠੇ ਜਿਸ ਤਰ੍ਹਾਂ ਦੇ ਲੋਕ ਆਪਣੇ, ਤੁਹਾਨੂੰ ਉਹ ਵੀ ਪਤਾ, ਬੋਲੇ ਸੋਨ ਹਾਲ ਵਾਲੇ ਜਿਹੜੇ ਕਰਨਾ ਕੱਖ ਨਹੀਂ ਹੁੰਦਾ ਤੇ ਨਾਅਰੇ ਛੱਡਦੇ ਹੁੰਦੇ ਆ, ਉਹ ਵੀ ਬਥੇਰੇ ਵੇਖੇ। ਪਰ ਕੁੰਵਰ ਵਿਜੇ ਪ੍ਰਤਾਪ ਦੀ ਸਪੀਚ ਜਿਹੜੀ ਭਾਵਕ ਸਪੀਚ ਸੀਗੀ
ਔਰ ਉਹਨਾਂ ਚੋਂ ਇਸ ਗੱਲ ਦਾ ਦਰਦ ਵੀ ਝਲਕਦਾ ਸੀ ਤੇ ਉਹਨਾਂ ਨੇ ਆਪਣੀ ਆਪਣੀ ਪਾਰਟੀ ਨੂੰ ਵੀ ਨਿਸ਼ਾਨਾ ਬਣਾਇਆ। ਦੇਖੋ ਜਿਹੜਾ ਜਿਹੜਾ ਪਹਿਲਾਂ ਇਹ ਸਾਰਾ ਕੁਝ ਇੱਕ ਕਿਸਮ ਦਾ ਚੋਣਾਂ ਤੋਂ ਪਹਿਲਾਂ ਤੱਕ ਦਾ ਜਿਹੜਾ ਮਾਹੌਲ ਰਿਹਾ, ਉਹਦੇ 'ਚ ਕੋਲੇ ਜੇ ਪ੍ਰਤਾਪ ਦੀ ਰਿਪੋਰਟ ਨੂੰ ਵੀ ਜਿਹੜਾ ਇੱਕ ਪ੍ਰਮਾਣਿਕ ਰਿਪੋਰਟ ਮੰਨਦੀ ਰਹੀ ਆਮ ਆਦਮੀ ਪਾਰਟੀ, ਤੇ ਇਸ ਕਰਕੇ ਉਹ ਰਿਪੋਰਟ ਦਾ ਰੱਦ ਹੋਣਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਸ਼ਾਇਦ ਕੋਲੇ ਜੇ ਪ੍ਰਤਾਪ ਉਹਨਾਂ ਵਾਸਤੇ ਜਿਹੜਾ ਉਹ ਬਹੁਤੀ ਤਕਲੀਫ ਦੀ ਗੱਲ ਹੈਗੀ ਹੈ। ਤੇ ਉਹਨਾਂ ਨੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾਂ ਲੈ ਕੇ ਕਿਹਾ, ਹੁਣ ਇਹ ਆ ਵੀ ਜੇ ਲੀਗਲੀ ਉਹ ਕਹਿੰਦੇ ਆ ਵੀ ਮੈਂ ਵਕੀਲਾਂ ਦੀ ਟੀਮ ਲੈ ਕੇ ਇਸ ਸਾਰੇ ਮਾਮਲੇ ਨੂੰ ਜਿਹੜਾ ਦੇਖਣ ਦੀ ਕੋਸ਼ਿਸ਼ ਕਰੂੰਗਾ, ਤੇ ਹੋ ਸਕਦਾ ਉਹ ਲੀਗ ਦੀ ਜਿਹੜਾ ਫਿਰ ਸਾਰੇ ਕੁਝ ਨੂੰ ਜਿਹੜਾ ਰੀਓਪਨ ਕਰਾਉਣ ਦੀ ਕੋਸ਼ਿਸ਼ ਕਰਨਗੇ। ਪਰ ਇਹ ਸਿੱਧਾ ਸਵਾਲ ਆਪਣੀ ਹੀ ਪਾਰਟੀ ਤੇ ਉਹਨਾਂ ਦਾ ਹੈ, ਮਤਲਬ ਆਪਣੀ ਹੀ ਸਰਕਾਰ ਦੇ ਉੱਤੇ, ਆਪਣੀ ਹੀ ਪਾਰਟੀ ਦੇ ਉੱਤੇ। ਤੇ ਇਹਦੇ ਤੇ ਹੁਣ ਸਰਕਾਰ ਵੱਲੋਂ ਕੁਝ ਨਾ ਕਹਿਣਾ ਜਾਂ ਆਮ ਆਦਮੀ ਪਾਰਟੀ ਵੱਲੋਂ ਇਹਦੇ ਤੇ ਚੁੱਪੀ ਧਾਰ ਲੈਣੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਹ ਖੋਟ ਜਿਹੜਾ ਆ ਲਾਜ਼ਮੀ ਤੌਰ ਤੇ ਦਿਖਾਈ ਦੇ ਰਿਹਾ। ਸੋ ਮੈਨੂੰ ਲੱਗਦਾ ਕਿ ਇੱਕ ਵੱਡਾ ਸਵਾਲ ਜਿਹੜਾ ਆ ਪੰਜਾਬ ਸਰਕਾਰ ਦੇ ਸਾਹਮਣੇ ਉਹਨਾਂ ਦੇ ਆਪਣੇ ਹੀ ਵਿਧਾਇਕ ਨੇ ਖੜਾ ਕਰ ਦਿੱਤਾ ਹੈ, ਜਿਹਦੇ ਜਵਾਬ ਦੀ ਉਹਨਾਂ ਨੂੰ ਵੀ ਉਡੀਕ ਰਹੇਗੀ ਤੇ ਲੋਕਾਂ ਨੂੰ ਵੀ ਉਡੀਕ ਰਹੇਗੀ। ਬਿਲਕੁਲ ਦਸਾਂਝ ਸਾਹਿਬ, ਆਪਾਂ ਬਾਰ-ਬਾਰ ਆਪਣੇ ਪ੍ਰੋਗਰਾਮਾਂ 'ਚ ਇਹ ਕਹਿ ਰਹੇ ਹਾਂ ਕਿ ਜਿਹੜੇ 91-92 ਚੁਣ ਕੇ ਭੇਜੇ ਪੰਜਾਬੀਆਂ ਨੇ ਉਹ ਬਿਲਕੁਲ ਮਤਲਬ ਸ਼ਬਦ ਮੇਰੇ ਮੂੰਹ 'ਚੋਂ ਨਿਕਲਦਾ ਵਰਤਣਾ ਨਹੀਂ ਚਾਹੀਦਾ, ਨਪੁੰਸਕ ਬਣ ਕੇ ਨਾ ਬੈਠਣ, ਉਹ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ। ਜੇ ਇੰਨਿਆਂ 'ਚੋਂ ਇੱਕ ਅੱਧਾ ਵੀ ਬੋਲਦਾ ਤੇ ਸਾਨੂੰ ਚੰਗਾ ਵੀ ਲੱਗਦਾ ਤੇ ਉਹਦੇ ਨਾਲ ਖੜਨਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਕੁੰਵਰ ਵਿਜੇ ਪ੍ਰਤਾਪ ਬਿਲਕੁਲ ਦੁੱਧ ਧੋਤਾ ਹੋਏਗਾ, ਉਹਦੀ ਕੋਈ ਸਿਆਸੀ ਵਿੱਚ ਉਹਦੀ ਸਿਆਸੀ ਮਨਸ਼ਾ ਨਹੀਂ ਹੋਏਗੀ। ਇਹ ਸਭ ਕੁਝ ਦੇ ਬਾਵਜੂਦ ਇੱਕ ਵਧੀਆ ਕਿਰਦਾਰ ਵਾਲਾ ਅਫਸਰ ਉਹਨੂੰ ਮੰਨਿਆ ਜਾਂਦਾ ਰਿਹਾ। ਅੱਜ ਜਿਹੜੇ ਉਹਨਾਂ ਦੇ ਨਾਲ ਖੜੇ ਨੇ ਜਿਹੜੇ ਖਾਲਿਸਤਾਨੀ ਟੋਲ ਵਾਲੇ, ਉਹ ਤੇ ਉਹਨੂੰ ਕੱਲ ਤੱਕ ਭਈਆ ਵੀ ਕਹਿੰਦੇ ਰਹੇ ਆ। ਉਹ ਜਿਹੜੀਆਂ ਬੰਦੇ ਦੀਆਂ ਪ੍ਰਾਪਤੀਆਂ ਹੁੰਦੀਆਂ, ਉਹਦੀ ਭਾਸ਼ਾ ਦੇ ਉੱਤੇ ਇਤਰਾਜ਼ ਆ ਉਹਨਾਂ ਨੂੰ, ਉਹਦੇ ਪਹਿਰਾਵੇ ਤੇ ਇਤਰਾਜ਼ ਆ। ਉਹ ਕਹਿੰਦਾ ਮੈਨੂੰ ਕਹਿੰਦੇ ਆ ਗੈਰ ਸਿੱਖ, ਕਿਉਂ ਮੁੱਦਾ ਬਾਰ-ਬਾਰ ਉਠਾ ਰਿਹਾ? ਕਹਿੰਦਾ ਮੈਂ ਸਿੱਖ ਹੋਣਾ ਕੋਈ ਬਾਣੇ ਦਾ ਰੂਪ ਨਹੀਂ ਹੁੰਦਾ ਕਿ ਮੈਂ ਪਗੜੀ ਬੰਨ੍ਹ ਕੇ ਅੰਮ੍ਰਿਤ ਛਕਿਆ ਤਾਂ ਹੀ ਸਿੱਖਿਆ। ਸਿੱਖ ਦਾ ਕੰਮ ਆ ਬੇਇਨਸਾਫੀ ਦੇ ਵਿਰੁੱਧ ਲੜਨਾ, ਜਿਹੜਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ। ਤੇ ਮੈਂ ਆਪਣੇ ਆਪ ਨੂੰ ਸਿੱਖ ਮੰਨਦਾ ਹਾਂ, ਸਿੱਖ ਦੇ ਤੌਰ ਤੇ ਕੇਸ ਲੜੂੰਗਾ ਤੇ ਮੈਂ ਇਹਨੂੰ ਭਾਵੇਂ ਨਿੱਜੀ ਤੌਰ ਤੇ ਲੜਨਾ ਪਵੇ। ਉਹਨਾਂ ਦਾ ਨਿੱਜੀ ਤੌਰ ਤੇ ਕਹਿਣ ਦਾ ਭਾਵ ਇਹ ਸੀ ਕਿ ਸਰਕਾਰ ਪਿੱਠ ਦਿਖਾ ਰਹੀ ਆ। ਇਹ ਤੋਂ ਇਹ ਸੰਕੇਤ ਜ਼ਰੂਰ ਮਿਲਦੇ ਆ। ਕਹਿਣ ਨੂੰ ਤਾਂ ਇਹ ਵੀ ਕਹਿ ਦੋ ਕਿ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਤੇ ਉਹ ਨਾਰਾਜ਼ ਨੇ ਤੇ ਇਸ ਕਰਕੇ ਕਹਿੰਦੇ ਆ, ਇਹੋ ਜਿਹੀ ਵੀ ਕੱਲ ਨੂੰ ਭਾਸ਼ਾ ਆਉਣੀ ਸ਼ੁਰੂ ਹੋ ਜਾਏਗੀ। ਪਰ ਫਿਰ ਵੀ ਜੇ ਕੋਈ ਵਿਅਕਤੀ ਡਟ ਕੇ ਉਹ ਪੰਜਾਬ ਦੇ ਹਿੱਤਾਂ ਦੀ ਜਾਂ ਜਿਹੜਾ ਇੱਕ ਬੇਇਨਸਾਫੀ ਹੋਈ ਆ ਉਹਦੇ ਵਿਰੁੱਧ ਬੋਲਦਾ, ਇਹੀ ਤਾਂ ਹੀ ਕਹਿ ਰਹੇ ਕਿ ਬਾਕੀ 90 ਵੀ ਬੋਲਣ, ਜਿੱਥੇ ਗਲਤ ਆ ਉੱਥੇ ਬੋਲਣ, ਉਹਨਾਂ 'ਚ ਇੰਨੀ ਜਾਨ ਹੋਵੇ ਕਿ ਸੱਚ ਤੇ ਪਹਿਰਾ ਦੇ ਸਕਣ। ਤੇ ਜੇ ਕੋਈ ਇੱਕ ਅੱਧਾ ਦਿੰਦਾ ਤੇ ਉਹਦੀ ਪਿੱਠ ਥਾਪੜਨੀ ਬਹੁਤ ਜ਼ਰੂਰੀ ਹੈ ਮੇਰੇ ਖਿਆਲ 'ਚ। ਇਹ ਵੀ ਬਹੁਤ ਦੇਰ ਬਾਅਦ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕਾਫੀ ਪਹਿਲਾਂ 2 ਵਾਰੀ ਉਹਨਾਂ ਨੇ ਕੋਲੇ ਪ੍ਰਤਾਪ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਈਆਂ ਸੀ, ਬਾਅਦ ਵਿੱਚ ਪੋਸਟ ਹਟਾ ਡਿਲੀਟ ਕਰਨੀਆਂ ਪਈਆਂ, ਮਜਬੂਰ ਕੀਤਾ ਗਿਆ ਉਹਨਾਂ ਨੂੰ ਡਿਲੀਟ ਕਰ ਲਈ। ਹਾਂਜੀ ਮਜਬੂਰ ਕੀਤਾ ਗਿਆ ਤੇ ਉਹ ਕਾਫੀ ਦਿਨ ਫਿਰ ਵੀ ਉਹ ਚੁੱਪ ਰਹੇ ਨੇ। ਮਤਲਬ ਤੁਸੀਂ ਅੰਦਾਜ਼ਾ ਕਰ ਲਓ ਕਿ ਹੁਣ 6 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਇਸ ਸਰਕਾਰ ਨੂੰ, ਤੇ ਉਹ ਚੁੱਪ ਰਹੇ ਨੇ, ਸ਼ਾਇਦ ਉਹ ਉਡੀਕ ਕਰਦੇ ਰਹੇ। ਤੇ ਹੁਣ ਜਦੋਂ ਉਹਨਾਂ ਦੀ ਸ਼ਾਇਦ ਕਹਿ ਲਓ ਵੀ ਬਰਦਾਸ਼ਤ ਦੀ ਸੀਮਾ ਖਤਮ ਹੋ ਗਈ ਹੈ ਤੇ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਸਾਰੀਆਂ ਗੱਲਾਂ ਕੀਤੀਆਂ। ਏਦਾਂ ਹੋ ਸਕਦਾ ਹੈ ਕਿ ਕਈ ਵਾਰੀ ਇਮੀਡੀਏਟ ਅਸੀਂ ਉਮੀਦ ਕਰ ਲੈਂਦੇ ਹਾਂ ਵੀ ਹੁਣੇ ਹੀ ਜਿਹੜੇ 92 ਵਿਧਾਇਕ ਆ ਉਹਨਾਂ ਨੂੰ ਅਸੀਂ ਬੜਾ ਕੁਝ ਕਹਿ ਵੀ ਦਿੰਦੇ ਹਾਂ ਵੀ ਹੁਣੇ ਹੀ ਉਹ ਕਿਉਂ ਨਹੀਂ ਬੋਲਦੇ। ਹੋ ਸਕਦਾ ਵੀ ਕਈ ਵਾਰੀ ਏਦਾਂ ਦੀ ਉਡੀਕ 'ਚ ਲੋਕ ਲੈਂਦੇ ਆ ਵੀ ਅਸੀਂ ਇਨਰ ਪਾਰਟੀ ਡਿਸਕਸ਼ਨ ਦੇ ਵਿੱਚ ਹੀ ਹਾਲੇ ਮਸਲਾ ਰੱਖਣਾ, ਕਿਉਂਕਿ ਇੱਕ ਡਿਸਪਲਿਨ ਦਾ ਮਾਮਲਾ ਹੁੰਦਾ ਹੈ ਵੀ ਸਰਕਾਰ ਦੇ ਅੰਦਰ ਰਹਿੰਦਿਆਂ ਜਾਂ ਪਾਰਟੀ ਦੇ ਅੰਦਰ ਰਹਿੰਦਿਆਂ ਅਨੁਸ਼ਾਸਨੀ ਜਿਹੜੀ ਤਰਤੀਬ ਦੇ ਨਾਲ, ਮਾਹੌਲ ਦੇ ਨਾਲ ਚੱਲਣਾ ਹੁੰਦਾ ਹੈ। ਸ਼ਾਇਦ ਇਹਨਾਂ ਦੇ ਵਿੱਚੋਂ ਵੀ ਬਹੁਤੇ MLA ਹਾਲੇ ਸੋਚਦੇ ਹੋਣ ਵੀ ਇਹਨੂੰ ਪਾਰਟੀ ਦੇ ਅੰਦਰ ਹੀ ਮਸਲੇ ਨੂੰ ਜਿਹੜਾ ਵਿਚਾਰਿਆ ਜਾਏ। ਜਨਤਕ ਤੌਰ ਦੇ ਉੱਤੇ ਜੇ ਅਸੀਂ ਬਾਹਰ ਇਹ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰਾਂਗੇ ਤਾਂ ਪਾਰਟੀ ਦਾ ਵਿਰੋਧ ਮੰਨ ਲਿਆ ਜਾਏਗਾ ਤੇ ਸਾਡੇ ਤੇ ਕੋਈ ਆਉਣ ਵਾਲੇ ਸਮੇਂ 'ਚ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਸ਼ਾਇਦ ਹਾਲੇ ਇਸ ਢੰਗ ਨਾਲ ਵੀ ਬਹੁਤ ਸਾਰੇ ਲੋਕ ਸੋਚਦੇ ਹੋਣ। ਜੀ ਅੱਛਾ, ਕੁਝ ਜਿਹੜੇ ਉਹਨਾਂ ਦਸਤਾਵੇਜ਼ ਦਿਖਾਏ, ਗੱਲ ਫਿਰ ਲੰਬੀ ਕਰ ਰਹੇ ਆਪਾਂ ਇਸ ਇਸ਼ੂ ਦੇ ਉੱਤੇ, ਉਹਦੇ ਵਿੱਚ ਉਹਨਾਂ ਨੇ ਉਸ ਸਮੇਂ ਦੇ ਜਥੇਦਾਰ ਪਟਨਾ ਸਾਹਿਬ ਦੇ ਜਿਹੜੇ ਤਖਤ ਦੇ ਜਥੇਦਾਰ ਸੀ ਉਹਨਾਂ ਦੀ ਹੱਥ ਲਿਖਤ ਵੀ ਲੋਕਾਂ ਨੂੰ ਦਿਖਾਈ, ਜਿਹੜੀ 7 ਸਫ਼ਿਆਂ ਦੀ ਲਿਖੀ ਹੋਈ ਸੀ, ਜਿਹਦੇ ਵਿੱਚ ਮਾਫੀਨਾਮੇ ਬਾਰੇ ਗੱਲ ਕੀਤੀ ਹੈ। ਜਦੋਂ ਜਿਹੜਾ ਸਰਸੇ ਵਾਲੇ ਸਾਧ ਨੂੰ ਮਾਫੀਨਾਮਾ ਦਿੱਤਾ ਜਾਂਦਾ, ਜਿੱਦਾਂ ਬਾਦਲ ਸਾਹਿਬ ਦੇ ਘਰ ਬੁਲਾ ਕੇ ਜਿਸ ਤਰ੍ਹਾਂ ਉਹਨਾਂ ਦੇ ਪ੍ਰੈਸ਼ਰਾਈਜ਼ ਕੀਤਾ ਜਾਂਦਾ ਆ, ਔਰ ਨਾਲ ਉਹਨਾਂ ਨੇ
ਬਿਆਨ ਜਿਹੜਾ ਦਰਜ ਹੋਇਆ ਉਹਨਾਂ ਕੋਲ ਸਰਦਾਰ ਤਰਲੋਚਨ ਸਿੰਘ ਦਾ, ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਉਦੋਂ ਚੇਅਰਮੈਨ ਸੀ, ਉਹਨਾਂ ਦਾ ਵੀ ਦਰਜ ਕੀਤਾ ਹੈ। ਉਹ ਕਹਿੰਦਾ ਇਹ ਲੋਕ ਕੋਰਟ 'ਚ ਆ ਕੇ ਮੁੱਕਰ ਜਾਣ, ਮੈਂ ਦੋਸ਼ੀ ਹਾਂ। ਮੈਂ ਸਮਝਦਾ ਕਿ ਨਹੀਂ ਮੁੱਕਰ ਸਕਦੇ ਕਿਉਂਕਿ ਉਹਨਾਂ ਨੇ ਬਿਆਨ ਦਿੱਤੇ ਹੋਏ ਲਿਖਤ 'ਚ ਆ, ਪ੍ਰੂਫ ਨੇ। ਤੇ ਬਹੁਤ ਸਾਰੇ ਸਵਾਲ ਉਹਨਾਂ ਉਠਾਏ, ਇੱਕ ਸਵਾਲ ਨਹੀਂ ਉਹਨਾਂ ਖੜਾ ਕੀਤਾ, ਬਹੁਤ ਸਾਰੇ ਸਵਾਲ ਉਹਨਾਂ ਖੜੇ ਕੀਤੇ। ਉਹਨਾਂ ਇਹ ਵੀ ਸਵਾਲ ਖੜਾ ਕੀਤਾ ਕਿ ਬਚਪਨ ਦੀਆਂ ਕਿਤਾਬਾਂ 'ਚ ਪੜ੍ਹਦੇ ਆਏ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਤੇ ਅਕਾਲ ਤਖਤ ਬਣਾਇਆ, ਤੇ ਅੱਜ ਉਹ ਹੀ ਅਕਾਲ ਤਖਤ ਟਾਈਪਰਾਈਟਰ ਦੇ ਉੱਤੇ ਜਾਲੀ ਚੀਜ਼ਾਂ ਟਾਈਪ ਕਰਕੇ ਵਿੱਚ ਪਾ ਰਿਹਾ ਆ। ਤੇ ਇਹਦੋਂ ਵੱਡਾ ਸਵਾਲ ਕੌਣ ਕਰ ਸਕਦਾ ਕਿ ਸਿੱਖ ਦਾ ਹੀ ਆ ਵੀ ਨਹੀਂ ਵੀ ਉਹ ਗੱਲਾਂ ਕਰੇ। ਮੈਨੂੰ ਤਾਂ ਲੱਗਿਆ ਕਿ ਉਹ ਬੰਦੇ ਨੇ ਸਹੀ ਗੱਲਾਂ ਕੀਤੀਆਂ। ਠੀਕ ਹੈ, ਸੱਚ ਨਾਲ ਖੜਦੇ ਨਹੀਂ ਹੁੰਦੇ ਲੋਕ, ਥੋੜਾ ਸਮੇਂ ਬਾਅਦ ਉਹਨੂੰ ਕੁਛ ਨਾ ਕੁਛ ਹੋਰ ਇਲਜ਼ਾਮ ਲਾ ਕੇ ਸਾਈਡ ਤੇ ਕਰ ਦਿੱਤਾ ਜਾਂਦਾ, ਪਹਿਲਾਂ ਵੀ ਕੀਤਾ ਹੋਇਆ। ਹਾਲਾਂਕਿ ਆਪਾਂ ਸਮਝਦੇ ਹਾਂ ਕਿ ਉਹ ਵਿਅਕਤੀ ਡਿਜ਼ਰਵ ਕਰਦਾ ਸੀ ਕਿ ਉਹਨਾਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਮਿਲਦੀ। ਆਪਾਂ ਕੋਈ ਇਸ ਗੱਲ ਦੀ ਸਪੋਰਟ ਵੀ ਨਹੀਂ ਕਰਦੇ ਵੀ ਜ਼ਰੂਰ ਮਿਲਣੀ ਚਾਹੀਦੀ ਸੀ। ਬਹੁਤ ਸਾਰੇ ਲੋਕ ਹੋਰ ਵੀ ਹੈ ਸਿਆਣੇ। ਫਿਰ ਜਿਹੜਾ ਮੈਂ ਸਵਾਲ ਤੁਹਾਨੂੰ ਦੱਸਿਆ, ਸਪੀਕਰ ਨੂੰ ਕਿਹਾ ਸੀਗਾ ਕਿ ਤੁਹਾਡੇ ਕੋਲ ਪੰਜਾਬ ਦੀ ਚੁਣ ਕੇ ਕਰੀਮ ਆਈ, ਪੜ੍ਹੇ ਲਿਖੇ ਲੋਕ, ਤੇ ਤੁਸੀਂ 10ਵੀਂ ਪਾਸ ਹੀ ਕੈਬਨਿਟ 'ਚ ਕਿਉਂ ਲਏ? ਫਿਰ ਉਹਨਾਂ ਵੀ ਕਿਹਾ ਸੀ ਕਿੱਕ ਕਿਹੜਾ ਚੰਗੀ ਮਾਰਦਾ ਉਹ ਵੇਖਦੇ ਆ। ਆ ਸਾਰੀਆਂ ਚੀਜ਼ਾਂ ਹੈਗੀਆਂ। ਫਿਰ ਉਹਦੇ 'ਚ ਇਹੀ ਆ ਵੀ ਜਦੋਂ ਫਿਰ ਜਿਹੜੇ ਕਾਊਂਟਰ ਕਰਦੇ ਹੁੰਦੇ ਆ, ਫਿਰ ਉਹ ਇਦਾਂ ਦੀਆਂ ਗੱਲਾਂ ਨੂੰ ਅੱਗੇ ਲੈ ਆਉਂਦੇ ਹੁੰਦੇ ਆ ਵੀ ਸ਼ਾਇਦ ਇਹ ਬੰਦੇ ਨੂੰ ਕਿਤੇ ਨਾ ਕਿਤੇ ਇਹ ਸੀ ਕਿ ਵੀ ਹਾਂ ਮੈਂ ਕੈਬਨਿਟ 'ਚ ਜਾਵਾਂ ਜੀ। ਈਵਨ ਗ੍ਰਹਿ ਮੰਤਰੀ ਦੀ ਇੱਕ ਇੱਛਾ ਉਹਨਾਂ ਨੇ ਪਾਲੀ ਹੋਈ, ਜ਼ਰੂਰ ਆਏਗੀ ਜੀ, ਜ਼ਰੂਰ ਇਹ ਗੱਲ ਆਏਗੀ। ਵਿਰੋਧੀ ਇਹ ਗੱਲ ਉਭਾਰਨਗੇ, ਬਹੁਤ ਸਾਰੇ ਲੋਕ ਉਭਾਰਨਗੇ, ਮੈਨੂੰ ਪਤਾ ਹੈ ਉਭਾਰਨਗੇ ਲੋਕ, ਬਿਲਕੁਲ ਬਿਲਕੁਲ ਉਭਾਰਨਗੇ। ਪਰ ਜਿਹੜੇ ਤੱਥ ਹੈ, ਤੱਥਾਂ ਨੂੰ ਤੁਸੀਂ ਜਿਹੜਾ ਆ, ਜਿਹੜੇ ਫੈਕਟ ਜਿਹੜੇ ਆ, ਉਹਨਾਂ ਨੂੰ ਤੁਸੀਂ ਅਣਦੇਖਿਆ ਨਹੀਂ ਕਰ ਸਕਦੇ। ਜਿਹੜੇ ਤੱਥ ਉਹਨਾਂ ਨੇ ਪੇਸ਼ ਕੀਤੇ, ਉਹਦੇ ਲਈ ਉਹ ਸਾਰੇ ਲੋਕ ਜਿਹੜੇ ਆ ਇਸ ਵੇਲੇ ਕਟਹਿਰੇ ਦੇ ਵਿੱਚ ਹੈਗੇ ਹਨ। ਲੋਕ ਜ਼ਰੂਰ ਹੁਣ ਜਦੋਂ ਜਨਤਕ ਗੱਲਾਂ ਹੋ ਜਾਂਦੀਆਂ ਤੇ ਫਿਰ ਇਹਦੇ ਤੇ ਲੋਕ ਵੀ ਸਵਾਲ ਕਰਨਗੇ। ਹਾਲੇ ਤੱਕ ਦੇ ਕੋਈ ਜੇ ਪੰਜਾਬ ਦੇ ਸਵਾਲ ਹੈ, ਹੁਣ ਲੋਕ ਵੀ ਇਹਨਾਂ ਦੇ ਹਵਾਲੇ ਦੇ ਕੇ ਜਿਹੜਾ ਹੈ ਉਹ ਸ਼ਾਇਦ ਜਿਹੜੀ ਲੀਡਰਸ਼ਿਪ ਹੈ, ਚਾਹੇ ਉਹ ਉਸ ਵੇਲੇ ਦੀ ਲੀਡਰਸ਼ਿਪ ਨਹੀਂ ਹੋਵੇ, ਚਾਹੇ ਹੁਣ ਦੀ ਲੀਡਰਸ਼ਿਪ ਹੈ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਸਵਾਲ ਤਾਂ ਉੱਧਰ ਵੀ ਹੁਣ ਲੋਕ ਵੀ ਕਰਦੇ। ਉਹਨਾਂ ਕਹੇ ਮੇਰੇ ਕੋਲ ਸਾਰੇ ਦਸਤਾਵੇਜ਼ ਹੈ, ਜਿਹਨੂੰ ਕਾਪੀ ਚਾਹੀਦੀ ਮੇਰੇ ਕੋਲ ਲੈ ਲੈ। ਮੂੰਹ ਜ਼ਬਾਨੀ ਗੱਲ ਨਹੀਂ ਮੈਂ ਕਰਦਾ, ਮੈਨੂੰ ਤਾਂ ਮੂੰਹ ਜ਼ਬਾਨੀ ਸਭ ਕੁਝ ਯਾਦ ਆ। ਅੱਛਾ, ਇੱਕ ਅਗਲੀ ਖਬਰ ਵੱਲ ਵਧੀਏ। ਇੱਕ ਹੋਰ ਸਾਡੇ ਬੜੇ ਸਟਰੋਂਗ ਮੰਤਰੀ, ਸਾਡੇ ਪੰਚਾਇਤ ਮੰਤਰੀ, ਖੇਤੀਬਾੜੀ ਮੰਤਰੀ ਭਗਤੂਪੁਰੇ ਵਾਲੀ ਗੱਲ ਦਾ ਉਹਨਾਂ ਤੇ ਸ਼ੁਰੂਆਤੀ ਦਿਨਾਂ 'ਚ ਇੱਕ ਇਲਜ਼ਾਮ ਲੱਗ ਗਿਆ ਤੇ ਮੀਡੀਆ ਦੇ ਕੁਝ ਚੈਨਲਾਂ ਨੇ ਕਹਾਣੀ ਵੀ ਚਲਾ ਦਿੱਤੀ ਕਿ ਇੱਕ ਮਾਝੇ ਦਾ ਮੰਤਰੀ ਜਾਣ ਵਾਲਾ ਕੋਈ ਉਂਗਲ ਲਾਲਜੀ ਭੁੱਲਰ ਵੱਲ ਕਰਦਾ ਸੀ ਤੇ ਕੋਈ ਈਟੀਓ ਸਾਹਿਬ ਵੱਲ ਕਰਦਾ ਸੀ, ਤੇ ਵਿੱਚ ਕੁਲਦੀਪ ਧਾਲੀਵਾਲ ਦਾ ਵੀ ਨਾਂ ਬੋਲਦਾ ਸੀਗਾ। ਕਹਿੰਦੇ ਸੀ ਕਿ ਉਹ ਪਹਿਲਾਂ ਉਹਨਾਂ ਸਟੈਂਡ ਲਿਆ ਕਿ ਉਹ ਜਿਹੜੀ ਪੰਚਾਇਤੀ ਜ਼ਮੀਨ ਖਾਲੇ ਤੇ ਪੈਹ ਵਾਲੀ ਆ, ਉਹ ਜਿਹੜੀ ਦਿੱਤੀ ਗਈ ਆ, ਤੇ ਉਹ ਦਿੱਤੀ ਵੀ ਇਹਨਾਂ ਦੇ ਸਮੇਂ ਗਈ। ਇੱਦਾਂ ਦੀਆਂ ਕੁਝ ਖਬਰਾਂ ਆਈਆਂ ਤੇ ਬਾਅਦ 'ਚ ਪਤਾ ਲੱਗਿਆ ਨਹੀਂ ਜੀ, ਉਹ ਤਾਂ ਜਾਂਦੇ ਜਿਹੜੇ ਮੰਤਰੀ ਸੀ ਪੁਰਾਣੇ, ਬਾਜਵਾ ਸਾਹਿਬ, ਕਾਦੀਆਂ ਵਾਲੇ, ਦੂਜੇ ਬਾਜਵਾ, ਉਹ ਕਰ ਗਏ ਸੀਗੇ। ਹੁਣ ਉਹਨਾਂ ਨੇ ਪੱਲਾ ਝਾੜ ਲਿਆ ਸਰਦਾਰ ਕੁਲਦੀਪ ਸਿੰਘ ਰਾਣੇ ਵੀ ਕਿ ਮੇਰਾ ਕੰਮ ਤੇ ਉਹਦੀ ਇਨਵੈਸਟੀਗੇਸ਼ਨ ਕਰਨਾ ਸੀ ਤੇ ਰਿਪੋਰਟ ਮੈਂ ਦੇ ਦਿੱਤੀ ਭਗਵੰਤ ਮਾਨ ਹੋਰਾਂ ਨੂੰ, ਤੇ ਜਿਹੜੇ ਅਫਸਰ ਇਨਵੋਲਵ ਸੀ ਉਹਨਾਂ ਨੂੰ ਆਂਦੇ ਤਰੱਕੀਆਂ ਦੇ ਦਿੱਤੀਆਂ। ਤੇ ਫਿਰ ਹੁਣ ਮੰਤਰੀ ਮੰਡਲ 'ਚ ਵੀ ਇਦਾਂ ਦੀ ਜੇ ਇੱਕ ਸੁਰਤਾ ਨਾ ਹੋਊਗੀ ਤੇ ਫਿਰ ਕੀ ਹੋਊਗਾ? ਦੇਖੋ, ਕਈ ਵਾਰੀ ਹਰਡਲਸ ਸ਼ਾਇਦ ਆ ਜਾਂਦੀਆਂ। ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ, ਉਦੋਂ ਵੀ ਬੜੀਆਂ ਸਾਰੀਆਂ ਗੱਲਾਂ ਸਾਡੇ ਸਾਹਮਣੇ ਸੀਗੀਆਂ। ਤੇ ਇਹਨੂੰ ਏਦਾਂ ਵੀ ਨਹੀਂ ਲੈਣਾ ਚਾਹੀਦਾ ਕਿ ਵੀ ਜਿਹੜੀ ਕਾਰਵਾਈ ਕਰਨ ਦਾ ਜਿਹੜਾ ਡਾਇਰੈਕਟਲੀ ਕੋਈ ਅਧਿਕਾਰ ਜਿਹੜਾ ਆ ਕਿਸੇ ਕੈਬਨਿਟ ਦੇ ਸਕੂਲ ਹੋਇਆ, ਅਲਟੀਮੇਟਲੀ ਚੀਫ ਮਿਨਿਸਟਰ ਦੇ ਦਸਤਖਤਾਂ ਦੇ ਨਾਲ ਹੀ ਕੋਈ ਕਾਰਵਾਈ ਜਿਹੜੀ ਹੋਵੇ। ਉਹਨਾਂ ਨੇ ਇਹ ਗੱਲ ਦੱਸਣ ਲਈ ਵੀ ਜੇ ਪ੍ਰੈਸ ਬਾਰ-ਬਾਰ ਪੁੱਛੇਗੀ ਤਾਂ ਉਹਨੂੰ ਦੱਸਣਾ ਤਾਂ ਪਏਗਾ ਵੀ ਤੁਸੀਂ ਕੀ ਕੀਤਾ। ਉਹਨਾਂ ਨੇ ਜ਼ਰੂਰ ਕਿਹਾ ਕਿ ਸਰ ਇਹੋ ਜਿਹੇ ਡਿਸੀਜਨ ਕੈਬਨਿਟ 'ਚ ਨਹੀਂ ਹੁੰਦੇ, ਇੱਕ ਸਰਬ ਰਾਏ ਨਹੀਂ ਬਣਦੀ, ਮੁੱਖ ਮੰਤਰੀ ਜ਼ਰੂਰ ਸਾਈਨ ਕਰਨ ਤਾਂ ਹੀ ਹੁੰਦਾ ਜਾਂ ਕੈਬਨਿਟ ਦੀ ਰਾਏ ਬਣਦੀ ਹੈ? ਇੱਥੇ ਕੈਬਨਿਟ ਦੀ ਰਾਏ ਦੇ ਬਾਵਜੂਦ ਕੈਬਨਿਟ ਦੀ ਰਾਏ ਤਾਂ ਬਣੇਗੀ ਲਾਜ਼ਮੀ ਤੌਰ ਦੇ ਉੱਤੇ, ਪਰ ਉਹਦਾ ਜਿਹੜਾ ਪ੍ਰਮਾਣਿਕ ਜਿਹੜਾ ਕਾਰਵਾਈ ਹੋਏਗੀ ਤੇ ਉਹ ਤਾਂ ਫਿਰ ਚੀਫ ਮਿਨਿਸਟਰ ਦੇ ਦਸਤਖਤਾਂ ਦੇ ਨਾਲ ਹੀ ਹੋ ਸਕੇਗੀ। ਠੀਕ ਹੈ ਨਾ ਜੀ। ਤੇ ਇਹ ਉਹਨਾਂ ਨੇ ਇਹ ਦੱਸਿਆ ਹੀ ਆ ਕਿ ਹਾਂ ਵੀ ਮੇਰਾ ਕੰਮ ਇਨਵੈਸਟੀਗੇਸ਼ਨ ਦਾ ਸੀ, ਉਹ ਕਰਦੇ ਹੀ ਹੈ। ਤੇ ਇਨਵੈਸਟੀਗੇਸ਼ਨ ਦੀ ਜਿਹੜੀ ਆਖਰੀ ਰਿਪੋਰਟ ਤਾਂ ਫਿਰ ਚੀਫ ਮਿਨਿਸਟਰ ਸਾਹਿਬ ਦੀ ਜਾਂ ਕਹਿ ਲਓ ਵੀ CMO ਨੂੰ ਜਾਏਗੀ, ਚੀਫ ਮਿਨਿਸਟਰ ਦੇ ਦਫ਼ਤਰ ਨੂੰ ਜਾਏਗੀ। ਉਹ ਸਾਰਾ ਕੁਝ ਉਹਦੇ ਤੇ ਪ੍ਰਮਾਣਿਕ ਦੇਖ ਕੇ ਫਿਰ ਉਸ ਤੋਂ ਬਾਅਦ ਕਾਰਵਾਈ ਦਾ ਕੋਈ ਫੈਸਲਾ ਹੋ ਸਕਦਾ। ਉਹਨੂੰ ਏਦਾਂ ਮੇਰੇ ਖਿਆਲ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਹਾਂ ਵੀ ਕਿਤੇ ਕੈਬਨਿਟ ਦੇ ਵਿੱਚ ਵੀ ਟ੍ਰਾਂਸਫਰ ਹੋ ਗਈ ਹੈ, ਵੀ ਪਤਾ ਨਹੀਂ ਕੋਈ ਆਪਣੇ ਹੀ ਚੀਫ ਮਿਨਿਸਟਰ ਦੇ ਖਿਲਾਫ ਉਹਨਾਂ ਨੇ ਕੋਈ ਗੱਲ ਕਹੀ ਹੈ। ਮੈਂ ਸਮਝਦਾ ਏਦਾਂ ਦੀ ਕੋਈ ਗੱਲ ਹੋਈ ਨਹੀਂ, ਖਿਲਾਫ ਨਹੀਂ ਗਈ, ਪਰ ਗੇਂਦ ਉਹਨਾਂ ਦੇ ਪਾਲੇ 'ਚ ਪਾਤੀ, ਮੈਂ ਆਪਣਾ ਕੰਮ ਕਰਤਾ, ਹੁਣ ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਜਾਨੀ ਕਿ ਜੇ ਕੱਲ ਨੂੰ ਬਿੰਬ ਧੁੰਦਲਾ ਹੁੰਦਾ ਤੇ ਫਿਰ ਮੁੱਖ ਮੰਤਰੀ ਦਾ ਹੋਏਗਾ, ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਹਾਂਜੀ
ਮੀਡੀਆ ਅਸਲ ਦੇ ਵਿੱਚ ਨਾ ਉਹਨੂੰ ਏਦਾਂ ਚੀਜ਼ਾਂ ਨੂੰ ਉਭਾਰਦਾ ਆ ਵੀ ਹਾਂ ਵੀ ਇਹ ਲਫ਼ਜ਼ ਵੀ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਵੀ ਗੇਂਦ ਮੁੱਖ ਮੰਤਰੀ ਦੇ ਪਾਲੇ ਚ ਹੁੰਦੀ ਹੈ। ਇਹ ਇਹੋ ਲਾਇਆ ਗਿਆ, ਵਿਰੋਧੀਆਂ ਲਈ ਮੀਡੀਆ ਵੱਲੋਂ ਵਰਤਿਆ ਇਹੋ ਲਾਇਆ ਗਿਆ ਸਾਰੇ ਵੱਲੋਂ। ਵਿਰੋਧੀਆਂ ਲਈ ਵਰਤਿਆ ਜਾਂਦਾ ਏਦਾਂ ਦੇ ਜਿਹੜੇ ਜਿਹੜੇ ਸਲਾਗਨ ਵਿਰੋਧੀਆਂ ਲਈ ਵਰਤੇ ਜਾਂਦੇ ਵੀ ਲੋ ਜੀ ਹੁਣ ਤਾਂ ਜੀ ਰਾਹੁਲ ਗਾਂਧੀ ਨੇ ਗੇਂਦ ਮੋਦੀ ਦੇ ਪਾਲੇ ਚੜ੍ਹ ਦਿੱਤੀ। ਰਾਹੁਲ ਗਾਂਧੀ ਗੇਂਦ ਸੋਨੀਆ ਗਾਂਧੀ ਦੇ ਪਾਲੇ ਚ ਨਹੀਂ ਸਿੱਟ ਸਕਦੇ, ਠੀਕ ਹੈ ਜੀ। ਤੇ ਇਸ ਕਰਕੇ ਮੈਂ ਸਮਝਦਾ ਕਿ ਹਾਂ ਇਹ ਜ਼ਿੰਮੇਵਾਰੀ ਹੈ, ਇਹ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਲਾਜ਼ਮੀ ਤੌਰ ਤੇ ਉਹਨਾਂ ਨੇ ਇਹ ਦੱਸਿਆ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਸਰਕਾਰ ਦੀ ਹੈ। ਸਰਕਾਰ ਦਾ ਮਤਲਬ ਭਗਵੰਤ ਮਾਨ ਕਿਉਂਕਿ ਉਹਨੂੰ ਹੈਡ ਕਰ ਰਿਹਾ। ਅੱਛਾ, ਬਾਬਾ ਜੀ ਨੂੰ ਪਰੋਲ ਫੇਰ ਮਿਲ ਗਈ 40 ਦਿਨ ਦੀ। ਜਦੋਂ ਇਲੈਕਸ਼ਨ ਆਉਂਦੀ ਉਦੋਂ ਬਾਬੇ ਨੂੰ ਪਰੋਲ ਮਿਲ ਜਾਂਦੀ ਆ। ਸਾਲ 'ਚ ਤੀਜੀ ਵਾਰੀ 51 ਦਿਨ ਦੀ ਛੁੱਟੀ ਪਹਿਲਾਂ ਮਿਲ ਚੁੱਕੀ ਹੈ ਉਹਨੂੰ, 40 ਦਿਨ ਹੋਣ ਨਾਲੋਂ 91 ਦਿਨ ਹੋ ਗਏ। ਮੈਨੂੰ ਲੱਗਦਾ ਹੁਣ ਜੇਲ੍ਹ ਚ ਛੁੱਟੀ ਰਹਿ ਕੇ ਜੇਲ੍ਹ ਚ ਜਾਇਆ ਰਿਹਾ ਕਰਨਗੇ ਕਦੀ ਕਦੀ ਵਿੱਚ ਵਿੱਚ। ਨਾ ਹੁਣ ਤਾਂ ਏਦਾਂ ਹੀ ਹੋਣ ਵਾਲੀ ਆ ਕਿਉਂਕਿ 2024 ਵੀ ਆ ਜਾਣੀ ਹੈ, 2024 ਵੀ ਹੋ ਜਾਣੀ ਹੈ ਤੇ ਹੁਣ ਚੋਣਾਂ ਆ ਗਈਆਂ। ਆਦਮਪੁਰ ਦੀ ਚੋਣ ਹੈਗੀ ਹੈ 3 ਨਵੰਬਰ ਦੀ। ਇੱਕ ਹੋਰ ਕੰਮ ਕਰ ਲੈਣਾ ਚਾਹੀਦਾ ਦਸਾਂਝ ਸਾਹਿਬ। ਇੱਕ ਕੰਮ ਪੰਜਾਬ ਸਰਕਾਰ ਨੇ ਹੋਰ ਕੀਤਾ, ਕੁਝ ਮੁਲਕਾਂ 'ਚ ਪਹਿਲਾਂ ਵੀ ਸੀਗਾ, ਕਿ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ 2 ਘੰਟੇ ਰਹਿਣ ਦਾ, ਜਿੱਥੇ ਸਪੈਸ਼ਲ ਕਮਰੇ ਬਣਾਏ ਗਏ ਵਾਸ਼ਰੂਮ, ਬਾਬਾ ਜੀ ਨੂੰ ਵੀ ਫੈਸਿਲਿਟੀ ਦੇ ਦੇਣ। ਚੰਗਾ, ਹਰਿਆਣੇ 'ਚ ਅਜੇ ਲਾਗੂ ਨਹੀਂ ਹੋਇਆ, ਬਾਬਾ ਜੀ ਨੂੰ ਪੰਜਾਬ ਲੈ ਆਉਣਾ ਚਾਹੀਦਾ ਕਿਉਂਕਿ ਬਹੁਤ ਪਰੇਸ਼ਾਨ ਹੋਣਗੇ। ਸੰਤ ਆਸਾ ਰਾਮ ਵਾਂਗੂ ਉਹ ਵੀ ਬੜੇ ਪਰੇਸ਼ਾਨ, ਉਹਨਾਂ ਨੂੰ ਵੀ ਇੱਕ ਹਕੀਮ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਸੀ ਉਹਨਾਂ ਦੀ ਦਰਦ ਠੀਕ ਕਰਨ ਵਾਸਤੇ। ਤੇ ਇਹਨਾਂ ਬਾਬਾ ਜੀ ਨੂੰ ਸ਼ਾਇਦ ਇਹੋ ਜਿਹੀਆਂ ਜ਼ਰੂਰਤਾਂ ਹੋਣ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਵੈਸੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਆਪਾਂ ਨੂੰ ਕਈ ਵਾਰੀ ਖਬਰਾਂ ਸਾਡੇ ਸਾਹਮਣੇ ਨਹੀਂ ਹੁੰਦੀਆਂ, ਜਦੋਂ ਅਸੀਂ ਜੇਲ੍ਹਾਂ ਦੀ ਹਾਲਤ ਦੇਖਦੇ ਹਾਂ, ਟ੍ਰੀਟਮੈਂਟ ਦਾ ਜ਼ਿਕਰ ਕਰਦੇ ਹਾਂ, ਸਾਰੀਆਂ ਸਹੂਲਤਾਂ ਤਾਂ ਮਿਲੇ ਰਹੀਆਂ ਹੁੰਦੀਆਂ ਨੇ। ਇਹ ਮਤਲਬ ਏਦਾਂ ਦੇ ਲੋਕ ਜਿਹੜੇ ਪਾਵਰਫੁਲ ਲੋਕ ਜਿਹੜੇ ਆ, ਜਿਨ੍ਹਾਂ ਕੋਲ ਪੈਸੇ ਦੀ ਵੀ ਕਮੀ ਨਹੀਂ ਹੈ, ਜਿਹੜੇ ਰਾਜਨੀਤਿਕ ਤੌਰ ਦੇ ਉੱਤੇ ਕਿਸੇ ਧਿਰ ਵਾਸਤੇ ਫਾਇਦੇਮੰਦ ਹੋ ਸਕਦੇ ਆ, ਤੇ ਉਹਨਾਂ ਵਾਸਤੇ ਕਿਸੇ ਕਿਸਮ ਦੀ ਜੇਲ੍ਹਾਂ ਦੇ ਅੰਦਰ ਵੀ ਜਿਹੜੀ ਕੋਈ ਉਹਨਾਂ ਨੂੰ ਮੁਸ਼ਕਲ ਸਥਿਤੀ ਨਹੀਂ ਆਉਣ ਦਿੱਤੀ ਜਾਂਦੀ। ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਸਹੂਲਤਾਂ ਨੂੰ ਮਿਲਦੀ ਹੈ, ਉਹਨੂੰ ਆਪਾਂ ਵਿਅੰਗ ਦੇ ਤੌਰ ਤੇ ਸਟਾਇਰ ਵਜੋਂ ਜੋ ਮਰਜ਼ੀ ਕਹਿ ਲਈਏ, ਪਰ ਸਹੂਲਤਾਂ ਪਹਿਲਾਂ ਵੀ ਸਾਰੀਆਂ ਉਹਨਾਂ ਨੂੰ ਮਿਲਦੀਆਂ। ਤੇ ਹੁਣ ਇਹ ਆ ਵੀ ਜਦੋਂ ਬਾਹਰ ਉਹਨਾਂ ਨੂੰ ਲਿਆਂਦਾ ਜਾਂਦਾ ਹੈ ਤਾਂ ਇੱਕ ਸੋਚੀ ਸਮਝੀ ਯੋਜਨਾ ਦੇ ਤਹਿਤ ਹੀ ਹੁੰਦਾ ਹੈ ਵੀ ਇੱਕ ਦੇਖੋ ਐਡਾ ਵੱਡਾ ਸੀਰੀਅਸ ਕਿਸਮ ਦੇ ਜਿਹੜੇ ਮਤਲਬ ਦੋਸ਼ ਜਿਹੜੇ ਸਿੱਧ ਹੋ ਗਏ, ਉਹਦੇ ਚ ਉਹਨੂੰ 20 ਸਾਲ ਦੀ ਸਜ਼ਾ ਹੈ। ਤੇ ਏਦਾਂ ਦੇ ਸਜ਼ਾ ਦਾ ਜਿਹੜੇ ਕੈਦੀ ਨੂੰ ਵਾਸਤੇ ਸਾਲ ਦੇ ਵਿੱਚ ਮਤਲਬ ਤੀਜਾ ਹਿੱਸਾ ਸਾਲ ਦਾ ਜਿਹੜਾ ਆ ਉਹ ਹੈ ਨੈਸ਼ੋ ਇਸ਼ਰਤ, ਜਿਹੜਾ ਖੁੱਲੇ ਤੌਰ ਦੇ ਉੱਤੇ ਉਹਨੂੰ ਕਰਨ ਦਿੱਤੀ ਜਾਂਦੀ ਹੈ। ਉਹਦੇ ਵਾਸਤੇ ਜਿਹੜਾ VVIP ਟ੍ਰੀਟਮੈਂਟ ਜਿਹੜੀ ਜੇਲ੍ਹ 'ਚ ਵੀ ਹੁੰਦੀ ਹੈ, ਜੇਲ੍ਹ ਤੋਂ ਬਾਹਰ ਪੈਰੋਲ ਵੀ ਮਿਲ ਜਾਂਦੀ ਹੈ। ਇਹ ਬੜੇ ਵੱਡੇ ਸਵਾਲ ਨੇ ਸਾਡੇ ਸਿਸਟਮ ਦੇ ਉੱਤੇ, ਤੇ ਖਾਸ ਤੌਰ ਦੇ ਉੱਤੇ ਸਾਡੀ ਇਸ ਰਾਜਨੀਤੀ ਦੇ ਉੱਤੇ, ਜੇ ਇਸ ਰਾਜਨੀਤੀ ਦੇ ਸਿਰ ਦੇ ਉੱਤੇ ਦੇਸ਼ ਦੀ ਸੱਤਾ ਨੂੰ ਇਸ ਵੇਲੇ ਸੰਭਾਲੀ ਬੈਠੇ ਨੇ। ਦਸਾਂਝ ਸਾਹਿਬ, ਦੂਜੇ ਪਾਸੇ ਇੱਕ ਇੰਟੈਲੈਕਚੁਅਲ ਵਿਚਾਰਾ ਵੀਲ ਚੇਅਰ ਤੇ, ਉਹਨੂੰ ਹਾਈ ਕੋਰਟ ਕਹਿੰਦੀ ਆ ਕਿ ਇਮੀਡੀਏਟਲੀ ਬਰੀ ਕਰ ਦਿਓ। INA ਨੂੰ ਤਕਲੀਫ ਹੁੰਦੀ ਹੈ, ਸੁਪਰੀਮ ਕੋਰਟ ਪਹੁੰਚ ਜਾਂਦੀ ਹੈ ਫਟਾਫਟ ਵੀ ਨਹੀਂ ਜੀ ਅਸੀਂ ਨਹੀਂ ਛੱਡ ਸਕਦੇ, ਬਹੁਤ ਖਤਰਨਾਕ ਬੰਦਾ, ਵੀਲ ਚੇਅਰ ਤੇ ਬੈਠਾ ਹੀ ਹਿੰਦੁਸਤਾਨ ਦੀ ਸਰਕਾਰ ਪਲਟਾ ਸਕਦਾ ਸ਼ਾਇਦ ਉਹ। ਤੇ ਮਤਲਬ ਸ਼ਰਮ ਦਾ ਵੀ ਇਹਨਾਂ ਨੂੰ ਕਿਸੇ ਪਾਸਿਓਂ ਆਉਂਦੀ ਨਹੀਂ। ਤੇ ਸੁਪਰੀਮ ਕੋਰਟ ਵੀ ਕਹਿੰਦੀ ਆ ਵੀ ਤੁਸੀਂ ਢੱਕੇ ਰਹੋ, ਜੋ ਕੁਝ ਕੀਤਾ ਹਾਈ ਕੋਰਟ ਬੰਬੇ ਨੇ ਠੀਕ ਕੀਤਾ। ਤੇ ਕੀ ਹੁਣ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਕੱਢ ਦੇਣਗੇ? ਰਿਹਾਈ ਮਿਲੇਗੀ, ਹਾਂਜੀ ਰਿਹਾਈ ਮਿਲ ਜਾਏਗੀ। ਜਿਹੜੀਆਂ ਫਾਰਮੈਲਿਟੀਆਂ ਸਾਈ ਬਾਬਾ ਨੂੰ ਰਿਹਾਈ ਮਿਲ ਜਾਏਗੀ ਕਿਉਂਕਿ ਉਹਨਾਂ ਨੇ ਹਾਈ ਕੋਰਟ ਦਾ ਫੈਸਲਾ ਜਿਹੜਾ ਉਹਨੂੰ ਬਰਕਰਾਰ ਰੱਖਿਆ ਸੀ। ਜਿਹੜੀ INA ਹੈ ਉਹਦੀ ਜਿਹੜੀ ਅਰਜ਼ੀ ਆ ਉਹ ਸਰਕਾਰ ਨੇ ਕੀਤੀ ਗਈ, ਸੋ ਇਸ ਕਰਕੇ ਉਹਨਾਂ ਦੀ ਰਿਹਾਈ ਜਿਹੜੀ ਆ ਹੁਣ ਬਿਲਕੁਲ ਤੈਅ ਲੱਗਦੀ ਹੈ। ਤੇ ਪਰ ਫਿਰ ਵੀ ਕਈ ਵਾਰੀ ਏਦਾਂ ਹੁੰਦਾ ਹੈ ਕਿ ਪਤਾ ਨਹੀਂ ਕਿਹੜੇ ਡਰ ਬੈਠੇ ਹੋਏ ਨੇ ਵੀ ਕੋਈ ਨਾ ਕੋਈ ਹੋਰ ਕੇਸ ਜੋੜ ਲਿਆ ਜਾਂਦਾ, ਕੋਈ ਹੋ ਸਕਦਾ ਕੱਲ ਨੂੰ ਕੋਈ ਨਵਾਂ ਕੇਸ ਕੱਢ ਲਿਆਉਣ। ਤੇ ਪਰ ਇਹਦੇ ਤੋਂ ਇਹ ਜ਼ਰੂਰ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ, ਇੱਕ ਵੀਲ ਚੇਅਰ ਤੇ ਬੈਠਾ ਬੰਦਾ, ਉਹਦੇ ਤੋਂ ਇੰਨਾ ਸਰਕਾਰ ਡਰਦੀ ਹੈ, ਇਸ ਤੋਂ ਜ਼ਿਆਦਾ ਡਰਾਕਣ ਸਰਕਾਰ ਕਿਹੜੀ ਹੋ ਸਕਦੀ। ਮਤਲਬ ਸ਼ਬਦ ਤੋਂ ਸੱਤਾ ਨੂੰ ਹਮੇਸ਼ਾ ਹੀ ਡਰ ਲੱਗਦਾ ਹੈ। ਸਾਈ ਬਾਬਾ ਮਤਲਬ ਬੁੱਧੀਜੀਵੀ ਹੈਗੇ ਆ ਤੇ ਪਰ ਹੈਗੇ ਵੀਲ ਚੇਅਰ ਤੇ ਹੈ, ਤੇ ਉਹਨਾਂ ਤੋਂ ਇੰਨਾ ਜ਼ਿਆਦਾ ਡਰ ਸਟੇਟ ਨੂੰ ਲੱਗਣਾ ਆਪਣੇ ਆਪ ਦੇ ਵਿੱਚ ਇਹ ਸੱਚ ਸਾਹਮਣੇ ਲੈ ਕੇ ਆਉਂਦਾ ਹੈ ਕਿ ਸਟੇਟ ਦੇ ਖਿਲਾਫ ਜਦੋਂ ਵੀ ਕੋਈ ਆਵਾਜ਼ ਬੁਲੰਦ ਹੁੰਦੀ ਹੈ, ਉਹ ਆਵਾਜ਼ ਜਿਹੜੀ ਹੈ ਉਹ ਜ਼ਿਆਦਾ ਸ਼ਾਇਦ ਉਹਨੂੰ ਟੋਕਦੀ ਹੈ। ਲੋਕਾਂ ਦਾ ਜਿਹੜਾ ਥੱਲੇ ਤੱਕ ਜਿਹੜਾ ਗੁੱਸਾ ਆਪਣੀ ਥਾਂ ਦੇ ਉੱਤੇ ਹੈ, ਮਤਲਬ ਕਿਸਾਨ ਜਿਹੜੇ ਹੈ ਉਹ 1 ਸਾਲ ਤੱਕ ਵੋਟ ਤੇ ਬੈਠੇ ਰਹੇ, 1 ਸਾਲ ਤੋਂ ਉਹਨੂੰ ਵੀ ਸੁਣੀ ਨਹੀਂ ਗਈ, ਪਰ ਸ਼ਬਦ ਤੋਂ ਕਿੰਨਾ ਇਹ ਲੋਕ ਡਰਦੇ ਹੈ ਵੀ ਉਹਦਾ ਬਾਹਰ ਰਹਿਣਾ ਸ਼ਾਇਦ ਉਹਨਾਂ ਨੂੰ ਜਿਹੜਾ ਹੈ ਇੰਨਾ ਜ਼ਿਆਦਾ ਡਰਾਉਂਦਾ ਹੈ
ਤੇ ਦੂਜੀ ਗੱਲ ਬਹਾਨੇ ਵੀ ਜਿਹੜੇ ਆ ਵੀ ਨਕਸਲੀਆਂ ਨਾਲ ਜਿਹੜੇ ਆ ਉਹਨਾਂ ਦੇ ਸੰਬੰਧ ਹੈ ਜਾਂ ਮਾਓਵਾਦੀਆਂ ਦੇ ਨਾਲ ਸੰਬੰਧ ਹੈ। ਤੁਸੀਂ ਮਾਓਵਾਦੀਆਂ ਨਾਲ ਆਪਣਾ ਡਾਇਲੋਗ ਕਰ ਲਓ, ਉੱਥੇ ਆਦਿਵਾਸੀ ਇਲਾਕਿਆਂ ਦੇ ਵਿੱਚ ਜੋ ਹੋ ਰਿਹਾ ਉਹ ਆਪਣੀ ਥਾਂ ਦੇ ਉੱਤੇ ਹੈ। ਪਰ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਜਿਹੜੇ ਜਨਤਕ ਤੌਰ ਦੇ ਉੱਤੇ ਕਿਸੇ ਕਿਸਮ ਦਾ ਉਹਨਾਂ ਨੇ ਕੋਈ ਏਦਾਂ ਦਾ ਦੇਸ਼ ਦੇ ਖਿਲਾਫ ਕੋਈ ਵਿਦਰੋਹ ਨਹੀਂ ਕੀਤਾ ਹੁੰਦਾ, ਉਹਨਾਂ ਨੂੰ ਬਹਾਨਾ ਬਣਾ ਕੇ ਜੇਲ੍ਹਾਂ 'ਚ ਸੁੱਟ ਦੇਣਾ, ਖਾਸ ਤੌਰ ਤੇ ਇਸ ਤਰ੍ਹਾਂ ਦੇ ਸਰੀਰਕ ਤੌਰ ਦੇ ਉੱਤੇ ਜਿਹੜੇ ਅਸਮਰਥ ਹੈਗੇ ਆ, ਉਹਨਾਂ ਤੋਂ ਵੀ ਜਿਹੜਾ ਖੌਫ ਖਾਣਾ ਆਪਣੇ ਆਪ ਦੇ ਵਿੱਚ ਇਸ ਸਤਾ ਦਾ ਸੱਚ ਜਿਹੜਾ ਬਿਆਨ ਕਰਦਾ ਹੈ। ਮਾਓਵਾਦੀ ਹਥਿਆਰਾਂ ਨਾਲ ਲੜਦੇ ਹੋਣਗੇ ਜੰਗਲਾਂ 'ਚ, ਹਜ਼ਾਰਾਂ ਹੀ ਲੋਕ ਇਹੋ ਜਿਹੇ ਹੋਣਗੇ ਜਿਹੜੇ ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹਦੇ ਸਪੋਰਟਰ ਹੋਣਗੇ, ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਹੋਣਗੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਕੋਈ ਬੰਦਾ ਟੀਚਰ ਲੱਗਿਆ, ਕੋਈ ਬੰਦਾ ਆਪਣੀ ਜੌਬ ਕਰ ਰਿਹਾ, ਜਿਹਦੀ ਵਿਚਾਰਧਾਰਾ ਆ ਤੇ ਤੁਸੀਂ ਉਹਨੂੰ ਫੜ ਕੇ ਫਾਸ਼ੀ ਤਰੀਕੇ ਨਾਲ ਜੇਲ੍ਹਾਂ 'ਚ ਸੁੱਟ ਦਿਓ, ਉਹ ਵੀ ਖਾਸ ਕਰਕੇ ਇੱਕ ਬਜ਼ੁਰਗ ਬੰਦੇ ਨੂੰ ਜਿਹੜਾ ਵੀਲ ਚੇਅਰ 'ਤੇ ਬੈਠਾ ਹੋਵੇ। ਅੱਛਾ, ਇੱਕ ਦੀ ਖਬਰ ਹੋਰ ਕਰ ਦਈਏ, ਬਟਾਲੇ 'ਚ ਇੱਕ ਘਟਨਾ ਹੋਈ ਆ। ਜਿਹੜਾ ਕੰਮ ਪਹਿਲਾਂ ਬੰਬੇ ਸ਼ਿਵ ਸੈਨਾ ਕਰਦੀ ਹੁੰਦੀ ਸੀ, ਹਿੰਦੂ ਸਭਾ ਕਰਦੀ ਹੁੰਦੀ ਸੀ, ਵੈਲੈਂਟਾਈਨ ਡੇ ਨਹੀਂ ਮਨਾਉਣ ਦੇਣਾ, ਕੁੜੀ ਮੁੰਡੇ ਨੂੰ ਸੜਕ 'ਤੇ ਤੁਰੇ ਜਾਂਦੇ ਭਾਵੇਂ ਭੈਣ ਭਰਾ ਵੀ ਹੋਣ, ਮੂੰਹ ਕਾਲਾ ਕਰ ਦੇਣਾ ਤੇ ਚਪੇੜਾਂ ਮਾਰ ਦੇਣੀਆਂ, ਤੇ ਹੁਣ ਪੰਜਾਬ ਦੀ ਪੁਲਿਸ ਵੀ ਇਹ ਕਰਨ ਲੱਗ ਗਈ। ਬਹੁਤ ਮਾੜੀ ਗੱਲ ਹੈ ਜੀ। ਦੇਖੋ, ਸਾਡੀ ਸੁਸਾਇਟੀ ਦੇ ਵਿੱਚ ਪੰਜਾਬ ਕਾਫੀ ਖੁੱਲ੍ਹਾ ਸਮਾਜ ਆ ਸਾਡੇ ਇੱਥੇ, ਤੇ ਇਹ ਚੀਜ਼ਾਂ ਜਿਹੜੀਆਂ ਆ ਪੰਜਾਬ ਦੇ ਵਿੱਚ ਥੋੜ੍ਹੀਆਂ ਹੈਰਾਨਕੁਨ ਹੈ ਵੀ ਪੰਜਾਬ ਦੇ ਵਿੱਚ ਵੀ ਉਹੀ ਕੁਝ ਜੇ ਹੋਣ ਲੱਗ ਪਏਗਾ ਤੇ ਫਿਰ ਅਸੀਂ ਕਿੱਦਾਂ ਇਹ ਦਾਅਵਾ ਕਰਾਂਗੇ ਕਿ ਪੰਜਾਬ ਇੱਕ ਕਹਿ ਲਓ ਵੀ ਇੱਦਾਂ ਦੀ ਧਰਤੀ ਹੈ ਜਿੱਥੇ ਸਮੇਂ-ਸਮੇਂ ਤੇ ਵੱਖ-ਵੱਖ ਲਹਿਰਾਂ ਉੱਠੀਆਂ, ਲੋਕ ਲਹਿਰਾਂ ਉੱਠੀਆਂ, ਜਿਨ੍ਹਾਂ ਨੇ ਲੋਕਾਂ ਨੂੰ ਨਵੇਂ ਸੁਪਨੇ ਦਿੱਤੇ ਤੇ ਹੌਲੀ-ਹੌਲੀ ਚੀਜ਼ਾਂ ਨੂੰ ਹਕੀਕਤ ਵਿੱਚ ਵੀ ਬਦਲਿਆ ਗਿਆ। ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਚਿੰਤਾ ਤਾਂ ਪੈਦਾ ਕਰਦੀਆਂ। ਦੇਸ਼ ਪੱਧਰ ਦੇ ਉੱਤੇ ਤਾਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ, ਅਸੀਂ ਉੱਥੇ ਵੀ ਚਿੰਤਾ ਕਰਦੇ ਹਾਂ, ਸਮਝਦੇ ਹਾਂ ਕਿ ਅਸੀਂ ਕਿਹੜੇ ਦੌਰ ਦੇ ਵਿੱਚ ਹਾਂ। ਤੇ ਪਰ ਪੰਜਾਬ 'ਚ ਵੀ ਉਹੀ ਜੇ ਲੜੀ ਤੁਰੇਗੀ ਤਾਂ ਜ਼ਰੂਰ ਹੈ ਕਿ ਚਿੰਤਾ ਤਾਂ ਪੈਦਾ ਹੋਏਗੀ। ਪੰਜਾਬ ਦੀਆਂ ਜਿਹੜੀਆਂ ਉਹ ਧਿਰਾਂ ਨੇ ਜਿਹੜੀਆਂ ਦਾਅਵਾ ਕਰਦੀਆਂ ਕਿ ਅਸੀਂ ਪੰਜਾਬ ਦੀ ਰਵਾਇਤ, ਪੰਜਾਬ ਦੀ ਗੀਤ, ਮੁਹੱਬਤ, ਪਿਆਰ ਜਾਂ ਕਹਿ ਲਓ ਸਾਂਝੀਵਾਲਤਾ ਦੀ ਜਿਹੜੀ ਰੀਤ ਹੈ ਉਹਦੇ ਤੇ ਅਸੀਂ ਪਹਿਰਾ ਦੇਣਾ, ਉਹਨਾਂ ਧਿਰਾਂ ਨੂੰ ਮੈਨੂੰ ਲੱਗਦਾ ਹੁਣ ਜ਼ਿਆਦਾ ਸਰਗਰਮੀ ਵੀ ਫੜਨੀ ਚਾਹੀਦੀ ਹੈ। ਇਹ ਨਹੀਂ ਕਿ ਇੱਕ ਦੂਜੇ ਦੇ ਖਿਲਾਫ ਕੋਈ ਏਦਾਂ ਦਾ ਮਾਹੌਲ ਤਿਆਰ ਕੀਤਾ ਜਾਏ, ਪਰ ਲੋਕਾਂ 'ਚ ਅਵੇਅਰਨੈਸ ਪੈਦਾ ਕਰਨ ਦੀ ਇੱਕ ਜਿਹੜੀ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਇਹਨਾਂ ਧਿਰਾਂ ਦੀ ਜ਼ਿੰਮੇਵਾਰੀ ਹੈ। ਸਾਡੀ ਪਰੰਪਰਾ ਹੀਰ ਰਾਂਝੇ ਦੇ ਕਿੱਸੇ ਗਾਉਂਦੇ ਆ, ਮਿਰਜ਼ਾ ਸਾਹਿਬਾ ਗਾਉਂਦੇ ਆ, ਪੀਲੂ ਦਾ ਬੜੇ ਹੇਕਾ ਲਾ ਲਾ ਕੇ ਗਾਉਂਦੇ ਆ ਤੇ ਬੜਾ ਮਾਣਦੇ ਵੀ ਆ। ਤੇ ਜਦੋਂ ਪਾਰਕ 'ਚ ਬੈਠੇ ਕੋਈ ਭਾਵੇਂ ਭੈਣ ਭਰਾ ਹੀ ਹੋਣ ਤੇ ਉਹਨਾਂ ਤੇ ਜਾ ਕੇ ਥੱਪੜ ਜੜਦੀ ਹੈ ਤੇ ਫਿਰ ਕਿਹਾ ਗਿਆ ਸ਼ਬਦ ਕਿ ਜਵਾਨੀ ਦੇ ਮੂੰਹ ਤੇ ਜੜਿਆ ਥੱਪੜ ਹੈ। ਤੇ ਖਬਰ ਇੱਕ ਇਹ ਵੀ ਆ ਕਿ ਕੈਨੇਡਾ ਸਰਕਾਰ ਕੋਲ ਫਿਰ ਰੋਸ ਪ੍ਰਗਟਾਇਆ, ਜਿਹੜੀ ਸਿੱਖ ਫਾਰ ਜਸਟਿਸ ਦੂਜਾ ਰੈਫਰੈਂਡਮ ਕਰਾਉਣ ਜਾ ਰਹੀ ਹੈ, ਫਿਰ ਉਸ ਪ੍ਰਤੀ ਇੰਡੀਅਨ ਗਵਰਨਮੈਂਟ ਨੇ ਫਿਰ ਕੈਨੇਡਾ ਸਰਕਾਰ ਕੋਲ ਆਪਣਾ ਰੋਸ ਜ਼ਾਹਰ ਕੀਤਾ। ਉਹ ਕੁਝ ਖਬਰਾਂ ਹੋਰ ਵੀ ਨੇ, ਇੱਕ ਕਾਫੀ ਸਾਰੀਆਂ ਡੈੱਡ ਬੋਡੀ ਮਿਲੀਆਂ ਨੇ ਪਾਕਿਸਤਾਨ ਦੇ ਜਿਨ੍ਹਾਂ ਦੇ ਅੰਗ ਕੱਢੇ ਹੋਏ ਆ ਤੇ ਉਹਦਾ ਕਾਫੀ ਸਾਰੀਆਂ ਉਹ ਇਸ ਉੱਤੇ ਹਸਪਤਾਲ ਦੀ ਛੱਤ ਤੇ ਸੁੱਟੀਆਂ ਹੋਈਆਂ ਸੀਗੀਆਂ। ਉਹ ਵੀ ਭੈੜੀ ਖਬਰ ਜਿਹੜੀ ਆ ਉਹ ਚੱਲ ਰਹੀ ਆ। ਤੇ ਦੂਜੇ ਪਾਸੇ ਇੱਕ ਕੋਈ ਡਾਕੂਮੈਂਟ ਰਿਲੀਜ਼ ਹੋਇਆ ਪਿਛਲੇ ਦਿਨੀ, ਬਾਜਵਾ ਸਾਹਿਬ ਪਾਕਿਸਤਾਨ ਦੇ ਗਏ ਸੀਗੇ ਦੁਬਾਰਾ ਰੀਬਿਲਡ ਕਰਨ ਆਪਣੇ ਰਿਲੇਸ਼ਨ, ਤੇ ਜਦੋਂ F-16 ਦੇ ਕੋਈ ਸਾਜੋ ਸਮਾਨ ਮਿਲਿਆ ਸੀ ਤੇ ਭਾਰਤ ਨੂੰ ਚਿੰਤਾ ਹੋਈ ਸੀ ਕਿ ਅਮਰੀਕਾ ਪਾਕਿਸਤਾਨ ਦੇ ਨੇੜੇ ਜਾ ਰਿਹਾ। ਕੋਈ ਦਸਤਾਵੇਜ਼ ਲੀਕ ਹੋਇਆ ਜਿਸ ਤੋਂ ਇਹ ਸਪਸ਼ਟ ਹੋਇਆ ਕਿ ਭਾਰਤ ਪ੍ਰਤੀ ਪਾਲਿਸੀ ਅਮਰੀਕਾ ਦੀ ਹੋ ਰਿਹਾ, ਹੁਣ ਪਾਕਿਸਤਾਨ ਨਾਲ ਉਹ ਸੰਬੰਧ ਸ਼ਾਇਦ ਦੁਬਾਰਾ ਨਹੀਂ ਬਣ ਸਕਦੇ। ਇਹ ਖਬਰਾਂ ਸੀ ਤੇ ਕੋਈ ਕਰਨਾ ਚਾਹੋ ਤਾਂ ਕਰ ਸਕਦੇ। ਠੀਕ ਹੈ, ਇਹ ਖਬਰਾਂ ਕਿਉਂਕਿ ਚੱਲਦੀਆਂ ਰਹਿਣੀਆਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤੇ ਚੁੱਕੀਆਂ ਰਹਿਣਗੀਆਂ, ਪਰ ਜਿਹੜੀ ਉਹ ਦਿਲ ਹਿਲਾਊ ਖਬਰ ਜਿਹੜੀ ਹੈ ਹਸਪੀਟਲ ਦੀ ਛੱਤ ਤੇ 500 ਦੇ ਕਰੀਬ, ਉਹ ਛੋਟੀ ਤਾਦਾਦ ਨਹੀਂ ਹੈ, 500 ਦੇ ਕਰੀਬ ਡੈਡ ਬੋਡੀਜ਼ ਦਾ ਮਿਲਣਾ, ਮਨੁੱਖਤਾ ਕਿੱਥੇ ਚਲੀ ਗਈ ਹੈ, ਸੰਵੇਦਨਾ ਕਿੱਥੇ ਚਲੀ ਗਈ ਹੈ। ਤੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਨੀਆ ਭਰ ਦੇ ਵਿੱਚ ਵੀ ਹੁੰਦੀਆਂ ਹੋਣਗੀਆਂ, ਪਰ ਸਾਡੇ ਕਈ ਮੁਲਕਾਂ ਦੇ ਵਿੱਚ, ਸਾਡੇ ਆਪਣੇ ਮੁਲਕਾਂ 'ਚ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਜਿਹੜੇ ਮੁਲਕ ਦਾਅਵਾ ਕਰਦੇ ਰਹੇ ਆ ਵੀ ਅਸੀਂ ਬੜੀ ਤਰੱਕੀ ਵਾਲੇ ਹਾਂ, ਇੱਥੇ ਇਸ ਤਰ੍ਹਾਂ ਦੇ ਮਤਲਬ ਧੰਦੇ ਜਿਹੜੇ ਆ ਟੋਕਰੀ ਕਿੱਤੇ ਦੇ ਵਿੱਚ ਵੀ ਜਦੋਂ ਹੁੰਦੇ ਦਿਖਾਈ ਦਿੰਦੇ ਆ ਤੇ ਸ਼ਰਮਸਾਰ ਹੀ ਹੋਇਆ ਜਾ ਸਕਦਾ। ਤੇ ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰਾਂ ਇਹਦੇ ਤੇ ਜ਼ਰੂਰ ਕੋਈ ਸਖਤ ਕਿਸਮ ਦਾ ਐਕਸ਼ਨ ਲੈਣ। ਬਾਕੀ ਰੂਟੀਨ ਦੀਆਂ ਖਬਰਾਂ ਹੋ ਹੈਗੀਆਂ, ਕੱਲ ਆਪਾਂ ਹਾਂ, ਪਰ ਉੱਥੋਂ ਦੇ ਡਾਇਰੈਕਟਰ ਕਹਿ ਰਹੇ ਆ ਜੀ ਇਹ ਲਾਸ਼ਾਂ ਜਿਹੜੀਆਂ ਨੇ ਇਹ ਵਿਦਿਆਰਥੀਆਂ ਦੇ ਪ੍ਰਯੋਗ ਕਰਨ ਲਈ ਰਾਖਵੀਆਂ ਸੀ, ਜਿਹੜੀਆਂ ਛੱਤ ਤੇ ਸੁੱਟੀਆਂ ਹੋਈਆਂ ਸੀ, 500 ਦੀ ਗਿਣਤੀ। ਮਤਲਬ ਹੈਰਾਨਗੀ ਦੀ ਹੱਦ ਹੈ।
ਚਲੋ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਸ਼ੁਕਰੀਆ। ਕੱਲ ਦੇ ਪ੍ਰੋਗਰਾਮ 'ਚ ਮਿਲਦੇ ਹਾਂ, ਅਗਲੇ ਪ੍ਰੋਗਰਾਮ 'ਚ ਦੁਬਾਰਾ ਜੀ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ।